ਆ ਰਿਹਾ ਸੀ ਸਕੂਲੇ, ਆਈ ਥਿੰਕ 6000 ਰੁਪਇਆ ਵਾ ਉਹਨੇ ਦੱਸਿਆ ਮੈਨੂੰ ਕਿ ਮੰਥਲੀ ਉਹ ਜੋ ਸਪੈਂਡ ਕਰ ਰਿਹਾ ਸੀ ਆਪਣੀ ਬੱਚੀ ਦੀ ਪੜ੍ਹਾਈ ਤੇ ਉਹਨੂੰ ਵਿਚਾਰੇ ਨੂੰ ਤੇ ਪੜ੍ਹਨਾ ਨਹੀਂ ਆਉਂਦਾ, ਪਰ ਉਹ ਟੀਚਰਸ ਦੇ ਉੱਤੇ ਰਿਲਾਈ ਕਰ ਰਿਹਾ ਕਿ ਜਿੱਥੇ ਮੈਂ ਪੈਸੇ ਦੇ ਰਿਹਾ ਉਹ ਟੀਚਰ ਉਹਨੂੰ ਸਹੀ ਪੜ੍ਹਾਉਂਦੇ ਹੋਣਗੇ। ਪਰ ਐਸੀਆਂ ਚੀਜ਼ਾਂ ਅੱਗੇ ਆਈਆਂ ਜਦੋਂ ਮੈਂ ਪੰਜਾਬ ਆਇਆ, ਕਈ ਸਕੂਲਾਂ ਵਿੱਚ ਇੰਨੀ ਗੰਦੀ ਪੜ੍ਹਾਈ ਹੋ ਰਹੀ ਆ ਕਿ ਨਿਆਣੇ 8ਵੀਂ 9ਵੀਂ ਵੀ ਪਾਸ ਕਰੀ ਜਾਂਦੇ ਆ। ਉਹ ਇੱਕ ਐਸੇ ਵੀ ਕਿਸੇ ਅੱਗੇ ਆਉਂਦੇ ਆ ਕਿ ਇੱਕ ਬੰਦਾ ਬੈਂਕ 'ਚ ਲੱਗਾ ਤੇ ਉਹਨੂੰ 5+4 ਨਹੀਂ ਆਉਂਦਾ। ਔਰ ਹੈਰਾਨਗੀ ਦੀ ਗੱਲ ਹੈ ਕਿ ਉਹ ਇੱਕ ਟੌਪ ਤਰਨਤਾਰਨ ਦਾ ਸਕੂਲ ਆ ਜਿੱਥੋਂ ਉਹ ਪਾਸ ਹੋ ਕੇ ਗਿਆ। ਸੋ ਜਦੋਂ ਇਹ ਨਿਆਣਾ ਬਾਹਰ ਵਰਕਫੋਰਸ ਜਾਊਗਾ ਤੇ ਤੁਸੀਂ ਜਾਂ ਉਦੋਂ ਪਿਓ ਦਾ ਦਿਲ ਟੁੱਟੂਗਾ ਜਦੋਂ ਜਿਹਨੇ ਆਪਣੇ ਦਿਨ ਰਾਤ ਇੱਕ ਕਰਕੇ ਨਿਆਣਾ ਸਕੂਲ ਭੇਜਿਆ ਸੀ ਤੁਹਾਡੇ ਕੋਲ, ਤੇ ਤੁਸੀਂ ਉਹ ਨਿਆਣੇ ਨੂੰ ਪੜ੍ਹਾ ਨਾ ਸਕੇ ਜਾਂ ਉਹਨੂੰ ਤੁਸੀਂ ਨੈਗਲੈਕਟ ਕਰ ਦਿੱਤਾ, ਤੇ ਉਹ ਤੁਹਾਡੇ ਲਈ ਕਿੱਡਾ ਵੱਡਾ ਪਾਪ ਹੋਊਗਾ। ਸੋ ਇਹ ਮੈਂ ਤੁਹਾਨੂੰ ਇਹ ਇਸੇ ਚੀਜ਼ ਦੱਸਣ ਦਿਆਂ ਕਿ ਪੰਜਾਬ ਦੀਆਂ ਜਿਹੜੀਆਂ ਕਹਿ ਲਓ ਕਿ ਪੰਜਾਬ ਦੀਆਂ ਮਤਲਬ ਕਿ ਅਰਦਾਸਾਂ ਲੋਕਾਂ ਦੀਆਂ ਤੁਹਾਡੇ ਨਾਲ ਆ, ਤੇ ਆਪਣੇ ਪਰ ਜੌਬ ਨੂੰ ਸਮਝੋਗੇ ਤੇ ਫਿਰ ਜੇ ਤੁਸੀਂ ਆਪਣੇ ਆਪ ਨੂੰ ਸਮਝ ਨਹੀਂ ਸਕੇ ਕਿ ਤੁਹਾਡੇ ਉੱਤੇ ਕਿੰਨੀ ਵੱਡੀ ਕਿਰਪਾ ਵਾ ਰੱਬ ਦੀ, ਤੇ ਤੁਸੀਂ ਆਪਣੀ ਜੌਬ ਸਹੀ ਤਰ੍ਹਾਂ ਕਦੇ ਵੀ ਕਰ ਨਹੀਂ ਪਾਓਗੇ, ਕਿਉਂਕਿ ਤੁਹਾਨੂੰ ਪਤਾ ਨਹੀਂ ਤੁਹਾਡੇ ਕੋਲ ਕਿੰਨੀਆਂ ਪਾਵਰਾਂ ਵਾ। ਇੱਕ ਟੀਚਰ ਦੀ ਪਾਵਰ, ਇੱਕ ਗੁਰੂ ਦੀ ਪਾਵਰ, ਇੱਕ ਟੀਚਰ ਦੀ ਪਾਵਰ, ਇੱਕ ਗੁਰੂ ਦੀ ਪਾਵਰ ਸਭ ਤੋਂ ਵੱਡੀ ਪਾਵਰ ਹੈ ਤੁਹਾਡੇ ਕੋਲ। ਬਾਕੀ ਸੁਸਾਇਟੀ ਦੇ ਨਾਲ ਜਦੋਂ ਆਪਾਂ ਲੜਦੇ ਹਾਂ, ਕਿਉਂਕਿ ਤੁਹਾਨੂੰ ਲੜਨਾ ਪਊਗਾ ਜੇ ਵਾਕਈ ਤੁਸੀਂ ਵਧੀਆ ਟੀਚਰ ਬਣਨਾ, ਤੁਹਾਨੂੰ ਉੱਥੇ ਆਪਣੇ ਜਿੱਥੇ ਤੁਸੀਂ ਹੋਗੇ ਉੱਥੇ ਲੇਜ਼ੀ ਟੀਚਰ ਵੀ ਹੋਣਗੇ ਹੋਰ, ਤਾਂ ਉਹਨਾਂ ਨਾਲ ਲੜਨ ਲਈ ਤੁਹਾਨੂੰ ਸ਼ਾਇਦ ਕੁਝ ਸਟੈਪਸ ਲੈਣੇ ਪੈਣ। ਪਰ ਯਾਦ ਰੱਖਿਓ, ਰੋਮ ਵਾਜ਼ ਨਾਟ ਬਿਲਟ ਇਨ ਅ ਡੇ। ਇੱਕ ਜਿਹੜਾ ਰੋਮ ਸੀ ਉਹ ਇੱਕ ਦਿਨ 'ਚ ਨਹੀਂ ਬਣਿਆ ਸੀ। ਉਹ ਬਿਲਡਿੰਗਾਂ ਇਮਾਰਤਾਂ ਨੂੰ 100 ਸਾਲ ਸੈਂਚਰੀਆਂ ਲੱਗ ਗਈਆਂ। ਪੰਜਾਬ ਦਾ ਬੇੜਾ ਗਰਕ ਜ਼ਰੂਰ ਹੋ ਗਿਆ ਪਿਛਲੇ 35 ਸਾਲਾਂ 'ਚ ਪੜ੍ਹਾਈ 'ਚ, ਆਪਣੇ ਅੱਤਵਾਦ ਦੇ ਟਾਈਮ 'ਚ ਜਦੋਂ ਅਸੀਂ ਨਿਕਲੇ ਹਾਂ। ਪਰ ਜੇ ਅਸੀਂ ਇਹ ਟਾਈਮ 'ਚੋਂ ਵਾਪਸ ਨਿਕਲ ਸਕਦੇ ਹਾਂ, ਅੱਗੇ ਆ ਸਕਦੇ ਹਾਂ, ਤਾਂ ਮੈਂ ਕਹੂੰਗਾ ਕਿ ਉਹਨੂੰ ਟਾਈਮ ਜ਼ਰੂਰ ਲੱਗੂਗਾ, ਪਰ ਚਲੋ ਸ਼ੁਰੂਆਤ ਕਰੀਏ। ਤੁਹਾਡੇ ਖਡੂਰ ਸਾਹਿਬ ਵਿੱਚ ਬਹੁਤ ਵਧੀਆ ਇਹ ਕੰਮ ਹੋ ਰਿਹਾ, ਉਹਨੂੰ ਜਾਰੀ ਰੱਖੋ। ਖਡੂਰ ਸਾਹਿਬ ਦੇ ਨਾਂ ਨੂੰ ਥੱਲੇ ਨਾ ਆਉਣ ਦਿਓ, ਕਿਉਂਕਿ ਤੁਸੀਂ ਜਿੱਥੇ ਜਿੱਥੇ ਜਾਓਗੇ ਨਾਲ ਆਪਣਾ ਤੁਹਾਡਾ ਸਕੂਲ ਤੁਹਾਡੇ ਨਾਲ ਜਾਊਗਾ। ਜਿੱਦਾਂ ਮੈਡਮ ਨੇ ਹੁਣੇ ਮੈਨੂੰ ਇੰਟਰੋਡਿਊਸ ਕੀਤਾ, ਨਾਲ ਉਹ 3 ਮੇਰੇ ਸਥਾਨ ਇੰਟਰੋਡਿਊਸ ਕਰਾਤੇ ਜਿੱਥੋਂ ਮੈਂ ਪੜ੍ਹਿਆ ਸੀ। ਔਰ ਪਿੱਛੇ ਮੈਂ ਤੇ ਸਿੱਧਾ ਆਪਣਾ ਪਿੱਛੇ ਚੱਲ ਜਾਂਦਾ, ਉੱਤੋਂ ਵੀ ਖਾਲਸਾ ਕਾਲਜ ਪਬਲਿਕ ਸਕੂਲ ਅੰਮ੍ਰਿਤਸਰ, ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ, ਫਿਰ ਅੱਗੇ ਜਾ ਕੇ ਜਦੋਂ ਅਸੀਂ ਅਮਰੀਕਾ ਆ ਗਿਆ ਉੱਥੇ ਜਿੱਥੇ ਜਿਹੜੀ ਪੜ੍ਹਾਈ ਆ। ਪਰ ਉਸ ਜਿੰਨੇ ਵੀ ਸਥਾਨ ਜਿੱਥੇ ਮੈਂ ਪੜ੍ਹਿਆ ਉਹ ਮੇਰੇ ਨਾਲ ਚੱਲੇ ਆਉਂਦੇ ਆ। ਜੇ ਮੈਂ ਮਾੜੇ ਕੰਮ ਕਰੂੰਗਾ ਉਹਨਾਂ ਦਾ ਵੀ ਨਾਮ ਮੈਂ ਬਦਨਾਮ ਕਰਦਾ। ਜਿੱਦਾਂ ਮੈਂ ਦੱਸਿਆ ਉਹ ਤਰਨਤਾਰਨ ਦਾ ਸਕੂਲ ਆ, ਜੇ ਕੱਲ ਤੁਸੀਂ ਕਿਤੇ ਗਏ ਤੁਸੀਂ ਪੜ੍ਹਾ ਨਾ ਪਾਏ ਤੇ ਉਹਨਾਂ ਨੇ ਕਹਿਣਾ ਹਾਂ ਅੱਛਾ ਖਡੂਰ ਸਾਹਿਬ ਇਹ ਪੜ੍ਹਾਈ ਹੁੰਦੀ ਆ। ਸੋ ਪਲੀਜ਼ ਮਿਹਨਤ ਕਰੋ, ਅੱਗੇ ਚਲੋ, ਸੁਸਾਇਟੀ ਦੇ ਤੁਸੀਂ ਰੋਲ ਮਾਡਲ ਬਣਨਾ ਵਾ, ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਕਿੱਡਾ ਵੱਡਾ ਰੋਲ ਆ। ਮੈਨੂੰ ਪਤਾ ਅੱਜ ਕੱਲ੍ਹ ਬੜੇ ਮੰਤਰੀ ਸੰਤਰੀ MLA ਤੁਰੇ ਫਿਰਦੇ ਆ ਜਿਹੜੇ ਤੁਹਾਨੂੰ ਟੀਚਰਾਂ ਨੂੰ ਕੁਐਸਚਨ ਕਰਦੇ ਆ। ਔਰ ਮਜ਼ਾਕ ਦੀ ਗੱਲ ਆ ਕਿ ਅਨਪੜ੍ਹ ਲੋਕ ਸਾਡੇ ਲੀਡਰ ਕੀ ਬਣ ਗਏ ਆ ਤੇ ਟੀਚਰਾਂ ਨੂੰ ਕੁਐਸਚਨ ਕਰਦੇ ਆ। ਪਰ ਯਾਦ ਰੱਖਿਓ ਇਸ ਲਈ ਬਣੇ ਆ ਕਿਉਂਕਿ ਟੀਚਰ ਬੋਲੇ ਨਹੀਂ, ਟੀਚਰ ਆਪਣੇ ਨਿਆਣੇ ਨੂੰ ਪੜ੍ਹਾ ਨਹੀਂ ਪਾਏ। ਜੇ ਤੁਸੀਂ ਪੜ੍ਹਾਓਗੇ, ਜੇ ਤੁਹਾਡੇ ਨਿਆਣਿਆਂ ਨੂੰ ਭਾਵੇਂ ਉਹ KG 'ਚ ਆ, ਪਹਿਲੀ 'ਚ ਆ, ਦੂਜੀ, ਜੇ ਤੁਸੀਂ ਉਹਨੂੰ ਦੱਸੋਗੇ ਕਿ ਉਹਦੇ ਮੁੱਦੇ ਕੀ ਆ, ਉਹਦੇ ਮੁੱਦੇ ਧਰਮ, ਕਾਸਟ, ਰਿਲੀਜਨ ਨਹੀਂ ਆ, ਉਹਦੇ ਮੁੱਦੇ ਆ ਸਕੂਲ, ਮੈਡੀਸਨ, ਹੈਲਥ ਕੇਅਰ। ਜੇ ਅਸੀਂ ਆਪਣੇ ਪੋਲੀਟੀਸ਼ੀਅਨਸ ਤੋਂ ਇਹ ਚੀਜ਼ਾਂ ਮੰਗਾਂਗੇ ਕਿ ਸਾਨੂੰ ਸਕੂਲ ਚਾਹੀਦੇ ਆ, ਸਾਨੂੰ ਹਸਪੀਟਲ ਚਾਹੀਦੇ ਆ, ਤੇ ਤੁਸੀਂ ਵੇਖੋਗੇ ਤੁਹਾਡੇ ਜਿਹੜੇ ਲੀਡਰ ਆ ਉਹ ਵੀ ਚੇਂਜ ਹੋ ਜਾਣਗੇ। ਪਰ ਉਹ ਚਾਹੁੰਦੇ ਨਹੀਂ ਇਹ ਚੀਜ਼ਾਂ, ਕਿਉਂਕਿ ਅਨਪੜ੍ਹ ਜਿਹੜਾ ਲੀਡਰ ਹੋਊਗਾ ਉਹ ਕਿੱਦਾਂ ਕਚਾਊਗਾ ਕਿ ਮੇਰੇ ਜਿਹੜੇ ਲੋਕ ਆ, ਮੇਰੀ ਆਵਾਮ ਆ, ਉਹ ਪੜ੍ਹਾਈ ਮੰਗਣ, ਕਿਉਂਕਿ ਸਭ ਤੋਂ ਪਹਿਲਾਂ ਉਹਦੀ ਬਲੀ ਚੜ੍ਹਨੀ ਹੈ। ਸੋ ਪਲੀਜ਼ ਆਪਣੇ ਜਦੋਂ ਵੀ ਤੁਸੀਂ ਸਕੂਲ ਵਿੱਚ ਆਪਣਾ ਦਿਨ ਸ਼ੁਰੂ ਕਰੋ ਉਦੋਂ ਸੋਸ਼ਲ ਐਜੂਕੇਸ਼ਨ ਵੱਲ ਜ਼ਰੂਰ ਧਿਆਨ ਦਿਓ। ਬਾਕੀ ਮੇਰੀ ਐਕਚੁਅਲ ਟਾਕ ਤੇ ਹੈਲਥ ਤੇ ਹੋਣੀ ਸੀ, ਮੈਂ ਥੋੜਾ ਜਿਹਾ ਡਿਵਰਟ ਕਰ ਗਿਆ। ਸੋ ਗੱਲਬਾਤ ਅੱਜ ਹੁਣ ਥੋੜੀ ਜਿਹੀ ਡਿਵਰਟ ਕਰਕੇ ਹੈਲਥ ਵੱਲ ਕਰ ਲੈਂਦੇ ਹਾਂ। ਸਭ ਤੋਂ ਵੱਡੀ ਗੱਲ ਪੰਜਾਬ 'ਚ ਇਸ ਵੇਲੇ ਪੈਸਟੀਸਾਈਡਸ ਦੀ ਜਿਹੜੀ ਵਰਤੋਂ ਹੋ ਰਹੀ ਆ ਕਾਫੀ ਹੱਦ ਤੱਕ ਖਤਰਨਾਕ ਆ। ਤੁਹਾਨੂੰ ਪਤਾ ਕੈਂਸਰ ਦੇ ਜਿਹੜੇ ਰੇਟ ਆ ਉਹ ਪੰਜਾਬ 'ਚ ਬਹੁਤ ਵੱਧ ਚੜ ਕੇ ਵਧੇ ਆ ਪਿਛਲੇ ਕੁਝ ਸਾਲਾਂ ਤੋਂ। ਉਸ ਤੋਂ ਬਾਅਦ ਹਾਰਟ ਡਿਜ਼ੀਜ਼ ਜਿਹੜਾ ਵਾ, ਮੈਂ ਜੋ ਹਾਲ ਵੇਖਿਆ ਪਿੰਡਾਂ ਵਿੱਚ, ਬਲੱਡ ਪ੍ਰੈਸ਼ਰ ਲੋਕਾਂ ਦੇ 250 260 ਤੱਕ ਬਲੱਡ ਪ੍ਰੈਸ਼ਰ ਚੱਲ ਰਹੇ ਆ, ਡਾਇਬੀਟੀਜ਼ ਆ, ਪਤਾ ਨਹੀਂ ਲੱਗਣ ਦਾ ਕਿਸੇ ਨੂੰ। ਔਰ ਉਹ ਸਾਰੀਆਂ ਚੀਜ਼ਾਂ ਉੱਥੇ ਹੀ ਆ ਜਾਂਦੀਆਂ ਕਿਉਂਕਿ ਜਦੋਂ ਪੜ੍ਹਾਈ ਨਹੀਂ ਹੋਊਗੀ ਤੁਹਾਡੀ ਸੁਸਾਇਟੀ ਦੇ ਵਿੱਚ ਤੇ ਕਿੱਦਾਂ ਕਿਸੇ ਨੂੰ ਪਤਾ ਲੱਗੂਗਾ ਕਿ ਇਹ ਡਿਜ਼ੀਜ਼ ਕੀ ਹੁੰਦੇ ਆ। ਔਰ ਇਸ ਲਈ ਲੋਕ ਵਹਿਮਾਂ ਭਰਮਾਂ ਵੱਲ ਜਾਣ ਲੱਗ ਪੈਂਦੇ ਆ। ਹੁਣ ਆਮ ਸੌਰੀ ਸੇ ਕਰੋਨਾ ਦੇ ਵਿੱਚ ਸਭ ਤੋਂ ਵੱਡੀ ਚੀਜ਼ ਅੱਗੇ ਆ ਰਹੀ ਹੈ ਕਿ ਲੋਕਾਂ ਨੂੰ ਆਪਣੇ ਡਾਕਟਰਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ। ਔਰ ਕਿਤੇ ਨਾ ਕਿਤੇ ਜ਼ਰੂਰ ਇਹ ਡਾਕਟਰਾਂ ਦੀ ਗਲਤੀ ਹੋਊਗੀ, ਪਰ ਉਸ ਤੋਂ ਵੱਧ ਗਲਤੀ ਆ ਅਨਪੜ੍ਹਤਾ ਦੀ। ਕਰੋਨਾ ਵਰਗੀ ਬਿਮਾਰੀ ਜਿੱਥੇ ਦੁਨੀਆ 'ਚ ਲੋਕਾਂ ਨੂੰ ਮਾਰਨ ਦੀ ਆ, ਉੱਥੇ ਪੰਜਾਬ 'ਚ ਲੋਕ
ਲੋਕੀ ਆਪਣੇ ਪਿੰਡ ਬੰਦ ਕਰੀ ਜਾਂਦੇ ਆ ਕਿ ਅਸੀਂ ਇੱਥੇ ਡਾਕਟਰਾਂ ਨੂੰ ਨਹੀਂ ਆਉਣ ਦੇਣਾ, ਪਤਾ ਨਹੀਂ ਕਰੋਨਾ ਜਾਂ ਕੀ ਕਰ ਲੈਣਾ ਕੀ ਕਰਨਾ। ਆਈ ਮੀਨ ਇਟਸ ਸੱਚ ਇੰਨੀ ਸੈਡ ਚੀਜ਼ ਆ ਕਿ ਇਹ ਸਾਡੀ ਜਿਹੜੀ ਸੁਸਾਇਟੀ ਆ ਉੱਥੇ ਟੀਚਰਾਂ ਨੂੰ ਪਹਿਲਾਂ ਟੀਚਰਾਂ ਤੇ ਵਿਸ਼ਵਾਸ ਉੱਠਿਆ, ਕਿਹਾ ਕਿ ਜੇ ਪਬਲਿਕ ਸਕੂਲ 'ਚ ਪੜ੍ਹਾਈਆਂ ਨਹੀਂ, ਪ੍ਰਾਈਵੇਟ ਸਕੂਲਾਂ 'ਚ ਪੈਸੇ ਲਈ ਜਾਂਦੇ ਆ। ਫਿਰ ਉੱਧਰੋਂ ਹੁਣ ਡਾਕਟਰਾਂ ਤੇ ਵਿਸ਼ਵਾਸ ਉੱਠ ਗਿਆ। ਵਿਸ਼ਵਾਸ ਜਾਣਾ ਕਿੱਥੇ ਆ ਜੇ ਸਾਡੇ ਟੀਚਰਾਂ 'ਚ, ਸਾਡੇ ਸਕੂਲ ਸਿਸਟਮ 'ਚ ਵਿਸ਼ਵਾਸ ਨਾ ਰਹਿ ਗਿਆ, ਹੈਲਥ ਕੇਅਰ 'ਚ ਵਿਸ਼ਵਾਸ ਨਾ ਰਹਿ ਗਿਆ, ਅੰਧ ਵਿਸ਼ਵਾਸ ਵਿੱਚ ਫਿਰ ਵਿਸ਼ਵਾਸ ਰਹੂਗਾ ਨਾ। ਸੋ ਆਈ ਥਿੰਕ ਇਹ ਚੀਜ਼ ਨੂੰ ਬਹੁਤ ਹੀ ਡੂੰਘੀ ਤਰ੍ਹਾਂ ਲੈਣਾ ਚਾਹੀਦਾ। ਤੁਸੀਂ ਆਪਣੇ ਨਿਆਣਿਆਂ ਨੂੰ ਇੱਕ ਚੀਜ਼ ਜ਼ਰੂਰ ਅਰਜ਼ ਕਰੋ, ਜਿਹੜਾ ਹੋਮ ਫੂਡਸ ਆ ਵੱਧ ਤੋਂ ਵੱਧ ਘਰ ਦਾ ਖਾਣਾ ਖਾਣ ਦੀ ਕੋਸ਼ਿਸ਼ ਕਰਨ। ਜਿਹੜਾ ਆਪਾਂ ਪਿੰਡਾਂ 'ਚ ਗਰੋ ਕਰਦੇ ਹਾਂ ਆਪਣੇ ਆਪ ਆਪਣੇ ਖੇਤਾਂ 'ਚ, ਉਹਨਾਂ ਨੂੰ ਜਿਹੜੀ ਵੀ ਚੀਜ਼ ਕੋਈ ਪੈਕਟ 'ਚ ਆਉਂਦੀ ਆ ਉਹਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਨ। ਆਈ ਥਿੰਕ ਜਿਹੜੀ ਆਪਣੀ ਈਸਟਰਨ ਡਾਈਟ ਹੈ, ਜਿਹੜੀ ਇੰਡੀਅਨ ਪ੍ਰੋਪਰ ਸਾਡੇ ਵੱਡੇ ਵਡੇਰੇ ਖਾਂਦੇ ਰਹੇ ਆ, ਜੇ ਤੁਸੀਂ ਉਹੋ ਹੀ ਡਾਈਟ ਤੇ ਵਾਪਸ ਚਲ ਜਾਓਗੇ, ਜਿਹੜੀਆਂ ਬਹੁਤ ਬਿਮਾਰੀਆਂ, ਵਿਦੇਸ਼ੀ ਬਿਮਾਰੀਆਂ ਮੈਂ ਇਹਨਾਂ ਨੂੰ ਕਹੂੰਗਾ, ਡਾਇਬੀਟੀਜ਼, ਹਾਈਪਰਟੈਂਸ਼ਨ, ਇਹ ਜ਼ਿਆਦੀਆਂ ਲੱਗਦੀਆਂ ਹੀ ਉਦੋਂ ਆ ਜਦੋਂ ਅਸੀਂ ਅਮਰੀਕਨ ਜਾਂ ਅਸੀਂ ਫੋਰਨ ਖਾਣਿਆਂ ਵੱਲ ਤੁਰ ਗਏ ਆ ਜਿਹੜਾ। ਸੋ ਉਹ ਚੀਜ਼ਾਂ ਅਵੋਇਡ ਕਰੋ। ਆਪਣੇ ਬੱਚਿਆਂ ਨੂੰ ਕਹੋ ਕਿ ਘਰ ਦੇ ਖਾਣਾ ਖਾਣ। ਦੂਜੀ ਗੱਲ ਐਕਸਰਸਾਈਜ਼, ਮੈਂ ਬੜਾ ਹੈਰਾਨ ਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਉਹ ਇੱਕ ਹਿਸਾਬ ਦਾ ਹੁੰਦਾ ਕਿ ਜਾਂ ਤੇ ਬੱਚੇ ਪੜ੍ਹਦੇ ਆ ਤੇ ਜਾਂ ਐਕਸਰਸਾਈਜ਼ ਕਰਦੇ, ਕੋਈ ਖੇਡ ਕਰਦੇ ਆ। ਔਰ ਅਮਰੀਕਾ ਵਰਗੇ ਦੇਸ਼ਾਂ 'ਚ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਓਲੰਪੀਅਨ ਵੀ ਜਿੰਨੇ ਹੁੰਦੇ ਨਾ, ਉਹ ਸਾਰੇ ਕਾਲਜ ਦੀ ਪੜ੍ਹਾਈ ਉਹਨਾਂ ਦੀ ਹੁੰਦੀ ਆ, ਕਿਉਂਕਿ ਉੱਦਾਂ ਤੁਸੀਂ ਖੇਡ ਹੀ ਨਹੀਂ ਸਕਦੇ। ਜਿਹੜਾ ਬੱਚਾ ਇੱਥੇ ਪੜ੍ਹਦਾ ਨਹੀਂ ਉਹ ਖੇਡ ਨਹੀਂ ਸਕਦਾ। ਔਰ ਬਹੁਤ ਕੋਈ ਨਾ ਕੋਈ ਬੱਚਾ, ਵਿਰਲਾ ਬੱਚਾ ਕੋਈ ਹੁੰਦਾ ਜਿਹੜਾ ਖੇਡਾਂ ਨਹੀਂ ਕਰਦਾ। ਜਿਹੜੀ ਜਦੋਂ ਆਪਾਂ ਖੇਡਦੇ ਹਾਂ ਆਪਣਾ ਓਵਰਆਲ ਬਾਡੀ ਦਾ ਜਿਹੜਾ ਬਲੱਡ ਫਲੋ ਵੱਧਦਾ। ਮੈਂ ਆਪਣੇ ਪਿੰਡ ਆਉਂਦਾ, ਸਾਡਾ ਅਖਾੜਾ ਵਾ, ਮੈਂ ਉੱਥੇ ਰੈਸਲਿੰਗ ਕਰਦਾ, ਪੂਰਾ ਆਪਣਾ ਰਨਿੰਗ ਕਰਦਾ। ਮੈਂ ਜੇ ਡਾਕਟਰ ਬਣਿਆ ਉਹਦੇ ਵਿੱਚ ਬਹੁਤ ਵੱਡਾ ਹੱਥ ਖੇਡਾਂ ਦਾ ਹੀ ਸੀ, ਕਿਉਂਕਿ ਜਦੋਂ ਆਪਾਂ ਖੇਡਦੇ ਹਾਂ ਆਪਣਾ ਸਟੈਮਿਨਾ ਬਣਦਾ, ਨਾਟ ਜਸਟ ਕਿ ਉਹ ਐਕਸਰਸਾਈਜ਼ ਨਹੀਂ, ਪਰ ਸਟੈਮਿਨਾ ਟੂ ਫਾਈਟ। ਆਪਾਂ ਨੂੰ ਹਾਰਨਾ ਆਉਂਦਾ, ਆਪਾਂ ਨੂੰ ਜਿੱਤਣਾ ਆਉਂਦਾ, ਆਪਣਾ ਜਿਹੜਾ ਵਿਸ਼ਵਾਸ ਆਪਣੇ ਆਪ ਤੇ ਬਣਦਾ। ਸੋ ਮੈਂ ਅਰਜ਼ ਕਰੂੰਗਾ ਨਿਆਣਿਆਂ ਨੂੰ ਕਿ ਠੀਕ ਪੜ੍ਹਾਈ ਕਰੋ, ਪੜ੍ਹਾਈ ਬਹੁਤ ਜ਼ਰੂਰੀ ਆ, ਨਾਲ ਸਪੋਰਟਸ ਜ਼ਰੂਰ ਕਰੋ, ਭਾਵੇਂ ਘੰਟਾ, ਹਾਫ ਐਨ ਆਵਰ ਦਿਨੇ, ਸ਼ਾਮ ਨੂੰ ਐਕਸਰਸਾਈਜ਼ ਜ਼ਰੂਰ ਕਰੋ, ਹਾਫ ਐਨ ਆਵਰ ਟੂ 1 ਆਵਰ। ਇਹ ਚੀਜ਼ ਜਿਹੜੀ ਬਹੁਤ ਜ਼ਿਆਦਾ ਨੈਗਲੈਕਟ ਹੋ ਰਹੀ ਆ ਪੰਜਾਬ 'ਚ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਜੇ ਬੱਚਾ ਖੇਡਿਆ ਤੇ ਉਹ ਪੜ੍ਹ ਨਹੀਂ ਸਕਦਾ। ਪਰ ਸਭ ਤੋਂ ਸੋਹਣੇ ਖਿਡਾਰੀ ਹੀ ਜਿਹੜੇ ਆ ਉਹ ਅੱਗੇ ਪੜ੍ਹਾਈ 'ਚ ਵੀ ਅੱਗੇ ਆਉਂਦੇ ਆ। ਔਰ ਅਮਰੀਕਾ ਵਿੱਚ ਸਾਡੀ ਡਾਕਟਰੀ ਲਾਈਨ ਵਿੱਚ ਖਾਸ ਕਰਕੇ ਬਹੁਤ ਹੀ ਲੋਕਾਂ ਦਾ ਜਿਹੜਾ ਪਿਛੋਕੜ ਆ, ਪਿੱਛੋਂ ਆ, ਭਲਵਾਨ ਸੀ, ਰੈਸਲਰ ਸੀ। ਸੋ ਕਿਤੇ ਨਾ ਕਿਤੇ ਪਤਾ ਨਹੀਂ ਕਿਉਂ ਇਹ ਚੀਜ਼ ਪੰਜਾਬ ਦੇ ਵਿੱਚ ਵੜੀ ਕਿ ਤੁਸੀਂ ਖੇਡਾਂ ਨੂੰ ਐਜੂਕੇਸ਼ਨ ਦੇ ਨਾਲ ਮਿਕਸ ਨਹੀਂ ਕਰ ਸਕਦੇ। ਮੈਨੂੰ ਪਤਾ ਖਡੂਰ ਸਾਹਿਬ ਵਿੱਚ ਕਾਫੀ ਸੋਹਣਾ ਕੰਮ ਹੁੰਦਾ, ਹਾਕੀ ਦੀ ਅਕੈਡਮੀ ਆ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਰਜ਼ ਕਰਾਂ। ਔਰ ਕਿਤੇ ਇਹ ਨਾ ਸੋਚੋ ਕਿ ਜਿਹੜੀਆਂ ਖੇਡਾਂ ਹੁੰਦੀਆਂ ਉਹ ਕਿਤੇ ਮੁੰਡਿਆਂ ਵਾਲੀ ਹੁੰਦੀਆਂ, ਬੰਦਿਆਂ ਵਾਲੀ ਹੁੰਦੀਆਂ। ਜਿਹੜੀ ਓਲੰਪਿਕਸ ਆ ਓਨੀ ਹੀ ਉਹਦੇ ਵਿੱਚ ਫੀਮੇਲਸ ਹੁੰਦੀਆਂ ਜਿੰਨੀਆਂ ਮੇਲਸ ਹੁੰਦੀਆਂ। ਸੋ ਐਜ਼ ਅ ਫੀਮੇਲ ਤੁਹਾਨੂੰ ਆਪਣੇ ਰਾਈਟਸ ਪਤਾ ਹੋਣੇ ਚਾਹੀਦੇ ਆ। ਤੁਹਾਨੂੰ ਆਪਣੇ ਜਿਹੜੇ ਤੁਹਾਡੀ ਫਿਊਚਰ ਜਨਰੇਸ਼ਨਾਂ ਵਾ ਉਹਨਾਂ ਨੂੰ ਰਾਈਟਸ ਪਤਾ ਹੋਣੇ ਚਾਹੀਦੇ ਆ ਕਿ ਤੁਹਾਡੇ ਲਈ ਵੀ ਉਹ ਖੇਡਾਂ ਉਨੀਆਂ ਹੀ ਆ ਜਿੰਨੀਆਂ ਉਹ ਬੰਦਿਆਂ ਲਈ ਆ। ਸੋ ਹਰ ਇੱਕ ਖੇਡ ਜਿਹੜੀ ਬੰਦੇ ਖੇਡਦੇ ਤੁਸੀਂ ਖੇਡ ਸਕਦੇ ਹੋ, ਤੁਹਾਨੂੰ ਖੇਡਣੀਆਂ ਚਾਹੀਦੀਆਂ। ਔਰ ਜਿਹੜੇ ਲੋਕ ਤੁਹਾਨੂੰ ਰੋਕਦੇ ਆ ਖੇਡਣ ਤੋਂ, ਉਹਨਾਂ ਦੀ ਜਿਹੜੀ ਸੋਚ ਆ ਉਹ ਨਿੱਕੀ ਆ, ਉਹ ਛੋਟੀ ਆ, ਤੇ ਤੁਹਾਨੂੰ ਉਹਨਾਂ ਦੀ ਸੁਣਨ ਦੀ ਗੱਲ, ਉਹਨਾਂ ਨੂੰ ਸੁਣਨ ਦੀ ਲੋੜ ਕੋਈ ਨਹੀਂ। ਔਰ ਮੈਨੂੰ ਪਤਾ ਇਹ ਅਕਸਰ ਇਹ ਚੀਜ਼ ਹੁੰਦੀ ਆ, ਫੀਮੇਲਸ ਨੂੰ ਕਿਹਾ ਜਾਂਦਾ ਤੁਸੀਂ ਇਹ ਨਾ ਖੇਡੋ ਫॉर ਵਟਐਵਰ ਰੀਜ਼ਨ। ਮੈਂ ਤੁਹਾਨੂੰ ਚਾਹੂੰਗਾ ਕਿ ਤੁਸੀਂ ਅਰਜ਼ ਕਰੋ ਆਪਣੇ ਆਪ ਨੂੰ ਵੀ ਸਪੋਰਟਸ ਦੇ ਵਿੱਚ, ਭਾਵੇਂ ਐਕਸਰਸਾਈਜ਼ ਕਰੋ, ਤੇ ਜਿਹੜੇ ਤੁਹਾਡੀਆਂ ਫਿਊਚਰ ਜਨਰੇਸ਼ਨਸ ਹੋਣਗੀਆਂ, ਤੁਹਾਡੇ ਨਿਆਣੇ ਹੋਣਗੇ, ਉਹਨਾਂ ਨੂੰ ਵੀ ਜ਼ਰੂਰ ਅਰਜ਼ ਕਰੋ, ਭਾਵੇਂ ਉਹ ਫੀਮੇਲ ਆ ਭਾਵੇਂ ਮੇਲ ਆ। ਬਾਕੀ ਪਾਣੀ, ਵੱਧ ਤੋਂ ਵੱਧ ਪਾਣੀ ਜ਼ਰੂਰ ਪੀਓ। ਸੋਡਾ ਜਿਹੜੇ ਆ, ਬਾਕੀ ਚੀਜ਼ਾਂ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਨਿਆਣਿਆਂ ਨੂੰ ਵੀ ਕਰੋ ਐਟਲੀਸਟ 8 ਗਲਾਸ ਪਾਣੀ ਅਰਜ਼ ਕਰਦੇ ਹਾਂ ਅਸੀਂ ਫॉर ਹੈਲਥੀ ਲਿਵਿੰਗ। ਫਿਰ ਖੰਡ ਨਿਰਾ ਜ਼ਹਿਰ ਆ। ਮੈਂ ਤਾਂ ਸਿੱਧਾ ਇਹੋ ਹੀ ਕਹਿਣਾ ਕਿ ਜਿੱਥੇ ਚਾਹ ਆਪਣੇ ਪੰਜਾਬੀਆਂ ਦੀ ਫੇਵਰਟ ਆ, ਸੋ ਚਾਹ ਦੇ ਵਿੱਚ ਜਿੱਥੇ ਤੁਸੀਂ ਹਨੀ ਪਾ ਸਕਦੇ ਹੋ ਉੱਥੇ ਹਨੀ ਪਾਓ। ਜੇ ਜਿਹੜੀ ਖੰਡ ਆ ਉਹਨੂੰ ਨਿਰਾ ਜ਼ੀਰੋ ਕਰਨ ਦੀ ਕੋਸ਼ਿਸ਼ ਕਰੋ ਆਪਣੀ ਲਾਈਫ 'ਚੋਂ, ਭਾਵੇਂ ਘਰੇ ਨਾ ਵੜੋ, ਕਿਉਂਕਿ ਸ਼ੂਗਰ ਹੀ ਜੜ ਆ ਡਾਇਬੀਟੀਜ਼ ਦੀ, ਬਹੁਤ ਜ਼ਿਆਦੀਆਂ ਬਿਮਾਰੀਆਂ ਦੀ। ਸੋ ਅਰਜ਼ ਕਰਦਾ ਕਿ ਸ਼ੂਗਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਔਰ ਨਿਆਣਿਆਂ ਨੂੰ ਵੀ ਅਰਜ਼ ਕਰੋ ਕਿ ਸ਼ੂਗਰ ਜਿਹੜੀ ਆ, ਖੰਡ ਆ, ਉਹ ਕਿਉਂਕਿ ਇਹਨੂੰ ਸਲੋ ਕਿਲਰ ਮੰਨਿਆ ਜਾਂਦਾ, ਜਿੱਦਾਂ ਸਾਲਟ ਤੇ ਸ਼ੂਗਰ ਦੋਵਾਂ ਨੂੰ ਸਲੋ ਕਿਲਰ ਮੰਨਿਆ ਜਾਂਦਾ। ਇੱਕ ਦਿਨ 'ਚ ਨਹੀਂ ਮਾਰਦੇ, ਹੌਲੀ ਹੌਲੀ ਬੰਦੇ ਨੂੰ ਮਾਰਦੇ ਆ, ਥਰੂ ਡਾਇਬੀਟੀਜ਼, ਥਰੂ ਓਬੇਸਿਟੀ, ਥਰੂ ਅਦਰ ਪ੍ਰੋਬਲਮਸ। ਬਾਕੀ ਦਿਨ 'ਚ ਆਪਾਂ 3 ਖਾਣੇ ਖਾਂਦੇ ਆ, ਬ੍ਰੈਕਫਾਸਟ ਹੋਇਆ, ਲੰਚ ਹੋਇਆ, ਡਿਨਰ ਹੋਇਆ। ਸਦਾ ਹੀ ਜਿਹੜਾ ਬੱਚਾ ਪੜ੍ਹਨਾ, ਜਿਹਨੇ ਪੜ੍ਹਨਾ, ਉਹਦਾ ਬ੍ਰੈਕਫਾਸਟ ਹੈਵੀ ਹੋਣਾ ਚਾਹੀਦਾ।
ਸੋ ਮੈਂ ਅਰਜ਼ ਕਰੂੰਗਾ ਆਪਣੇ ਨਿਆਣਿਆਂ ਨੂੰ ਜ਼ਰੂਰ ਕਹੋ ਕਿ ਹੈਵੀ ਬ੍ਰੈਕਫਾਸਟ ਖਾ ਕੇ ਸਕੂਲੇ ਆਉਣ, ਇੰਨਾ ਵੀ ਨਾ ਹੈਵੀ ਕਰ ਲੈਣ ਪਰੌਂਠਿਆਂ ਨਾਲ ਕਿ ਆ ਕੇ ਸੌਂ ਹੀ ਜਾਣ, ਪਰ ਐਟਲੀਸਟ ਜਿਹੜਾ ਹੈਲਥੀ ਬ੍ਰੈਕਫਾਸਟ ਆ ਉਹਨੂੰ ਟਰਾਈ ਕਰਨ। ਔਰ ਹੈਵੀਐਸਟ ਮੀਲ ਆਫ ਦ ਡੇ ਸਦਾ ਬ੍ਰੈਕਫਾਸਟ ਹੋਣਾ ਚਾਹੀਦਾ। ਬਾਕੀ ਈਟ ਜਿਹੜੀ ਤੁਹਾਡਾ ਖਾਣੇ ਆ ਰੋਟੀ ਪਾਣੀ ਉਹਦੇ ਵਿੱਚ ਵੈਰਾਈਟੀ ਹੋਣੀ ਚਾਹੀਦੀ ਹੈ, ਮਤਲਬ ਕਿ ਫਰੂਟਸ ਐਂਡ ਵੈਜੀਟੇਬਲਸ, ਵੱਧ ਤੋਂ ਵੱਧ ਫਰੂਟਸ ਐਂਡ ਵੈਜੀਟੇਬਲਸ ਹੋਣੀਆਂ ਚਾਹੀਦੀਆਂ। ਤੇ ਜਿਹੜਾ ਭਾਰ ਆ ਉਹਨੂੰ ਜ਼ਰੂਰ ਮੋਨੀਟਰ ਕਰੋ। ਤੁਸੀਂ ਟੀਚਰ ਹੋ, ਜੇ ਤੁਹਾਨੂੰ ਲੱਗਣ ਦਾ ਕੋਈ ਬੱਚਾ ਮੋਟਾ ਹੁੰਦਾ, ਛੇਤੀ ਮੋਟਾ ਹੁੰਦਾ, ਹੋ ਸਕਦਾ ਕੋਈ ਮੈਡੀਕਲ ਪ੍ਰੋਬਲਮ ਹੋਵੇ, ਜਿੱਦਾਂ ਥਾਇਰੋਇਡ ਡਿਜ਼ੀਜ਼ ਦੇ ਵਿੱਚ ਬੱਚੇ ਅਕਸਰ ਛੇਤੀ ਭਾਰ ਵੱਧ ਜਾਂਦਾ ਤੇ ਬਹੁਤ ਤੇਜ਼ੀ ਨਾਲ। ਸੋ ਕਈ ਵਾਰੀ ਇਹ ਮੈਡੀਕਲ ਪ੍ਰੋਬਲਮ ਹੀ ਹੁੰਦੀ ਆ, ਪਤਾ ਨਹੀਂ ਲੱਗਦਾ ਨਿਆਣਿਆਂ ਨੂੰ। ਪਿੰਡਾਂ 'ਚ ਮੈਂ ਕਾਫੀ ਥਾਇਰੋਇਡ ਡਿਜ਼ੀਜ਼ ਦੇ ਪੇਸ਼ੈਂਟਸ ਡਾਇਗਨੋਸ ਕੀਤੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ, ਔਰ ਲੋਕੀ ਕਹਿੰਦੇ ਯਾਰ ਖਾਂਦਾ ਵੀ ਨਹੀਂ ਆ, ਮੋਟਾ ਵੀ ਹੋ ਜਾਂਦਾ, ਪਤਾ ਨਹੀਂ ਲੱਗ ਰਿਹਾ। ਔਰ ਮੈਨੀ ਟਾਈਮਸ ਉਹ ਐਕਚੁਅਲੀ ਅੰਡਰਲਾਈਨ ਥਾਇਰੋਇਡ ਡਿਜ਼ੀਜ਼ ਹੁੰਦਾ, ਜਿਹਦਾ ਈਜ਼ੀ ਟ੍ਰੀਟਮੈਂਟ ਹੈ। ਕੋਈ ਵੀ ਬਿਮਾਰੀ ਮੈਂ ਤੁਹਾਨੂੰ ਦੱਸਦਾ, ਜੇ ਟਾਈਮ ਸਿਰ ਫੜੀ ਜਾਵੇ ਉਹਨੂੰ ਅਸੀਂ ਬਿਮਾਰੀ ਮੰਨਦੇ ਹੀ ਨਹੀਂ ਆ, ਕਿਉਂਕਿ ਬਹੁਤ ਜ਼ਿਆਦਾ ਬਿਮਾਰੀਆਂ ਦੇ ਇਲਾਜ ਜਿਹੜੇ ਆ ਉਹ ਨੈਚੁਰਲ ਹੁੰਦੇ ਆ, ਮਤਲਬ ਐਕਸਰਸਾਈਜ਼ ਕਰ ਲਓ, ਵੇਟ ਲੂਜ਼ ਕਿੱਦਾਂ ਕਰ ਲਓ, ਬਟ ਤੁਹਾਨੂੰ ਗਾਈਡੈਂਸ ਦੀ ਲੋੜ ਹੁੰਦੀ ਆ। ਸੋ ਟੀਚਰਸ are also doctors. I mean, you're going to be spending the most time with the students. So je kise bacha koi bacha or there are so many diseases that go unnoticed in India because teachers are unaware. Je teachers hi unaware honge diseases de bare mein te oh kidda apne niyaanਿਆਂ ਨੂੰ ਫੜ ਸਕਦੇ for ਮਲਾ ਕਿ ਉੱਥੇ ਮਲਾ ਕਿ सॉरी एक मिनट सज्जनवीर जी अपने आप ने म्यूट कर लो। Sajanveer, mute yourself. Yes sir, sorry. No, it's fine. So you know, ਜੇ ਕੋਈ ਤੁਹਾਨੂੰ ਕੋਈ ਤੁਹਾਡੇ ਸਟੂਡੈਂਟ ਵਿੱਚ ਕੋਈ ਪ੍ਰੋਬਲਮ ਲੱਗ ਰਹੀ ਆ, ਮੇਬੀ ਉਹ ਅਟੈਂਸ਼ਨ ਨਹੀਂ ਦੇ ਪਾ ਰਿਹਾ ਜਾਂ ਉਹਦਾ ਭਾਰ ਜ਼ਿਆਦਾ ਵੱਧ ਰਿਹਾ, ਦੈਨ ਤੁਹਾਡੀ ਡਿਊਟੀ ਬਣ ਜਾਂਦੀ ਆ ਉਹਨੂੰ ਪੁਆਇੰਟ ਆਊਟ ਕਰਨਾ, ਉਹਦੇ ਪੇਰੈਂਟਸ ਨੂੰ ਪੁਆਇੰਟ ਆਊਟ ਕਰਨਾ ਕਿ ਓਕੇ ਮੇਬੀ ਦੇयर ਇਜ਼ ਸਮਥਿੰਗ ਰੋਂਗ, ਮੇਬੀ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਹੈ, ਕੋਈ ਮੈਡੀਕਲ ਪ੍ਰੋਬਲਮ ਹੈ। ਕਿਉਂਕਿ ਸ਼ਾਇਦ ਬਹੁਤ ਵਾਰੀ ਆਪਾਂ ਨੂੰ ਲੱਗਦਾ ਕਿ ਮੈਡੀਕਲ ਪ੍ਰੋਬਲਮਸ ਜਿਹੜੀਆਂ ਵਾ ਉਹ ਵੱਡੀ ਉਮਰ 'ਚ ਹੀ ਲੱਗਦੀਆਂ, ਬਟ ਤੁਸੀਂ ਹੈਰਾਨ ਹੋਗੇ ਜਿਹੜੀ ਟਾਈਪ 1 ਡਾਇਬੀਟੀਜ਼ ਆ ਉਹ ਅਕਸਰ 11, 12, 13, 14 ਸਾਲ ਦੀ ਉਮਰ 'ਚ ਲੱਗਦੀ ਆ। ਬਹੁਤ ਹੀ ਐਸੀਆਂ ਬਿਮਾਰੀਆਂ ਵਾ ਜਿਹੜੀਆਂ ਛੋਟੀ ਉਮਰ 'ਚ ਲੱਗਦੀਆਂ, ਬਟ ਅਗੇਨ ਉਹ ਇੱਕ ਟੀਚਰ ਦਾ ਪਿਆਰ ਹੈ ਆਪਣੇ ਸਟੂਡੈਂਟ ਦੇ ਪ੍ਰਤੀ ਜਿਹੜਾ ਉਹਨੂੰ ਵੇਖ ਪਾਉਂਦੀ ਆ। ਸੋ ਯੂ ਨੋ ਤੁਹਾਡੀ ਇਹ ਡਿਊਟੀ ਆ। ਕਈ ਵਾਰੀ ਇੱਕ ਬਿਮਾਰੀ ਹੁੰਦੀ ਹੈ ADHD, ਆਈ ਡੋਨਟ ਨੋ ਇੰਡੀਆ ਵਿੱਚ ਮੈਨੂੰ ਲੱਗਦਾ ਇਹ ਚੀਜ਼ ਕਿਸੇ ਨੇ ਸੁਣੀ ਵੀ ਨਹੀਂ ਹੋਣੀ। ਇਹ ਬਿਮਾਰੀ ਇਹ ਹੁੰਦੀ ਆ ਕਿ ਜਿਹੜੇ ਨਿਆਣੇ ਆ ਉਹ ਅਟੈਂਸ਼ਨ ਨਹੀਂ ਦੇ ਪਾਉਂਦੇ, ਐਂਡ ਉਹਦਾ ਵੀ ਅਗੇਨ ਈਜ਼ੀ ਟ੍ਰੀਟਮੈਂਟ ਹੁੰਦਾ, ਬਟ ਸਾਈਕੈਟ੍ਰਿਕ ਟ੍ਰੀਟਮੈਂਟ ਹੁੰਦਾ। ਬਟ ਸੋ ਯੂ ਨੋ ਪਲੀਜ਼ definitely pay attention to your kids. ਔਰ ਬਾਕੀ WhatsApp ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ। ਇੰਨੀਆਂ ਜ਼ਿਆਦੀਆਂ ਫੇਕ ਵੀਡੀਓਜ਼ ਮੈਂ ਹੁਣੇ ਕਿਸੇ ਨੇ ਭੇਜੀ, ਕੋਈ ਰਾਜਸਥਾਨ ਦਾ ਡਾਕਟਰ ਸੀ, ਉਹ ਕਰੋਨਾ ਵਾਇਰਸ ਤੋਂ ਦੱਸਣ ਦਿਆ ਕਿ ਏਦਾਂ ਹੱਥ ਦੇ ਮੁੱਠੀ ਮਾਰੋ, ਏਦਾਂ ਕਰੋ, ਪਤਾ ਨਹੀਂ 7 ਐਕਸਰਸਾਈਜ਼ਾਂ ਤੇ ਕਰੋਨਾ ਵਾਇਰਸ ਨਹੀਂ ਹੁੰਦੀ। ਆਈ ਮੀਨ ਯੂ ਨੋ ਤੁਸੀਂ ਸੁਸਾਇਟੀ ਦੇ ਲੀਡਰਸ ਹੋ, ਤੁਸੀਂ ਸੁਸਾਇਟੀ ਨੂੰ ਸਿੱਖਿਆ ਦੇਣੀ ਆ, ਤੇ ਜਦੋਂ ਵੀ ਕੋਈ ਤੁਹਾਡੇ ਅੱਗੇ ਕੋਈ ਐਸੀ WhatsApp ਵੀਡੀਓ ਆਵੇ ਪਲੀਜ਼ ਉਹਨੂੰ ਅੱਗੇ ਪਾਸ ਨਾ ਕਰੋ। ਮੈਂ ਨਹੀਂ ਕਹਿੰਦਾ ਪਿਛਲੇ ਨੂੰ ਰੋਕੋ, ਜੇ ਉਹਨੂੰ ਰੋਕ ਸਕਦੇ ਉਹਨੂੰ ਵੀ ਰੋਕੋ, ਤੇ ਜੇ ਅੱਗੇ ਤਾਂ ਨਾ ਪਲੀਜ਼ ਪਾਸ ਔਨ ਕਰੋ। ਕਿਉਂਕਿ ਜਿਹੜੀ ਟੀਚਰ ਕੋ ਜਿਹੜੀ ਵੀ ਚੀਜ਼ ਤੁਹਾਡੇ ਮੂੰਹ ਚੋਂ ਨਿਕਲਣੀ ਹੈ ਨਾ, ਜਿਹੜੀ ਚੀਜ਼ ਤੁਹਾਡੇ ਫੋਨ ਚੋਂ ਅੱਗੇ ਜਾਣੀ ਹੈ, ਸਮਝੋ ਕਿ ਉਹ ਜਿਹੜਾ ਅਗਲਾ ਵਾ ਉਹਨੇ ਉਹ ਚੀਜ਼ ਤੇ ਉਹਨੇ ਵਿਸ਼ਵਾਸ ਕਰਨਾ, ਕਿਉਂਕਿ ਤੁਸੀਂ ਟੀਚਰ ਹੋ, ਤੁਸੀਂ ਸੁਸਾਇਟੀ ਨੂੰ ਸਿੱਖਿਆ ਦੇਣੀ ਆ। ਤੁਹਾਡਾ ਇੱਕ ਇੱਕ ਲਫ਼ਜ਼ ਨਿਕਲਿਆ ਬਾਹਰ ਤੁਸੀਂ ਯਾਦ ਰੱਖੋ ਕਿ ਉਹਦਾ ਕੋਈ ਮੁੱਲ ਆ। ਸੋ the way you talk, the way you carry yourself, your role models, ਤੁਸੀਂ ਰੋਲ ਮਾਡਲਸ ਹੋ ਸੁਸਾਇਟੀ ਦੇ। ਸੋ ਕਿੱਦਾਂ ਤੁਸੀਂ ਤੁਰਨਾ ਉੱਦਾਂ ਹੀ ਤੁਹਾਡੇ ਯੰਗਸਟਰਸ ਨੇ ਤੁਰਨਾ। ਜਿਹੜੀਆਂ ਬਾਕੀ ਫੀਮੇਲਸ ਆ ਤੁਹਾਡੇ ਤੋਂ ਯੰਗ ਆ, ਤੁਹਾਨੂੰ ਤੁਹਾਡੇ ਮਾਂ ਪਿਓ ਨੇ ਸਕੂਲੇ ਪਾਇਆ, ਤੁਹਾਨੂੰ ਪੜ੍ਹਾਉਂਦੇ ਆ, ਜੇ ਤੁਸੀਂ ਉਹਨਾਂ ਦਾ ਨਾਂ ਉੱਚਾ ਕਰਦੇ ਜੋ, ਤੁਸੀਂ ਅੱਗੇ ਜਾਂਦੇ ਜੋ, ਇੱਕ ਚੀਜ਼ ਇੱਕ ਐਗਜ਼ਾਮਪਲ ਬਣਦੇ ਜੋ, ਲੋਕੀ ਕਹਿਣਗੇ ਹਾਂ ਬਈ ਉਹਦੀ ਕੁੜੀ ਉੱਦਾਂ, ਉਹ ਵੇਲਾ ਹੁਣ ਕਿੱਡੀ ਵੱਡੀ ਟੀਚਰ ਬਣੀ ਆ, ਠੀਕ ਹੈ ਨਾ। ਪਰ ਜੇ ਤੁਸੀਂ ਉਹ ਚੀਜ਼ ਨਹੀਂ ਕਰ ਪਾਉਂਦੇ ਤੇ ਲੋਕਾਂ ਨੇ ਉਹੀ ਗੱਲ ਦੂਜੇ ਬੰਨੇ ਕਿ ਵੇਖੋ ਬਈ ਉਹਨੇ ਕੁੜੀ ਪੜ੍ਹਾਈ ਹੀ, ਵੇਖੋ ਉਹ ਤੇ ਪੜ੍ਹੀ ਨਹੀਂ। ਸੋ ਮੈਂ ਸੌਰੀ ਹਾਂ ਕਿ ਇਹ ਮੈਂ ਗੱਲ ਕਰ ਰਿਹਾ, ਪਰ ਤੁਹਾਡੇ ਉੱਤੇ ਬਹੁਤ ਜ਼ਿਆਦਾ ਬੋਝ ਆ, ਕਿਉਂਕਿ ਫॉर द ਫਸਟ ਟਾਈਮ ਆਫਟਰ ਅ ਲੌਂਗ ਟਾਈਮ, ਵੈਸੇ ਤੇ ਸਿੱਖੀ ਵਿੱਚ ਅਗੇਨ ਫੀਮੇਲ ਮੇਲ ਦੇ ਵਿੱਚ ਕੋਈ ਡਿਫਰੈਂਸ ਨਹੀਂ, ਉਹਨਾਂ ਹੀ ਉਹਨਾਂ ਦਾ ਰੋਲ ਬਣਦਾ ਸੁਸਾਇਟੀ, ਪਰ ਪ੍ਰੈਸ ਹੋਇਆ ਸੀ ਔਰ ਲੱਗਦਾ, ਪਰ ਹੁਣ ਲੋਕ ਜਾਗ ਰਹੇ ਆ, ਫਿਰ ਆਪਣੇ ਫੀਮੇਲ ਚਾਈਲਡ ਨੂੰ ਪੜ੍ਹਾਉਣ ਦੇ ਆ, ਜਿਹੜੇ ਲੋਕ ਮਾਰਦੇ ਸੀ ਜਨਾਨੀਆਂ ਨੂੰ, ਛੋਟੇ ਬੇਬੀਜ਼ ਨੂੰ, ਬੱਚੀਆਂ ਨੂੰ, ਉਹ ਸ਼ਾਇਦ ਘਟਣ ਦਿਆ ਕਿਸੇ ਹੱਦ ਤੱਕ।
ਪਰ ਉਹ ਤੁਹਾਡੇ ਉੱਤੇ ਆ ਕਿ ਉਹ ਚੀਜ਼ ਜਾਰੀ ਰਹਿਣੀ ਹੈ ਕਿ ਉਹ ਆਪਾਂ ਪਿੱਛੇ ਵਾਪਸ ਉਹਦੇ ਬਣ ਜਾਣਾ। ਸੋ ਗੁੱਡ ਲੱਕ ਟੂ ਯੂ ਗਾਇਜ਼, ਆਈ ਨੋ ਤੁਹਾਡਾ ਰੋਲ ਬਹੁਤ ਟਫ ਆ, ਪਰ ਪਲੀਜ਼ ਕੰਟੀਨਿਊ। ਬਾਕੀ ਕਰੋਨਾ ਦਾ ਟਾਈਮ ਚੱਲ ਰਿਹਾ, ਮੈਂ ਤੁਹਾਨੂੰ 2-4 ਟਿਪਸ ਕਰੋਨਾ ਦੇ ਉੱਪਰ ਦੱਸਦਾ। ਇੱਕ ਤੇ ਕਰੋਨਾ ਸੱਚੀ ਇੱਕ ਬਿਮਾਰੀ ਆ, ਮੈਂ ਹਸਪੀਟਲ 'ਚ ਫੇਸ ਕਰ ਰਿਹਾ ਹੁਣ, ਆਲਮੋਸਟ ਮੇਰਾ 3rd ਵੀਕ ਡਾਊਨ ਆ। ਮੈਂ ਕਰੋਨਾ ਦੇ ਵਿੱਚ ਮੇਰੀ ਡਿਊਟੀ ਲੱਗੀ ਆ, ਔਰ ਜਦੋਂ ਕੋਈ ਪੇਸ਼ੈਂਟ ਸਾਹ ਨਹੀਂ ਲੈ ਪਾਉਂਦਾ, ਉਹਦਾ ਹਾਲ ਮੈਂ ਤੁਹਾਡੇ ਅੱਗੇ ਦੱਸਾਂ ਕਿ ਕਿੰਨੀ ਉਹ ਅਸੀਂ ਹੈਲਪਲੈਸ ਹੋ ਜਾਂਦੇ ਉਸ ਟਾਈਮ ਤੇ। ਸੋ ਕਰੋਨਾ ਪਲੀਜ਼ ਇਹ ਕੋਈ ਮਜ਼ਾਕ ਨਹੀਂ ਆ, ਇਹ ਕੋਈ ਸਰਕਾਰੀ ਬਣਾਈ ਚੀਜ਼ ਨਹੀਂ ਆ, ਇਹ ਐਕਚੁਅਲ ਵਿੱਚ ਇੱਕ ਰਿਐਲਿਟੀ ਵਿੱਚ ਇੱਕ ਬਿਮਾਰੀ ਆ, ਅਸੀਂ ਫੇਸ ਕਰ ਰਹੇ ਹਾਂ। ਆਉਣ ਵਾਲੀ ਜਨਵਰੀ ਤੱਕ ਹੋਪਫੁਲੀ ਇੱਕ ਵੈਕਸੀਨ ਤੁਹਾਡੇ ਅੱਗੇ ਹੋਊਗੀ, ਪਰ ਇੰਡੀਆ ਤੱਕ ਪਹੁੰਚਣ ਨੂੰ, ਪਿੰਡਾਂ ਤੱਕ ਪਹੁੰਚਦੀ ਉਹਨੂੰ ਮਾਰਚ, ਅਪ੍ਰੈਲ, ਜੂਨ ਤੱਕ ਟਾਈਮ ਲੱਗ ਜਾਣਾ। ਸੋ ਆਉਣ ਵਾਲੇ ਐਟਲੀਸਟ 6-7 ਮਹੀਨੇ ਸਾਨੂੰ ਇਹਦੇ ਨਾਲ ਸਟਰਗਲ ਕਰਨੀ ਪੈਣੀ ਆ ਜੇ ਅੱਗੇ। ਈਵਨ ਦੋ ਦਸੰਬਰ, ਜਨਵਰੀ ਤੱਕ ਵੈਕਸੀਨ ਅਮਰੀਕਾ ਵਿੱਚ ਰਿਲੀਜ਼ ਹੋ ਜੂਗੀ, ਜਿਹਦੀ ਪ੍ਰੋਪਰਲੀ ਟੈਸਟਡ ਆ। ਰਸ਼ੀਆ ਤੋਂ ਵੈਕਸੀਨ ਆਈ ਸੀ, ਪਰ ਅਗੇਨ ਉਹ ਪ੍ਰੋਪਰਲੀ ਟੈਸਟਡ ਨਹੀਂ ਸੀ, ਇਸ ਲਈ ਉਹ ਮਾਰਕੀਟ ਵਿੱਚ ਇੰਨੀ ਚੱਲ ਨਹੀਂ ਰਹੀ, ਨਾ ਹੀ ਚੱਲਣੀ ਚਾਹੀਦੀ ਹੈ। ਕਿਉਂਕਿ ਇੱਕ ਵੈਕਸੀਨ ਬਣਾਉਣ ਨੂੰ ਸਾਨੂੰ ਯੂਜਲੀ 4-5 ਸਾਲ ਦਾ ਸਮਾਂ ਚਾਹੀਦਾ ਹੁੰਦਾ, ਜਿਹਦੇ 'ਚ ਅਸੀਂ ਪ੍ਰੋਪਰ ਵੈਕਸੀਨ ਟੈਸਟ ਕਰਦੇ ਹਾਂ, ਉਹਦੇ ਸਾਈਡ ਇਫੈਕਟ ਸਾਨੂੰ ਪਤਾ ਲੱਗਦੇ ਆ। ਸੋ ਪ੍ਰੋਪਰ ਵੈਕਸੀਨ ਆਉਣ ਨੂੰ ਅਜੇ ਐਟਲੀਸਟ 4 ਮਹੀਨੇ ਲੱਗਣਗੇ, 3 ਮਹੀਨੇ ਲੱਗਣਗੇ। ਫਿਰ ਅੱਗੇ ਉਹਦੇ ਜਿਹੜੀ ਸਾਈਡ ਇਫੈਕਟ ਪ੍ਰੋਫਾਈਲਸ ਆ ਉਹਨੂੰ ਅੱਗੇ ਆਉਣ ਨੂੰ 1 ਸਾਲ 2 ਸਾਲ ਲੱਗ ਸਕਦੇ ਆ। ਸੋ ਫॉर ਨਾਓ ਹਜੇ ਤੱਕ ਵੈਕਸੀਨ ਨਹੀਂ ਆਈ, ਪਰ ਆ ਜਾਊਗੀ। ਬਾਕੀ ਮਾਸਕ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਜਦੋਂ ਤੁਸੀਂ ਬਾਹਰ ਜਾਂਦੇ ਹੋ। ਅਗੇਨ ਦ ਬਿਗੇਸਟ ਵੇ ਇਹ ਜਿਹੜੀ ਵਾਇਰਸ ਆ ਤੁਹਾਡੇ ਤੱਕ ਪਹੁੰਚੂਗੀ ਉਹ ਆ ਜੇ ਤੁਸੀਂ ਤੁਹਾਡਾ ਮੂੰਹ ਤੇ ਤੁਹਾਡੀਆਂ ਅੱਖਾਂ ਕਵਰਡ ਨਹੀਂ ਆ। ਜੇ ਤੁਹਾਡੀਆਂ 2 ਚੀਜ਼ਾਂ ਕਵਰਡ ਆ, ਮੂੰਹ, ਨੱਕ ਤੇ ਅੱਖਾਂ, ਵਾਇਰਸ ਅੰਦਰ ਨਹੀਂ ਜਾ ਸਕਦੀ। ਜੇ ਤੁਸੀਂ ਮਾਸਕ ਪਾਉਂਦੇ ਜੋ ਉਹਨੂੰ ਪਿੱਛੋਂ ਕਰਕੇ ਲਾ ਕੇ ਸੁੱਟ ਦਿਓ, ਜੇ ਤੁਸੀਂ ਕਿਸੇ ਵੀ ਚੀਜ਼ ਨਾਲ ਲਪੇਟਿਆ ਆਪਣਾ ਮੂੰਹ, ਉਹਨੂੰ ਪਿੱਛੋਂ ਕਰਕੇ ਲਵਾ ਕੇ ਸੁੱਟ ਦਿਓ, ਉੱਥੇ ਅੱਗੇ ਹੱਥ ਨਾ ਲਾਓ, ਤੇ ਆ ਕੇ ਤੁਸੀਂ ਹੱਥ ਧੋ ਲਓ, ਆਪਣਾ ਸਰੀਰ ਧੋ ਲਓ, ਮਤਲਬ ਕਿ ਆਪਣੇ ਜਿਹੜੇ ਕੱਪੜੇ ਪਾਏ ਉਹ ਧੋ ਲਓ, ਤੇ ਤੁਹਾਨੂੰ ਇਨਫੈਕਸ਼ਨ ਤੁਹਾਡੇ ਅੰਦਰ ਨਹੀਂ ਜਾ ਸਕਦੀ। ਸੋ ਮਾਸਕ ਇਜ਼ ਦ ਬਿਗੇਸਟ ਥਿੰਗ। ਹੈਂਡ ਵਾਸ਼ਿੰਗ, ਪ੍ਰੋਪਰ ਜਿਹੜਾ ਤੁਹਾਡਾ ਹਾਈਜੀਨ ਆ, ਤੇ ਸੋਸ਼ਲ ਡਿਸਟੈਂਸਿੰਗ। ਭਾਵੇਂ ਮਾਸਕ ਪਾਇਆ ਵੀ ਆ, ਟਰਾਈ ਕਰੋ। ਇਸ ਲਈ ਤੁਹਾਡੀ ਆਨਲਾਈਨ ਕਲਾਸਾਂ ਲੱਗ ਰਹੀਆਂ ਕਿ ਸੋਸ਼ਲ ਡਿਸਟੈਂਸ ਕਰ ਸਕੋ। 6 ਫੀਟ ਦਾ ਦੱਸਿਆ ਗਿਆ, ਪਰ ਮੈਂ ਤੇ ਕਹਾਂਗਾ 10 ਫੀਟ 12 ਫੀਟ ਜਿੰਨਾ ਵੀ ਕਹੋਗੇ। 6 ਫੁੱਟ ਦੇ ਪਿੱਛੇ ਇੱਕ ਰਿਸਰਚ ਸਟੱਡੀ ਸੀ 1920s ਦੀ, ਜਿਹੜਾ ਦੱਸਦਾ ਕਿ ਤੁਹਾਡੇ ਜਿਹੜਾ ਥੁੱਕ ਆ ਤੁਹਾਡੇ ਮੂੰਹ ਤੋਂ ਕਿੰਨੀ ਦੇਰ ਤੱਕ ਟਰੈਵਲ ਕਰ ਸਕਦਾ। ਹੁਣ ਤੁਹਾਨੂੰ ਵੀ ਪਤਾ ਕਿ ਜਿਹੜੇ ਲੋਕ ਤਕੜੇ ਹੁੰਦੇ ਕਹ ਲਓ, ਉਹਨਾਂ ਦਾ ਥੁੱਕ 20 ਫੁੱਟ ਤੱਕ ਵੀ ਜਾ ਸਕਦਾ। ਸੋ ਦੇयर इज नो ਸਚ ਥਿੰਗ ਐਜ਼, ਇਟਸ ਨਾਟ ਅ ਮੈਜਿਕ ਰੂਲ। ਇਹ ਜਿਹੜਾ 6 ਫੁੱਟ ਦਾ ਰੂਲ ਹੈ, ਇਹ ਬਸ ਉਦਾਂ ਹੀ ਕੱਢੇ ਰੂਲ ਸਮਝ ਲਓ ਤੁਸੀਂ ਹੈਗਾ। ਕਵਰ ਯੋਰ ਮਾਊਥ, ਜਦੋਂ ਤੁਸੀਂ ਛਿੱਕ ਮਾਰਦੇ ਜੋ ਨਿਆਣਿਆਂ ਨੂੰ ਕਹੋ, ਜਿਹੜਾ ਪ੍ਰੋਪਰ ਵੇ ਇੱਦਾਂ ਨਹੀਂ ਆ, ਐਕਚੁਅਲੀ ਜਿਹੜਾ ਪ੍ਰੋਪਰ ਵੇ ਆ ਤੁਹਾਡੀ ਜਿਹੜੀ ਆਰਮ ਆ ਉਹਦੇ ਨਾਲ ਆਪਣੇ ਮੂੰਹ ਕਵਰ ਕਰੋ ਜਦੋਂ ਤੁਸੀਂ ਛਿੱਕ ਮਾਰਦੇ ਜੋ। ਵੈਨ ਯੂ ਸਨੀਜ਼ ਯੂ ਹੈਵ ਟੂ ਕਵਰ ਯੋਰ ਮਾਊਥ, ਕਿਉਂਕਿ ਜਦੋਂ ਆਪਾਂ ਸਨੀਜ਼ ਕਰਦੇ ਹਾਂ ਉਦੋਂ ਜਿਹੜੇ ਪਾਰਟੀਕਲਸ ਆ ਜ਼ਿਆਦਾ ਟਰੈਵਲ ਕਰਦੇ ਆ। ਬਾਕੀ ਮੋਨੀਟਰ ਫॉर ਸਾਈਨਸ, ਫੀਵਰ, ਸ਼ਾਰਟਨੈਸ ਆਫ ਬ੍ਰੈਥ, ਬੁਖਾਰ ਹੁੰਦਾ, ਸਾਹ 'ਚ ਪ੍ਰੋਬਲਮ ਆਉਂਦੀ ਆ, ਇਹ ਜਿਹੜੇ ਬਿਗੇਸਟ ਸਾਈਨ ਆ। ਬਾਕੀ ਕੌਫ, ਖੰਘ ਆਉਂਦੀ ਆ, ਇਹ ਬਿਗੇਸਟ ਸਾਈਨ ਆ ਕਰੋਨਾ ਵਾਇਰਸ ਦੇ। ਜਦ ਮੈਂ ਇੱਥੇ ਪੇਸ਼ੈਂਟਸ ਦੇ ਕਾਫੀ ਫੋਨ ਆਉਂਦੇ ਮੈਨੂੰ, ਔਰ ਮੈਂ ਸਦਾ ਤੱਕ ਇਹ ਕਹਿਣਾ, ਜਦ ਤੱਕ ਬੁਖਾਰ, ਜੇ ਬੁਖਾਰ ਹੀ ਆ ਤੁਸੀਂ ਘਰੇ ਟ੍ਰੀਟ ਕਰ ਸਕਦੇ ਜੋ। ਪੈਰਾਸੀਟਾਮੋਲ ਮਤਲਬ ਕਿ 500 ਮਿਲੀਗ੍ਰਾਮ ਜਾਂ 1000 ਮਿਲੀਗ੍ਰਾਮ ਦੀਆਂ 2 ਗੋਲੀਆਂ ਤੁਸੀਂ ਇੱਕ ਟਾਈਮ ਤੇ ਲੈ ਸਕਦੇ ਜੋ, ਦਿਨ 'ਚ 4 ਵਾਰੀ। ਸੋ ਪੈਰਾਸੀਟਾਮੋਲ ਇੱਕ ਬਹੁਤ ਵਧੀਆ ਟ੍ਰੀਟਮੈਂਟ ਆ ਫੀਵਰ ਨੂੰ ਡਾਊਨ ਕਰਨ ਲਈ। ਸੋ ਜੇ ਤੁਹਾਨੂੰ ਇਕੱਲੀ ਫੀਵਰ ਹੀ ਆ, ਖੰਘ ਹੀ ਆ, ਤੁਸੀਂ ਘਰੇ ਰਹਿ ਸਕਦੇ ਜੋ। ਪਰ ਜਦੋਂ ਤੁਹਾਨੂੰ ਸਮਝ ਲਓ ਕਿ ਡਿਜ਼ੀਨੈਸ ਹੋਣ ਲੱਗ ਪਈ ਆ, ਜਾਂ ਸਾਹ ਲੈਣ 'ਚ ਪ੍ਰੋਬਲਮ ਜ਼ਿਆਦਾ ਆ ਜਾਂਦੀ ਆ, ਸਾਹ ਲੈਣ 'ਚ ਜਿਹੜੀ ਪ੍ਰੋਬਲਮ ਆਈ, ਉਦੋਂ ਤੁਹਾਨੂੰ ਹਸਪੀਟਲ ਜਾਣਾ ਬਹੁਤ ਜ਼ਰੂਰੀ ਆ। ਸੋ ਤੁਸੀਂ ਗਾਈਡ ਕਰ ਸਕਦੇ ਜੋ ਪੇਸ਼ੈਂਟ ਨੂੰ, ਓਕੇ ਜੇ ਫੀਵਰ ਹੀ ਆ ਤੁਸੀਂ ਘਰੇ ਰਹਿ ਸਕਦੇ ਹੋ, ਪਾਣੀ ਪੀਓ, ਜਿਹੜੇ ਆਪਣੇ ਦੇਸੀ ਇਲਾਜ ਆ ਉਹ ਟਰਾਈ ਕਰੋ ਵੱਧ ਤੋਂ ਵੱਧ ਯੂਜ਼ ਕਰਨ ਦੀ। ਪਰ ਜੇ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਤੁਹਾਨੂੰ ਸਾਹ ਲੈਣ 'ਚ ਵੀ ਪ੍ਰੋਬਲਮ ਆਉਂਦੀ ਹੈ, ਦੈਨ ਯੂ ਹੈਵ ਟੂ ਗੋ ਟੂ ਦਾ ਹਸਪੀਟਲ, ਕਿਉਂਕਿ ਉਹ ਐਸੀਆਂ ਚੀਜ਼ਾਂ ਅਸੀਂ ਤੁਹਾਨੂੰ ਦੇ ਸਕਦੇ ਹਾਂ। ਵੈਸੇ IV ਫਲੂਇਡਸ ਆ, ਹੋਰ ਵੀ ਨਵੀਆਂ ਦਵਾਈਆਂ ਮਾਰਕੀਟ ਤੇ ਆਈਆਂ, ਜਿੱਦਾਂ ਰੈਮਡੈਸਿਵੀਰ। ਸੋ TV ਤੇ ਮੈਂ ਸੁਣ ਰਿਹਾ ਉਹ ਕਰੋਨਾ ਵਾਇਰਸ ਦੀ, ਆਮ ਰੀਅਲੀ ਸੌਰੀ, ਮੈਂ ਉਹਨਾਂ ਨੂੰ ਪਸੰਦ ਕਰਦਾ, ਇੱਕ ਲੁਧਿਆਣੇ ਦੇ MLA ਆ, ਬਹੁਤ ਵਧੀਆ ਕੰਮ ਕਰਦੇ ਆ। ਬਟ ਜਦੋਂ ਇੱਥੇ ਗੱਲ ਆਈ, ਡਾਕਟਰਾਂ ਨੂੰ ਤੁਸੀਂ ਕੁਐਸਚਨ ਕਰਨ ਲੱਗ ਪਏ, ਤੁਸੀਂ ਇਹ ਕਹਿੰਦੇ ਜੋ ਕਿ ਕੋਈ ਦਵਾਈ ਨਹੀਂ ਹੈਗੀ ਕਰੋਨਾ ਵਾਇਰਸ ਦੀ, ਵਿਚ ਇਜ਼ ਨਾਟ ਟਰੂ। ਸਾਡੇ ਕੋਲ ਦਵਾਈ ਹੈਗੀ ਆ। ਇਹ ਨਹੀਂ ਕਿ ਸਾਨੂੰ ਦਵਾਈ ਅਸੀਂ ਉਹ ਵਾਇਰਸ ਨੂੰ ਹੀ ਹਿੱਟ ਕਰਕੇ ਉਹਨੂੰ ਮਾਰ ਸਕਦੇ ਹਾਂ। ਤੁਹਾਡਾ ਇਮਿਊਨ ਸਿਸਟਮ ਸਟਰੋਂਗ ਕਰਕੇ, ਤੁਹਾਨੂੰ ਫਲੂਇਡਸ ਦੇ ਕੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਉਸ ਟਾਈਮ ਤੇ ਲੋੜ ਆ, ਉਹ ਸਾਰੀਆਂ ਤੁਹਾਡੇ ਅੰਦਰ ਪਾ ਕੇ
ਅਸੀਂ ਤੁਹਾਨੂੰ ਬੈਕਅਪ ਕਰ ਸਕਦੇ ਹਾਂ, ਤੁਹਾਨੂੰ ਉਹ ਇੰਨਾ ਤਕੜਾ ਕਰ ਸਕਦੇ ਹਾਂ ਕਿ ਤੁਸੀਂ ਉਹ ਇਨਫੈਕਸ਼ਨ ਨੂੰ ਲੜ ਸਕੋ। ਮੈਂ ਆਪਣੀ ਟਾਕ ਫਿਨਿਸ਼ ਕਰਦਾ ਕਰਦਾ ਇੱਕ ਲਾਸਟ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ। ਉਹ ਇਹ ਆ ਕਿ ਜੇ ਸਾਡੇ ਡਾਕਟਰਾਂ ਦੇ ਉੱਪਰੋਂ ਸਾਡਾ ਵਿਸ਼ਵਾਸ ਉੱਠਿਆ, ਉਹ 'ਚ ਸਾਡੀ ਗਲਤੀ ਆ, ਉਹ ਟੀਚਰਾਂ ਦੀ ਗਲਤੀ ਹੈ, ਕਿਉਂਕਿ ਉਹ ਟੀਚਰ ਉਹ ਡਾਕਟਰ ਨਹੀਂ ਬਣਾ ਸਕੇ ਜਿਹੜੇ ਡਾਕਟਰ ਸੁਸਾਇਟੀ ਦੇ ਵਿੱਚ ਰਹਿਣ ਯੋਗ ਆ। ਕਿਉਂਕਿ ਆਂਦੇ ਆ ਜਦੋਂ ਕੋਈ ਗਰੀਬ ਦਾ ਬੱਚਾ ਡਾਕਟਰ ਬਣਦਾ ਨਾ, ਉਹ ਵਾਪਸ ਉਸ ਪਿੰਡ ਆਉਂਦਾ, ਉਹ ਆਪਣੇ ਲੋਕਾਂ ਵਿੱਚ ਆਉਂਦਾ, ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ। ਪਰ ਜਦੋਂ ਕੋਈ ਡੋਨੇਸ਼ਨਾਂ ਦੇ ਕੇ ਪੈਸੇ ਦੇ ਕੇ ਡਾਕਟਰ ਬਣਦੇ ਆ ਨਾ, ਜਦੋਂ ਅਮੀਰਾਂ ਦੇ ਬੱਚੇ ਡਾਕਟਰ ਬਣਦੇ ਆ, ਉਹ ਪਹਿਲਾਂ ਵੇਖਦੇ ਆ ਕਿ ਅਸੀਂ ਅਮਰੀਕਾ ਕਿੱਦਾਂ ਪਹੁੰਚਣਾ, ਕੈਨੇਡਾ ਕਿੱਦਾਂ ਪਹੁੰਚਣਾ, ਜਰਮਨੀ ਕਿੱਦਾਂ ਪਹੁੰਚਣਾ, ਅਸੀਂ ਇੱਥੋਂ ਗੰਦ ਚੋਂ ਨਿਕਲ ਕੇ ਬਾਹਰ ਕਿੱਦਾਂ ਜਾਣਾ, ਤੇ ਵਾਪਸ ਅਸੀਂ ਵੇਖਣਾ ਵੀ ਨਹੀਂ ਆਪਣੇ ਵੱਲ, ਕਿਉਂਕਿ ਅਸੀਂ ਉੱਥੋਂ ਉਹਨਾਂ ਤੋਂ ਅਸੀਂ ਬੈਟਰ ਆ। ਸੋ ਟੀਚਰਾਂ ਦਾ ਰੋਲ ਬਣਦਾ ਆਪਣੇ ਨਿਆਣਿਆਂ ਨੂੰ ਦੱਸਣ ਦਾ ਕਿ ਇਹ ਧਰਤੀ ਕਿਹਦੀ ਧਰਤੀ ਆ, ਇਹ ਧਰਤੀ ਕਿੰਨੀ ਸੋਹਣੀ ਧਰਤੀ ਹੈ, ਧਰਤੀ ਨੂੰ ਪਿਆਰ ਕਰੋ। ਅਗੇਨ ਸਾਇੰਸ ਮੈਥ ਤੋਂ ਵੱਧ ਕੇ ਤੁਹਾਨੂੰ ਇੱਕ ਚੰਗਾ ਇਨਸਾਨ ਬਣਨਾ ਆਉਣਾ ਚਾਹੀਦਾ। ਉਹ ਜਿਹੜੇ ਪਾਪੀ ਲੋਕ, ਜਿਹੜੇ ਭਾਵੇਂ ਟੀਚਰ ਨੇ, ਭਾਵੇਂ ਉਹ ਡਾਕਟਰ ਨੇ, ਜਿਹੜੇ ਡਾਕਟਰ ਦਾ ਮਾਸਕ ਪਾ ਕੇ ਤੇ ਅੱਗੇ ਆਪਣੇ ਆਪ ਨੂੰ ਵੇਚਦੇ ਆ, ਆਪਣੇ ਪੇਸ਼ੈਂਟਸ ਨੂੰ ਲੁੱਟਦੇ ਆ, ਜਾਂ ਉਹ ਟੀਚਰ ਜਿਹੜੇ ਆਪਣੇ ਨਿਆਣਿਆਂ ਦੀ ਟੇਕ ਕੇਅਰ ਨਹੀਂ ਕਰਦੇ, ਉਹ ਇਸੇ ਲਈ ਉੱਥੇ ਬਣੇ ਕਿਉਂਕਿ ਉਹਨਾਂ ਨੂੰ ਪ੍ਰੋਪਰ ਸਿੱਖਿਆ ਨਹੀਂ ਮਿਲੀ। ਸੋ ਟੀਚਰਸ ਆ, ਮੈਂ ਅੱਜ ਤੱਕ ਆਪਣੇ ਟੀਚਰਸ ਦੀ ਰਿਸਪੈਕਟ ਕਰਦਾ। ਮੈਂ ਇੱਕ ਟੀਚਰ ਦਾ ਮੈਨੂੰ ਯਾਦ ਹੈ ਜਿਹਨਾਂ ਮੈਡੀਕਲ ਸਕੂਲ ਕਾਲਜ ਆ ਪਿੱਛੇ, ਔਰ ਮੈਂ ਹਰ ਇੱਕ ਵਾਰੀ ਟਰਾਈ ਕਰਦਾ ਜਦੋਂ ਮੈਂ ਪੰਜਾਬ 'ਚ ਆਉਂਦਾ, ਮੈਂ ਉਹਨਾਂ ਨੂੰ ਮਿਲਦਾ, ਕਿਉਂਕਿ ਉਹਨਾਂ ਨੇ ਮੈਨੂੰ ਇਹ ਸਿੱਖਿਆ ਐਸੀ ਦਿੱਤੀ, ਉਹ ਲੜਨ ਦੀ ਸਿੱਖਿਆ ਮੈਨੂੰ ਟੀਚਰਸ ਤੋਂ ਆਈ। ਮਾਂ ਪਿਓ, ਦਾਦਾ ਦਾਦੀ, ਚਾਚੇ ਤਾਏ, ਉਹਨਾਂ ਦੀ ਸਿੱਖਿਆ ਅਲੱਗ ਆ, ਉਹ ਵੀ ਬਹੁਤ ਜ਼ਰੂਰੀ ਸਿੱਖਿਆ ਵਾ ਉਹ, ਪਰ ਜਿਹੜੀ ਟੀਚਰ ਦੀ ਸਿੱਖਿਆ ਵਾ ਉਸ ਦੀ ਸਿੱਖਿਆ ਵਾ। ਨਿਆਣੇ ਨੂੰ ਕੁੱਟੇ ਹੋਣਾ, ਐਸੇ ਨਿਆਣੇ ਆ ਪਿੰਡਾਂ 'ਚ ਜਿਹੜੇ ਵਿਚਾਰੇ ਸਕੂਲ ਨਹੀਂ ਜਾਂਦੇ, ਬੁਖਾਰ ਚੜ ਜਾਂਦਾ ਕਿਉਂਕਿ ਟੀਚਰਾਂ ਉਹਨਾਂ ਨੂੰ ਕੁੱਟਦੀਆਂ, ਕੁੱਟ ਕੇ ਪੜ੍ਹਾਈ ਨਹੀਂ ਹੁੰਦੀ। ਅਮਰੀਕਾ 'ਚ ਕੋਈ ਵੀ ਬੱਚਾ, ਕੋਈ ਵੀ ਟੀਚਰ ਆਪਣੇ ਨਿਆਣਿਆਂ ਨੂੰ ਕੁੱਟਦਾ ਨਹੀਂ। ਰਿਸਪੈਕਟ ਤੁਸੀਂ ਕਦੇ ਵੀ ਕਿਸੇ ਦੀ ਕੁੱਟ ਕੇ ਨਹੀਂ ਲੈ ਸਕਦੇ। ਪਿਆਰ ਨਾਲ ਜਿਹੜੀ ਰਿਸਪੈਕਟ ਆ, ਉਹ ਸਭ ਤੋਂ ਵੱਡੀ ਰਿਸਪੈਕਟ ਹੁੰਦੀ ਆ। ਸੋ ਨਿਆਣਿਆਂ ਨੂੰ ਕੁੱਟੋ ਨਾ, ਨਿਆਣਿਆਂ ਨੂੰ ਪੜ੍ਹਾਓ, ਉਹਨਾਂ ਨੂੰ ਇੰਨਾ 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 ਸੋਹਣਾ ਸਿਖਾਓ ਕਿ ਉਹਨਾਂ ਨੂੰ ਪੜ੍ਹਾਈ ਨਾਲ ਪਿਆਰ ਹੋ ਜਾਏ। ਇਹ ਅਮਰੀਕਾ ਦੇ ਵਿੱਚ ਇਹੋ ਹੁੰਦਾ ਕਿ ਨਿਆਣਿਆਂ ਨੂੰ ਇੰਨਾ ਸੋਹਣੀ ਤਰ੍ਹਾਂ ਪੜ੍ਹਾਓ। ਕੋਈ ਜ਼ਰੂਰੀ ਨਹੀਂ ਸਾਰੇ ਡਾਕਟਰ ਬਣਨੇ ਹੁੰਦੇ, ਕਿਸੇ ਨੇ ਆਰਟਿਸਟ ਬਣਨਾ, ਕਿਸੇ ਨੇ ਸਿੰਗਰ ਬਣਨਾ, ਕਿਸੇ ਨੇ ਕੁਛ ਬਣਨਾ, ਪਰ ਇਹ ਆ ਤੁਸੀਂ ਆਪਣੀ ਟਰਾਈ ਕਰੋ ਉਹਨਾਂ ਨੂੰ ਸੋਹਣੇ ਫੀਲਡ ਵੱਲ ਲੈ ਕੇ ਜਾਣ ਦੀ, ਪਰ ਕਦੀ ਵੀ ਕਿਸੇ ਨੂੰ ਕੁੱਟੋ ਨਾ। ਬਾਕੀ ਜੇ ਕਿਸੇ ਦੇ ਕੁਐਸਚਨ ਹੋਣ ਉਹ ਮੈਨੂੰ ਤੁਸੀਂ ਪੁੱਛ ਸਕਦੇ ਹੋ। Hello. Thank you so much, sir. Yeah. बेटा जे किसी का कोई क्वेश्चन है, कोई भी क्वेरीज हैं कोरोना ਨੂੰ ਲੈ ਕੇ ਜਾਂ ਅਦਰਵਾइज ਹੋਰ ਵੀ ਕੋਈ ਇਨ ਜਨਰਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਕੋਈ ਵੀ ਸਟੂਡੈਂਟ। ਰੁਪਿੰਦਰ। Yes, ma'am. I want to. Yes, ਰੁਪਿੰਦਰ। Ma'am, मैं please live interact कर सकती हूँ? ਹਾਂਜੀ ਹਾਂਜੀ ਕਰੋ ਬੇਟਾ, ਆਵਾਜ਼ ਆ ਰਹੀ ਹੈ ਤੁਹਾਡੀ, ਕਰੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਕਿਹਾ ਸੀ ਕਿ ਟੀਚਰਸ ਨੂੰ ਹੀ ਮਤਲਬ ਅੱਗੇ ਆਉਣਾ ਪੈਂਦਾ ਹੈ ਕੁਝ ਵੀ ਚੇਂਜ ਲਿਆਉਣਾ ਹੋਵੇ, ਤੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਇਦਾਂ ਦੇ ਸਰਕਮਸਟੈਂਸਿਸ ਨੇ, ਕੁਝ ਵੀ ਅਗਰ ਸੱਚ ਅਸੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹਮੇਸ਼ਾ ਬਹੁਤ ਸਾਰੇ ਇਦਾਂ ਦੇ ਮੈਟਰ ਦੇਖੇ ਗਏ ਨੇ ਕਿ ਹਮੇਸ਼ਾ ਆਵਾਜ਼ ਬੰਦ ਕਰਾ ਦਿੱਤੀ ਜਾਂਦੀ ਹੈ। ਸੋ ਇਹਨਾਂ ਕੇਸਿਸ ਦੇ ਵਿੱਚ ਟੀਚਰ ਕੁਝ ਨਹੀਂ ਕਰ ਪਾਉਂਦਾ, ਔਰ ਅੱਜ ਦੇ ਸਟੂਡੈਂਟਸ ਮੈਕਸਿਮਮ ਜੇ ਫੋਰਨ ਵੱਲ ਰੁਕ ਕਰ ਰਹੇ ਆ ਤਾਂ ਇਹ ਵੀ ਇੱਕ ਰੀਜ਼ਨ ਹੈ, ਕਿਉਂਕਿ ਉਹ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਮਾੜਾ ਕਰ ਰਿਹਾ ਉਹਨੂੰ ਦਬਾ ਦਿੰਦਾ ਹੈ। ਮੈਂ ਜਿੱਦਾਂ ਤੁਹਾਨੂੰ ਅੱਗੇ ਗੱਲ ਕੀਤੀ, ਇਹ ਗੱਲ ਬਹੁਤ ਸਹੀ ਆ, ਕਿਉਂਕਿ ਕਿਤੇ ਨਾ ਕਿਤੇ ਪਿਛਲੇ 34 ਸਾਲਾਂ 36 ਸਾਲਾਂ 'ਚ ਇਹ ਗੱਲ ਹੋ ਗਈ ਕਿ ਮਾੜੇ ਲੋਕ ਅੱਗੇ ਆ ਗਏ। ਔਰ ਜੇ ਸਾਡੇ ਟੀਚਰ ਸਾਡੇ ਰੋਲ ਮਾਡਲ ਬਣ ਗਏ ਸੁਸਾਇਟੀ ਦੇ, ਤੇ ਉਹਨਾਂ ਨੂੰ ਪਤਾ ਸਾਨੂੰ ਖਤਰਾ ਬਹੁਤ ਜ਼ਿਆਦਾ ਕਿ ਜਿਹੜੀ ਸੁਸਾਇਟੀ ਦੇ ਟੀਚਰ ਜਾਂ ਚੰਗੇ ਲੋਕ ਅੱਗੇ ਆ ਗਏ, ਉਹਨਾਂ ਨੇ ਤੇ ਰਹਿਣਾ ਨਹੀਂ। ਜੇ ਸੁਸਾਇਟੀ ਨੂੰ ਤੁਸੀਂ ਪੜ੍ਹਾ ਦਿੱਤਾ, ਠੀਕ ਆ, ਤੁਸੀਂ ਕਾਲਜਾਂ 'ਚ ਪੜ੍ਹਾਤੇ, ਨਿਆਣੇ ਡਾਕਟਰ ਬਣਾਤੇ, ਤੇ ਤੁਹਾਨੂੰ ਲੱਗਦਾ ਕਦੀ ਡਾਕਟਰ ਕੋਈ ਜਾਂ ਇੰਜੀਨੀਅਰ ਟੀਚਰ ਕਦੀ MLA ਸਿਲੈਕਟ ਕਰ ਸਕਦਾ ਜਿਹੜਾ ਅਨਪੜ੍ਹ ਹੋਊਗਾ? ਕਦੀ ਨਹੀਂ ਹੋ ਸਕਦਾ। ਸੋ ਚਾਹੁੰਦੇ ਆ ਕਿ ਟੀਚਰਾਂ ਨੂੰ ਦਬਾਇਆ ਜਾਵੇ ਕਿ ਉਹ ਜਿਹੜੇ ਉਹਨਾਂ ਦੇ ਅਗਲੇ ਆ ਉਹ ਸਾਰੇ ਅਨਪੜ੍ਹ ਹੀ ਹੋ ਰਹਿਣ, ਕਿ ਉਹਨਾਂ ਨੂੰ ਕੋਈ ਕੁਐਸਚਨ ਨਾ ਕਰ ਸਕੇ। ਬਾਕੀ ਤੁਹਾਡੀ ਗੱਲ ਹੈ ਕਿ ਜੇ ਤੁਸੀਂ ਲੜੋਗੇ ਤੇ ਤੁਹਾਨੂੰ ਦਬਾਇਆ ਜਾਊਗਾ। ਪਹਿਲਾਂ ਮੈਂ ਦੱਸਾਂ, ਲੜਾਈ ਕਰਨ ਦੇ ਬੜੇ ਤਰੀਕੇ ਹੁੰਦੇ ਆ। ਇੱਕ ਤਰੀਕਾ ਹੁੰਦਾ ਆਪਾਂ ਹਰ ਇੱਕ ਚੀਜ਼ ਨੂੰ ਨਾ ਨੈਗੇਟਿਵ ਲੈ ਲੈਂਦੇ ਆ ਕਿ ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ। ਕੁਛ ਕਦੀ ਕੀ ਕਰਨਾ ਪੈਂਦਾ ਕਿ ਲੜਾਈ ਵਿੱਚ ਆਪਣੇ ਅਸੂਲ ਤੇ ਤੁਸੀਂ
ਪਿੱਛੇ ਨਹੀਂ ਰੱਖ ਸਕਦੇ, ਅਸੂਲਾਂ ਨਾਲ ਹੀ ਚੱਲਣਾ ਪੈਂਦਾ। ਬਾਕੀ ਹਰ ਇੱਕ ਨਾਲ ਮਿਲੋ, ਹਰ ਇੱਕ ਨਾਲ ਗਿਲੋ, ਆਪਣਾ ਕੰਮ ਕਰੋ। ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਕੰਮ ਕਰਨਾ ਪਊਗਾ, ਜਿਹੜਾ ਤੁਹਾਡਾ ਕੰਮ ਹੈ ਟੀਚਿੰਗ ਦਾ। ਆਪਣੇ ਸਕੂਲ ਦੇ ਵਿੱਚ ਕਨਸੈਂਟਰੇਟ ਕਰੋ। ਤੁਸੀਂ ਸਾਰੀ ਦੁਨੀਆ ਨਹੀਂ ਬਦਲ ਸਕਦੇ, ਪਹਿਲਾਂ ਆਪਣਾ ਸਕੂਲ ਬਦਲੋ। ਪਹਿਲਾਂ ਕਿਸੇ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਅੰਦਰ ਝਾਤੀ ਮਾਰੋ ਕਿ ਹਾਂ ਮੈਂ ਸਹੀ ਹਾਂ। ਕਿਉਂਕਿ ਥਾਂ ਥਾਂ ਤੇ ਉਹ ਜਿਹੜੇ ਕੁੰਡੀਆਂ ਲਾਉਂਦੇ ਲੋਕ, ਬਿਜਲੀ ਚੋਰੀ ਕਰਦੇ ਪਿੰਡਾਂ 'ਚ ਕਿਉਂ ਕਰਦੇ? ਸਰਕਾਰ ਕਿਉਂ ਕਰਾਉਂਦੀ ਆ? ਕਿ ਉਹਨਾਂ ਨੂੰ ਕੁਐਸਚਨ ਨਾ ਕਰ ਸਕਣ, ਕਿਉਂਕਿ ਹਰ ਇੱਕ ਨੂੰ ਚੋਰ ਬਣਾ ਦਿੱਤਾ। ਆਮ ਸੌਰੀ, ਮੈਂ ਕੋਈ ਐਂਟੀ ਉਹ ਨਹੀਂ ਆ ਸਰਕਾਰ ਜਾਂ ਕੁਝ, ਮੈਨੂੰ ਇੱਦਾਂ ਸਾਊਂਡ ਕਰਦਾ। ਮੈਂ ਕੰਮ ਕਰਦਾ ਸਰਕਾਰ ਦੇ ਨਾਲ, ਥੈਂਕਫੁਲ ਹੈ ਉਹਨਾਂ ਦਾ। ਪਰ ਫਿਰ ਵੀ ਇੱਕ ਹੱਦ ਤੱਕ ਮੈਨੂੰ ਪਤਾ ਇਹ ਚੀਜ਼ ਕਿਉਂ ਹਰ ਇੱਕ ਨੂੰ ਚੋਰ ਬਣਾ ਦਿਓ। ਔਰ ਤੁਹਾਨੂੰ ਜਦੋਂ ਤੁਸੀਂ ਸਕੂਲੇ ਵਾਪਸ ਜਾਓਗੇ, ਤੁਸੀਂ ਟੀਚਿੰਗ ਵਿੱਚ ਜਾਓਗੇ, ਤੁਹਾਨੂੰ ਨਾਲ ਦੇ ਟਰਾਈ ਕਰਨਗੇ ਇੱਦਾਂ ਕਿ ਨਹੀਂ ਨਹੀਂ ਤੂੰ ਕਲਾਸ 'ਚ ਨਾ ਜਾ, ਬੱਚੇ ਕੋਈ ਨਹੀਂ, ਇਹਨਾਂ ਦਾ ਇੱਦਾਂ ਹੀ ਚੱਲਦਾ ਰਹਿੰਦਾ। ਪਰ ਜੇ ਤੁਹਾਡੇ ਅਸੂਲ ਹੋਣਗੇ, 1 ਸਾਲ 2 ਸਾਲ 3 ਸਾਲ ਤੁਸੀਂ ਇਸ ਚੁੱਲ੍ਹਾ ਚੱਲੋਗੇ, ਤੁਸੀਂ ਵੇਖੋਗੇ ਹੌਲੀ ਹੌਲੀ 1 ਜਾਂ 2 ਜਾਂ 3 ਲੋਕ ਤੁਹਾਡੇ ਨਾਲ ਰਲ ਜਾਣਗੇ। 4-5 ਸਾਲਾਂ ਬਾਅਦ 5-6 ਲੋਕ ਤੁਹਾਡੇ ਵਰਗੇ ਹੋ ਜਾਣਗੇ। ਤੁਹਾਡੀ ਲਾਈਫ ਤੇ ਔਖੀ ਨਿਕਲਣੀ ਆ, ਪਰ ਹੌਲੀ ਹੌਲੀ, ਜਿੱਦਾਂ ਮੈਂ ਕਿਹਾ, ਰੋਮ ਵਾਸ ਨਾਟ ਬਿਲਟ ਇਨ ਅ ਡੇ। ਜਿਹੜੀ ਚੰਗੀ ਤੁਹਾਡੀ ਜਿਹੜੀ ਸੁਸਾਇਟੀ ਆ, ਤੁਹਾਡੇ ਫਰੈਂਡ ਸਰਕਲ ਆ, ਹੌਲੀ ਹੌਲੀ ਤੁਹਾਡੇ ਵਰਗਾ ਬਣਨਾ ਸ਼ੁਰੂ ਹੋ ਜਾਊਗਾ। ਇੱਕ ਮਾਹੌਲ ਬਣ ਜਾਊਗਾ। ਅਕਸਰ ਤੁਸੀਂ ਟੀਵੀ ਤੇ ਵੇਖਦਾ ਹੋਊਗਾ, ਟੀਚਰ ਜਿਹੜੇ ਚੰਗੇ ਕੰਮ ਕਰਦੇ ਉਹਨਾਂ ਦੀ ਲੋਕ ਸਾਰੇ ਕਿਤੇ ਬੱਲੇ ਬੱਲੇ ਕਰਦੇ ਆ। ਜਦੋਂ ਕੋਈ ਤੁਸੀਂ ਚੇਂਜ ਲੈ ਆਉਂਦੇ ਜੋ ਸੁਸਾਇਟੀ 'ਚ, ਜਦੋਂ ਉਹ ਦਿਨ ਆ ਗਿਆ ਕਿ ਤੁਸੀਂ ਆਪਣੀ ਚੇਂਜ ਲੈ ਆਉਂਦੀ ਹੋ ਪਿੰਡ 'ਚ ਜਾਂ ਜਿਹੜੇ ਵੀ ਸਕੂਲ 'ਚ ਤੁਸੀਂ ਸ਼ਹਿਰ ਕਿਤੇ ਪੜ੍ਹਾਉਂਦੇ ਜੋ ਲੋਕ ਤੁਹਾਨੂੰ ਕਰ, ਉਦੋਂ ਤੁਹਾਡਾ ਹੱਕ ਬਣਦਾ, ਤੁਸੀਂ ਉਦੋਂ ਬੋਲੋ। ਮੈਂ ਆਪਣੇ ਆਪ ਤੇ ਲੈ ਆਉਣਾ, ਪਹਿਲਾਂ ਕੰਮ ਕਰੋ, ਆਪਣੇ ਆਪ ਨੂੰ ਕਿਸੇ ਪੱਲੇ ਕਿਸੇ ਪਲੇਟਫਾਰਮ ਤੇ ਲੈ ਕੇ ਜਾਓ ਕਿ ਜਿੱਥੇ ਤੁਹਾਨੂੰ ਕੋਈ ਸੁਣੇ ਵੀ। ਹੁਣ ਜੇ ਕੋਈ ਕਿਸੇ ਨੇ ਪਹਿਲਾਂ, ਕਿਉਂਕਿ ਹਰ ਇੱਕ ਬੰਦਾ ਕਹਿੰਦਾ ਕਿ ਤੁਸੀਂ ਕੀ ਕੀਤਾ ਲਾਈਫ 'ਚ। ਸੋ ਮੈਂ ਤੁਹਾਡੀ ਜਿਹੜੀ ਸੋਚ ਆ ਉਹਨੂੰ ਸਲੂਟ ਕਰਦਾ। ਮੈਂ ਤੁਹਾਡੇ ਨਾਲ ਅਗਰੀ ਕਰਦਾ ਕਿ ਇਹ ਸੌਖਾ ਨਹੀਂ ਲੜਨਾ, ਇਹ ਜੋ ਕੁਝ ਹੋ ਰਿਹਾ। ਪਰ ਮੈਂ ਤੁਹਾਨੂੰ ਇਹੋ ਹੀ ਕਹੂੰਗਾ ਕਿ ਕੱਲ ਤੁਹਾਡੇ ਵੀ ਤੁਹਾਡੀਆਂ ਜਿਹੜੀਆਂ ਫਿਊਚਰ ਜਨਰੇਸ਼ਨਸ ਆ, ਉਹਨਾਂ ਨੇ ਤੁਹਾਨੂੰ ਪੁੱਛਣਾ ਕਿ ਤੁਸੀਂ ਕੀ ਕੀਤਾ ਸੀ। ਤੁਸੀਂ 2 ਆਨਸਰ ਦੇ ਸਕਦੇ, ਇੱਕ ਕਿ ਮੈਂ ਰਲ ਗਿਆ ਹਾਂ ਉਹਨਾਂ 'ਚ ਰਲ ਗਈ ਹਾਂ, ਉਹੋ ਜਿਹੀ ਬਣ ਗਈ, ਜਾਂ ਕਿ ਮੈਂ ਉੱਥੇ ਖਲੋਤੀ ਸਾਂ, ਮੈਂ ਲੜੀ ਸਾਂ ਪਰ ਮੇਰਾ ਕੋਈ ਮੇਰੇ ਤੋਂ ਉੱਪਰ ਹੀ ਚੀਜ਼, ਮੈਂ ਆਪਣੀ ਲੜਾਈ ਜਾਰੀ ਰੱਖੀ। ਔਰ ਤੁਸੀਂ ਵੇਖੋਗੇ ਅੱਜ ਨਹੀਂ ਤੇ ਕੱਲ ਤੁਹਾਡੇ ਜਿਹੜੀਆਂ ਫਿਊਚਰ ਜਨਰੇਸ਼ਨ ਤੁਹਾਨੂੰ ਥੈਂਕਫੁਲ ਹੋਣਗੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ ਸਾਹਿਬ, ਮੇਰੇ ਮਦਰ ਨੂੰ ਇਹੋ ਹੀ ਕਾਲਜ ਵਿੱਚ ਇਨਵਾਈਟ ਕੀਤਾ ਗਿਆ ਬੋਲਣ ਲਈ ਪਹਿਲੀਆਂ 'ਚ। ਔਰ ਮੈਂ ਇਹ ਕਿਸੇ ਨੂੰ ਨਹੀਂ ਦੱਸਿਆ, ਅੱਜ ਫਸਟ ਟਾਈਮ ਦੱਸ ਰਿਹਾ ਕਿ ਅੱਜ 50 ਸਾਲ ਬਾਅਦ ਜਾਂ 49 ਈਅਰ ਤੋਂ ਬਾਅਦ ਮੈਂ ਵੀ ਉੱਥੇ ਬੋਲਣ ਦਿਆਂ। ਮੁੱਦੇ ਬਦਲ ਗਏ, ਪਰ ਜੇ ਤੁਸੀਂ ਆਪਣੇ ਜਿਹੜੇ ਤੁਹਾਡਾ ਇੱਕ ਆਪਣੀ ਜੇ ਸਿੱਖੀ ਦੇ ਜਾਂ ਤੁਹਾਡੀ ਫੈਮਿਲੀ ਦੇ ਜਿਹੜੇ ਸੰਸਕਾਰ ਨੇ, ਜਿਹੜੇ ਪ੍ਰਿੰਸੀਪਲ ਉਹਨਾਂ ਦੇ ਚੱਲੋਗੇ, ਤੇ ਤੁਸੀਂ ਫੇਲ ਨਹੀਂ ਹੋ ਸਕਦੇ। ਥੈਂਕ ਯੂ ਸਰ। ਸਰ 2-3 ਕੁਐਸਚਨ ਹੋਰ ਨੇ। ਹਾਂਜੀ ਹਾਂਜੀ ਬੇਟਾ, ਕੋਈ ਗੱਲ ਨਹੀਂ, ਪੁੱਛੋ। ਵੈਰੀ ਗੁੱਡ। ਸਰ ਸੈਕਿੰਡ ਟੌਪਿਕ ਸੀਗਾ, ਤੁਸੀਂ ਸਪੋਰਟਸ ਬਾਰੇ ਕਿਹਾ ਸੀ। ਰੁਪਿੰਦਰ, ਤੁਹਾਡੀ ਆਵਾਜ਼ ਨਹੀਂ ਬੇਟਾ ਕਲੀਅਰ, ਥੋੜਾ ਉੱਚੀ ਬੋਲਣਾ, ਵੌਇਸ ਤੁਹਾਡੀ ਪ੍ਰੋਪਰ ਨਹੀਂ ਆ ਰਹੀ, ਥੋੜੇ ਕਲੀਅਰ ਉੱਚੀ ਬੋਲੋ। ਸਰ ਤੁਸੀਂ ਸਪੋਰਟਸ ਬਾਰੇ ਕਿਹਾ ਸੀਗਾ ਕਿ ਲੜਕੀਆਂ ਹੀ ਮਤਲਬ ਸ਼ਾਮਿਲ ਹੋਣਾ ਚਾਹੀਦਾ, ਉਹਨਾਂ ਨੂੰ ਪੜ੍ਹਨਾ ਚਾਹੀਦਾ, ਸਪੋਰਟਸ ਦੇ ਵਿੱਚ ਵੀ ਉਹਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ। ਬਟ ਫਿਰ ਉਹੀ ਗੱਲ ਆਉਂਦੀ ਹੈ ਜਦੋਂ ਇੱਕ ਲੈਵਲ ਤੇ ਪਹੁੰਚ ਜਾਂਦਾ ਬੱਚਾ, ਔਰ ਖਾਸ ਕਰਕੇ ਤੁਸੀਂ ਵੇਖੋਗੇ ਇੰਡੀਆ ਦਾ ਜੋ ਹਾਲ ਹੈ, ਜਦੋਂ ਲੜਕੀਆਂ ਉਸ ਲੈਵਲ ਤੇ ਪਹੁੰਚ ਜਾਂਦੀਆਂ, ਫਿਰ ਤੁਸੀਂ ਸਮਝ ਸਕਦੇ ਹੋ ਕਿਸੇ ਪੁਆਇੰਟ ਕਰਕੇ ਉਹ ਫਿਰ ਹਾਰ ਜਾਂਦੀਆਂ ਨੇ ਕਿ ਨਹੀਂ ਅਸੀਂ ਛੱਡ ਦਿੰਨੇ ਆ। ਸਰ ਉਸ ਪੁਆਇੰਟ ਤੇ ਕੀ ਕੀਤਾ ਜਾਵੇ? ਤੋ ਮੈਂ ਥੋੜੀ ਤੁਹਾਨੂੰ ਇੱਕ ਛੋਟੀ ਜੀ, ਮੈਂ 100% ਤੁਹਾਡੇ ਨਾਲ ਅਗਰੀ ਕਰਦਾ। ਮੈਂ ਇਸ ਲਈ ਇਹ ਚੀਜ਼ ਦੀ ਬ੍ਰਿੰਗ ਅਪ ਇਸ ਲਈ ਕੀਤੀ ਕਿਉਂਕਿ ਮੇਰੇ ਕੋਈ, ਮੈਂ ਹੁਣ ਪਰਸਨਲ ਨਹੀਂ ਹੋਣਾ ਚਾਹੁੰਦਾ, ਪਰ ਮੇਰੇ ਸਾਹਮਣੇ ਕਿਸੇ ਨਾਲ ਐਸਾ ਹੋਇਆ ਜਿੱਥੇ, ਕਿਉਂਕਿ ਘਰ 'ਚ ਹਰ ਇੱਕ ਦੀ ਸੋਚ ਨਹੀਂ ਹੁੰਦੀ। ਕਈਆਂ ਨੂੰ ਲੱਗਦਾ ਕਿ ਸਿੱਖ ਹੋਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਫੀਮੇਲਸ ਆ ਜੀ, ਉਹਨਾਂ ਨੂੰ ਤੁਸੀਂ ਡਾਊਨ ਕਰੋ, ਪ੍ਰੈਸ ਕਰੋ ਕਿ ਸਾਡੇ ਸੇਮ ਟੇਬਲ ਤੇ ਨਹੀਂ ਬਹਿ ਸਕਦੀਆਂ, ਸਾਡੇ ਨਾਲ ਉਹ ਖੇਡ ਨਹੀਂ ਸਕਦੀਆਂ। ਬਟ ਜੇ ਸਿੱਖੀ ਵਿੱਚ ਆਪਣੀ ਪਿੱਛੇ ਚੱਲੀਏ ਤੇ ਫੀਮੇਲਸ ਦਾ ਜੋ ਰੋਲ ਰਿਹਾ, ਸਿੱਖ ਭਾਵੇਂ ਸਿੱਖ ਰਾਜ ਸੀ ਜਾਂ ਪਹਿਲਾਂ ਤੁਸੀਂ ਫੀਮੇਲਸ ਦਾ ਰੋਲ ਮੇਲਸ ਤੋਂ ਉੱਪਰ ਹੋ ਸਕਦਾ, ਉਹ ਤੋਂ ਡਾਊਨ ਨਹੀਂ ਹੋ ਸਕਦਾ, ਥੱਲੇ ਨਹੀਂ ਹੋ ਸਕਦਾ। ਆਈ ਨੋ ਤੁਹਾਡੀ ਗੱਲ ਜਿਹੜੀ ਬੜੀ ਸਹੀ ਆ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਔਰ ਸੈਡਲੀ ਉਹਨਾਂ ਦਾ ਕੋਈ ਹੱਲ ਨਹੀਂ, ਕਿਉਂਕਿ ਜਿਹੜੇ ਬੋਲਦੇ ਆ ਉਹਨਾਂ ਦਾ ਤੁਸੀਂ ਮੂੰਹ ਨਹੀਂ ਬੰਦ ਕਰ ਸਕਦੇ। ਪਹਿਲਾਂ ਤੁਹਾਨੂੰ ਆਪਣੇ ਪੇਰੈਂਟਸ ਨੂੰ ਵਿਸ਼ਵਾਸ ਦਿਵਾਉਣਾ ਪਊਗਾ ਕਿ ਮੈਂ ਪਾਪਾ ਜੋ ਕਰ ਰਹੀ ਹਾਂ, ਮੰਮੀ ਜੋ ਕਰ ਰਹੀ ਹਾਂ, ਚਾਚਾ ਜੀ, ਤਾਇਆ ਜੀ, ਮੈਂ ਕਰਨੀ ਹੈ ਤੇ ਮੈਂ ਇਹ ਕਰਨਾ ਚਾਹੁੰਦੀ ਹਾਂ। ਹੁਣ ਤੁਹਾਡੇ ਇੱਥੇ ਹੀ ਤਰਨਤਾਰਨ ਤੋਂ ਇੱਕ ਕੁੜੀ ਹੋਈ ਸੀ ਪਿੱਛੇ ਜੇ, ਮੈਨੂੰ ਉਹਦਾ ਬੀਬਾ ਦਾ ਨਾਮ ਭੁੱਲ ਗਿਆ,
ਰੈਸਲਿੰਗ ਵਿੱਚ ਉਹਨੇ ਗੋਲਡ ਮੈਡਲ ਜਿੱਤਿਆ ਸੀ ਸ਼ਾਇਦ ਏਸ਼ੀਆ ਵਿੱਚੋਂ। ਅਸੀਂ ਉਹਨੂੰ ਘਰੇ ਬੁਲਾਇਆ ਇੱਥੇ ਆਪਣੇ ਪਿੰਡ, ਉਹਨੂੰ ਨਾਮ ਦਿੱਤਾ ਸੀ, ਆਈ ਥਿੰਕ 3 ਲੱਖ ਦਾ ਨਾਮ ਉਹਨੂੰ ਦਿੱਤਾ। ਅਸੀਂ ਜੋ ਆਪਣੇ ਵੱਲੋਂ ਕਰ ਸਕੇ ਅਸੀਂ ਕੀਤਾ। ਪਰ ਇੱਕ ਕੁੜੀ ਬਣੀ ਆ ਮੈਂ, ਤੇ ਗਲਤੀ ਕਦੋਂ ਕਰਦੇ ਸੁਸਾਇਟੀ ਉਦੋਂ ਜਦੋਂ ਆਉਂਦੇ ਕਿ ਵੇਖ ਉਹ ਮਨਮੋਹਨ ਸਿੰਘ ਇੱਕ ਸਿੱਖ ਬਣ ਗਿਆ ਨਾ ਪ੍ਰਾਈਮ ਮਿਨਿਸਟਰ, ਸਾਰੇ ਸਿੱਖਾਂ ਕੋਲ ਬੜੇ ਹੱਕ ਆ। ਗਲਤੀ ਆਪਾਂ ਉਦੋਂ ਕਰ ਜਾਂਦੇ ਜਦੋਂ ਆਪਾਂ ਕਹਿੰਦੇ ਵੇਖੋ ਕੁੜੀ ਗੋਲਡ ਮੈਡਲ ਜਿੱਤ ਗਈ, ਇੱਥੇ ਤੇ ਕੁੜੀਆਂ ਨੂੰ ਉਦਾਂ ਹੀ ਸਹੂਲਤਾਂ ਵਾ। ਪਰ ਇਦਾਂ ਕਹਿਣਾ ਬਹੁਤ ਗਲਤ ਆ। ਇਹਦੇ ਵਿੱਚੋਂ ਨਿਕਲ ਆਪਾਂ ਬਹੁਤ ਅੱਗੇ ਆ ਗਏ ਆ। ਆਈ ਥਿੰਕ ਪਿਛਲੇ 10-20 ਸਾਲਾਂ ਵਿੱਚ ਬਹੁਤ ਅੱਗੇ ਆਏ ਆ, ਤੇ ਉਹ ਜਿਹੜੀ ਜੰਗ ਆ ਉਹ ਜਾਰੀ ਰਹਿਣੀ ਆ। ਔਰ ਤੁਹਾਡੇ ਉੱਪਰ ਉਹ ਬਹੁਤ ਡਿਪੈਂਡ ਕਰਦੀ ਆ। ਹੁਣ ਵੇਖੋ ਕੁੜੀਆਂ ਪਹਿਲਾਂ ਕਦੀ ਸੋਚ ਵੀ ਨਹੀਂ ਸਕਦਾ ਸੀ ਕੋਈ ਕਿ ਅਸੀਂ ਬਾਹਰ ਭੇਜ ਦਈਏ ਇਕੱਲੇ। ਕੁੜੀਆਂ ਪੜ੍ਹੀਆਂ, ਮੁੰਡੇ ਨਲਾਇਕ ਰਹਿ ਗਏ। ਕੁੜੀਆਂ ਹੁਣ ਬਾਹਰ ਜਾਂਦੀਆਂ, ਮੁੰਡਿਆਂ ਨੂੰ ਵੀਜ਼ੇ ਦੇ ਕੇ ਨਾਲ ਲੈ ਕੇ ਜਾਂਦੀਆਂ। ਉਹੀ ਕੁੜੀਆਂ ਜਿਨ੍ਹਾਂ ਨੂੰ ਕੋਈ ਘਰੋਂ ਨਹੀਂ ਬਾਹਰ ਨਿਕਲਦਾ, ਅੱਜ ਉਹਨਾਂ ਨੂੰ ਬਾਹਰ ਅਮਰੀਕਾ ਤੱਕ, ਕੈਨੇਡਾ ਤੱਕ ਉਹ ਆਪੇ ਜਾਂਦੀਆਂ। ਸੋ ਸੁਸਾਇਟੀ ਬਦਲ ਗਈ ਨਾ। ਸੋ ਤੁਸੀਂ ਜਾਰੀ ਰੱਖੋ ਜੰਗ, ਜਿੱਦਾਂ ਮੈਂ ਤੁਹਾਨੂੰ ਕਿਹਾ, ਤੁਸੀਂ ਆਪਣੇ ਅਸੂਲਾਂ ਤੇ ਰੱਖੋ, ਚੰਗੇ ਕੰਮ ਕਰੋ ਕਿ ਤੁਹਾਡੇ ਮਾਪਿਓ ਕਹਿ ਸਕਣ ਵੇਖੋ ਮੈਂ ਕੁੜੀ ਨੂੰ ਭੇਜਿਆ ਖਡੂਰ ਸਾਹਿਬ ਤੇ ਕੁੜੀ ਨੇ ਮੇਰਾ ਨਾਮ ਰੋਸ਼ਨ ਕੀਤਾ, ਕਿ ਅਗਲੇ ਵੀ ਜਿਹੜੇ ਯੰਗ ਪੇਰੈਂਟਸ ਆ ਉਹ ਵੀ ਕਹਿਣਗੇ ਹਾਂ ਮੈਂ ਖਡੂਰ ਸਾਹਿਬ ਆਪਣੀ ਕੁੜੀ ਨੂੰ ਭੇਜਣਾ। ਪਰ ਜੇ ਤੁਸੀਂ ਨਾ ਬਣ ਸਕੇ, ਤੁਸੀਂ ਨਲਾਇਕ ਰਹਿ ਗਏ, ਤੁਸੀਂ ਚੰਗੇ ਟੀਚਰ ਨਾ ਬਣੇ, ਲੋਕਾਂ ਨੇ ਕਹਿਣਾ ਲੈ ਉਹ ਵੇ ਵੱਡਾ ਸਰਦਾਰ ਬਣਿਆ ਫਿਰ ਭੇਜਿਆ ਨਾ ਕੁੜੀ ਨੂੰ ਉੱਥੇ, ਕੀ ਕੀਤਾ। ਸੋ ਤੁਹਾਡੇ ਉੱਪਰ ਆ ਕਿ ਅੱਗੇ ਜਨਰੇਸ਼ਨ ਕਿਤੇ ਜਾਣਗੀਆਂ। ਜੰਗ ਆ ਜਾਰੀ ਰੱਖੋ। ਓਕੇ ਸਰ, ਥੈਂਕ ਯੂ ਸਰ। ਮੇਰਾ ਨੈਕਸਟ ਕੁਐਸਚਨ ਹੈ ਹੋਲਡ ਔਨ 1 ਮਿੰਟ ਰੁਪਿੰਦਰ, ਸੌਰੀ ਸਰ, ਮੈਂ ਜਿਹੜੇ 2 ਕੁਐਸਚਨਸ ਹੈ ਉਹਦੇ ਚ ਮੈਂ ਕੁਝ ਐਡ ਕਰ ਸਕਦੀ ਹਾਂ? ਹੈਲੋ ਪਲੀਜ਼ ਜੀ ਪਲੀਜ਼। ਹਾਂਜੀ ਰੁਪਿੰਦਰ ਬੇਟਾ, ਇੱਕ ਤੁਸੀਂ ਫਰਸਟ ਕੁਐਸਚਨ ਕੀਤਾ ਸੀਗਾ ਕਿ ਸਕੂਲ ਸਿਸਟਮ ਦੇ ਵਿੱਚ ਬੜੀਆਂ ਪ੍ਰੋਬਲਮਸ ਹੈ ਔਰ ਪ੍ਰੋਪਰ ਮੋਟੀਵੇਸ਼ਨ ਨਹੀਂ ਮਿਲਦੀ ਹੈ ਨਾ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਰੀਅਲਿਸਟਿਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਸਰ ਐਕਚੁਅਲੀ ਜਦੋਂ ਵੀ ਸਾਡੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ ਤੇ ਅਸੀਂ ਉਹਨਾਂ ਦੀ ਆਬਜ਼ਰਵੇਸ਼ਨਸ ਐਸ ਟੀਚਰਸ ਸਕੂਲ ਦੇ ਵਿੱਚ ਜਾਂਦੇ ਹਾਂ ਔਰ ਗਵਰਨਮੈਂਟ ਸਕੂਲ ਦੇ ਵਿੱਚ ਜਾਂਦੇ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਗਵਰਨਮੈਂਟ ਸਕੂਲ ਦੇ ਵਿੱਚ ਸਾਡੇ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਪਲੇਸਮੈਂਟ ਹੋਈ ਹੈ ਐਸ ਟੀਚਰਸ, ਰੈਗੂਲਰ ਟੀਚਰਸ। ਤੇ ਇਸੇ ਤਰ੍ਹਾਂ ਸਕੂਲ 'ਚ ਜਾਂਦੇ ਆ ਮੈਨੂੰ ਆਪਣੇ ਬਹੁਤ 2-3 ਟੈਲੈਂਟਡ ਸਟੂਡੈਂਟਸ ਮਿਲੇ ਜਿਹੜੇ ਟੀਚਰਸ ਬਣੇ ਹੋਏ ਆ। ਤੇ ਜਦੋਂ ਮੈਂ ਉਹਨਾਂ ਨੂੰ ਮਿਲੀ ਮੈਂ ਕਿਹਾ ਕਿ ਬੇਟਾ ਤੁਸੀਂ ਇੰਨੇ ਜ਼ਿਆਦਾ ਟੈਲੈਂਟਡ ਹੋ ਔਰ ਅੱਜ ਗਵਰਨਮੈਂਟ ਸਕੂਲ 'ਚ ਕੀ ਤੁਹਾਨੂੰ ਪ੍ਰੋਪਰ ਤੁਹਾਡੀਆਂ ਜਿਹੜਾ ਟੈਲੈਂਟ ਹੈ ਉਹ ਯੂਜ਼ ਹੋ ਰਿਹਾ ਹੈ? ਕਿਉਂਕਿ ਅਦਰਵਾਈਜ਼ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਉੱਥੇ ਤੁਹਾਡਾ ਟੈਲੈਂਟ ਵੇਸਟ ਹੋ ਜਾਂਦਾ ਹੈ। ਤੇ ਉਹਨਾਂ ਦਾ ਬੜਾ ਖੂਬਸੂਰਤ ਜਵਾਬ ਸੀ, ਕਹਿੰਦੇ ਕਿ ਮੈਮ ਜਦੋਂ ਅਸੀਂ ਆਏ ਸਾਰੇ ਹੱਸਦੇ ਸੀ ਸਾਡੇ ਤੇ, ਸਾਰੇ ਬਾਹਰ ਚਾਹਾਂ ਪੀਂਦੇ ਸੀ, WhatsApp ਤੇ ਲੱਗਦੇ ਸੀ ਤੇ ਮੈਂ ਇਕੱਲੀ ਕੰਮ ਕਰਦੀ ਸੀ। ਉਸ ਤੋਂ ਬਾਅਦ ਕਹਿੰਦੇ ਮੈਂ ਨਹੀਂ ਸੁਣਿਆ, ਮੈਂ ਆਪਣੇ ਕੰਨ ਬੰਦ ਰੱਖੇ ਉਹਨਾਂ ਤੋਂ, ਉਹ ਜੋ ਮਰਜ਼ੀ ਕਿਹਾ। ਹੌਲੀ ਹੌਲੀ 2-3 ਸਾਲਾਂ ਵਿੱਚ ਉਸ ਟੈਲੈਂਟਡ ਟੀਚਰ ਨੇ ਆਪਣੀ ਇੱਕ ਪਲੇਸ ਬਣਾ ਲਈ ਔਰ ਜਿੰਨੇ ਸੀਨੀਅਰ ਟੀਚਰ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਉਹਨੇ ਲੀਡ ਕਰਨਾ ਸ਼ੁਰੂ ਕਰ ਦਿੱਤਾ ਔਰ ਉਹ ਆਪਣੀ ਪ੍ਰਿੰਸੀਪਲ ਦੀ ਫੇਵਰਿਟ ਬਣ ਗਈ। ਜਿੰਨੇ ਐਡਮਿਨਿਸਟ੍ਰੇਟਿਵ ਕੰਮ ਹੁੰਦੇ ਸੀ ਉਹ ਕਰਦੀ ਸੀ, ਸਟੇਜ ਕੰਡਕਟ ਕਰਦੀ ਸੀ, ਉਹਦੀ ਇੰਨੀ ਰੈਪੂਟੇਸ਼ਨ ਉੱਥੇ ਕ੍ਰੀਏਟ ਹੋ ਗਈ। ਅੱਜ ਉਹੀ ਸਟੂਡੈਂਟ ਸਾਡੀ ਜਿਹਦਾ ਮਜ਼ਾਕ ਬਣਾਇਆ ਜਾਂਦਾ ਸੀ, ਅੱਜ ਉਹ ਗਵਰਨਮੈਂਟ ਸਕੂਲ ਦੀ ਯੰਗੈਸਟ ਪ੍ਰਿੰਸੀਪਲ ਦੇ ਵਿੱਚੋਂ ਚੂਜ਼ ਹੋਈ। ਸੋ ਬੇਟਾ ਇਹ ਬੈਸਟ ਐਗਜ਼ਾਮਪਲਸ ਹੈ। ਅਸੀਂ ਅਗਰ 1000 ਮਾੜੇ ਦੇਖੀਏ ਤੇ ਮੇਰੇ ਕੋਲ ਬੈਸਟ ਐਗਜ਼ਾਮਪਲਸ ਹੈ, ਕਿਉਂਕਿ ਉਹਨਾਂ ਅੱਛੇ ਟੀਚਰਸ ਨੇ ਨਹੀਂ ਦੇਖਿਆ ਕਿ 100 ਮਾੜੇ ਕੀ ਕਰ ਰਹੇ। ਉਹਨਾਂ ਕੋਲ ਵੈਲਿਊ ਸੀ ਕਿ ਮੈਂ ਆਪਣੀਆਂ ਵੈਲਿਊਜ਼ ਨਹੀਂ ਛੱਡਣੀਆਂ, ਮੈਂ ਆਪਣੀਆਂ ਵੈਲਿਊਜ਼ ਨਾਲ ਲੈ ਕੇ ਚੱਲਣੀਆਂ ਔਰ ਅੱਜ ਉਹ ਬਹੁਤ ਅੱਛੀ ਡੈਜ਼ਿਗਨੇਸ਼ਨ ਤੇ ਹੈ, ਉਹਨਾਂ ਦਾ ਸਟੇਟ ਲੈਵਲ ਤੇ ਨਾਮ। ਸੋ ਅਸੀਂ ਦੇਖਣਾ ਕਿ ਅਸੀਂ ਕੀ ਬਣਨਾ। ਪਹਿਲਾ ਤੁਹਾਡਾ ਇਹ ਮੈਂ ਦੱਸਣਾ ਚਾਹੁੰਦੀ ਹਾਂ। ਦੂਸਰਾ ਜਿਹੜੀ ਤੁਸੀਂ ਪਲੇਅਰਸ ਵਾਲੀ ਗੱਲ ਕੀਤੀ ਹੈ, ਤੇ ਮੇਰੇ ਖਿਆਲ ਜੇ ਤੁਹਾਡੇ ਕੋਲ ਲਾਈਵ ਐਗਜ਼ਾਮਪਲ ਮੈਰੀ ਕੌਮ ਹੈ, ਬੇਟਾ ਜਿੰਨੇ ਬਣਨਾ ਹੈ ਨਾ ਉਹਨੇ ਦੂਸਰਿਆਂ ਵੱਲ ਨਹੀਂ ਦੇਖਣਾ ਕੁਛ ਕਿ ਮੈਨੂੰ ਗਵਰਨਮੈਂਟ ਸਪੋਰਟ ਕਰ ਰਹੀ ਹੈ ਜਾਂ ਉਹ ਨਹੀਂ ਕਰ ਰਹੀ ਹੈ। ਇੱਕ ਤੁਹਾਡਾ ਆਪਣੇ ਰੱਬ ਤੇ ਵਿਸ਼ਵਾਸ, ਆਪਣੇ ਪੇਰੈਂਟਸ ਤੇ ਵਿਸ਼ਵਾਸ ਤੇ ਆਪਣੇ ਕੈਲੀਬਰ ਤੇ ਵਿਸ਼ਵਾਸ। ਮਿਹਨਤ ਕਰੋ ਜਿਹੜਾ ਤੁਹਾਨੂੰ ਫਰਜ਼ ਹੈ, ਠੀਕ ਹੈ, ਬਾਕੀ ਉਸ ਪਰਮਾਤਮਾ ਤੇ ਛੱਡ ਦਿਓ। ਸੋ ਇਹ ਮੇਰਾ ਮੈਸੇਜ ਹੈ। ਥੈਂਕ ਯੂ ਸਰ। ਰੁਪਿੰਦਰ, ਹਾਂਜੀ ਬੇਟਾ ਤੁਸੀਂ ਕੰਟੀਨਿਊ ਕਰ ਸਕਦੇ ਹੋ ਆਪਣਾ ਕੁਐਸਚਨ। ਮੈਮ ਸਰ ਨੂੰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਕਰੋਨਾ ਵਾਇਰਸ ਹੈ ਆਲ ਓਵਰ, ਜਿਹੜਾ ਆਪਾਂ ਨੂੰ ਪਤਾ ਹੈ ਕਿ ਇਹ ਚਾਈਨਾ ਤੋਂ ਵਾਇਰਸ ਫੈਲਿਆ ਹੈ, ਆਲ ਓਵਰ ਸਾਰੇ ਵਰਲਡ ਦੇ ਵਿੱਚ ਕਾਫੀ ਸਪਰੈਡ ਹੋਇਆ ਹੈ, এনवायरमेंट ਦੇ ਵਿੱਚ
ਬਟ ਜੇ ਆਪਾਂ ਦੇਖੀਏ ਚਾਈਨਾ ਦੇ ਵਿੱਚ ਇੰਨਾ ਜ਼ਿਆਦਾ ਸਪਰੈਡ ਨਹੀਂ ਹੋ ਪਾਇਆ, ਇਹਦੇ ਪਿੱਛੇ ਕੀ ਰੀਜ਼ਨ? ਫਸਟ ਚੀਜ਼ ਮੈਂ ਤੁਹਾਨੂੰ ਇਹ ਦੱਸਦਾ ਕਿ ਇੰਡੀਆ ਵਿੱਚ ਹਾਂ ਇਹ ਬੜੀ ਗੱਲ ਬਾਹਰ ਆਈ ਜਾਂ ਸਾਡੇ ਟਰੰਪ ਨੇ ਇੱਥੇ ਬਹੁਤ ਕਿਹਾ ਕਿ ਚਾਈਨਾ ਚੋਂ ਆਇਆ ਚੀਜ਼ ਹੈ ਨਾ, ਚਾਈਨਾ ਚੋਂ। ਔਰ ਮੈਂ ਤੁਹਾਨੂੰ ਪਹਿਲੀ ਗੱਲ ਇਹ ਵੀ ਦੱਸਦਾ ਕਿ ਚਾਈਨਾ 'ਚ ਹੋਰ ਵੀ ਬੜੀਆਂ ਚੀਜ਼ਾਂ ਆਈਆਂ ਜਿੰਨੀਆਂ ਤੁਸੀਂ ਦਵਾਈਆਂ ਲੈਂਦੇ ਜੋ ਨਾ, ਐਂਟੀਬਾਇਓਟਿਕਸ ਜਾਂ ਟੈਲੀਫੋਨ ਜਾਂ ਜਿਹੜੇ ਸਪੇਸ ਜਿਹੜਾ ਸ਼ਟਲ ਜਿਹੜਾ ਸਿਸਟਮ ਆ, ਸਾਇੰਸ, ਜਿਹੜੀ ਮੈਥ, ਜਿਹੜੀ ਐਜੂਕੇਸ਼ਨ, ਹੈਲਥ ਕੇਅਰ, ਉਹਦੇ ਵਿੱਚ ਚਾਈਨਾ ਦਾ ਬਹੁਤ ਜ਼ਿਆਦਾ ਯੋਗਦਾਨ ਆ। ਸੋ ਜੇ ਆਪਾਂ ਇੱਦਾਂ ਕਹੀਏ ਕਿ ਚਾਈਨਾ ਤੋਂ ਚੀਜ਼ ਆਈ ਆ, ਆਈ ਥਿੰਕ ਥੋੜਾ ਜਿਹਾ ਆਪਾਂ ਗਲਤ ਹੋਵਾਂਗੇ। ਕੋਈ ਵੀ ਬਿਮਾਰੀ ਆ, ਟੀਬੀ ਆ, ਇੱਕ ਕਦੀ ਕਰੋਨਾ ਵਾਇਰਸ ਹੀ ਆ ਜਿਹੜੀ ਦੁਨੀਆ 'ਚ ਕਦੀ ਕੋਈ ਨਹੀਂ ਨਾ। ਆਈ ਅੰਡਰਸਟੈਂਡ ਯੂਰ ਕੁਐਸਚਨ। ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਪੂਰਾ ਕਿਉਂਕਿ ਇੱਕ ਸੋਚ ਹੈ ਇੰਡੀਆ 'ਚ ਜਿਹੜੀ ਬਣਾਈ ਜਾ ਰਹੀ ਹੈ ਕਿ ਐਂਟੀ ਚਾਈਨਾ ਫॉर ਉਹ ਇੱਕ ਮੁੱਦਾ ਇੱਕ ਡਿਵਰਟ ਕਰਨ ਲਈ ਆਪਣੀ ਜਿਹੜੀ ਫੇਲੀਅਰ ਹੈ ਨਾ ਕਰੋਨਾ ਵਾਇਰਸ ਜਿਹੜਾ ਅਸੀਂ ਫੇਲ ਕਰ ਰਹੇ ਹਾਂ ਉਹਨੂੰ ਬਲੇਮ ਦੂਜੀ ਚੀਜ਼ ਤੇ ਪਾਉਣਾ। ਇਹ ਟਰੰਪ ਦਾ, ਪ੍ਰੈਜ਼ੀਡੈਂਟ ਟਰੰਪ ਸਾਡੇ ਅਮਰੀਕਾ 'ਚ ਇਹੋ ਕੁਝ ਕਰ ਰਹੇ, ਇਹੋ ਹੀ ਤੁਹਾਡੇ ਇੰਡੀਆ 'ਚ ਜਿਹੜਾ ਤੁਹਾਡਾ ਪ੍ਰਧਾਨ ਮੰਤਰੀ ਸੇਮ ਕਰ ਰਿਹਾ। ਕਿੰਨੀਆਂ ਬਿਮਾਰੀਆਂ ਦੁਨੀਆ 'ਚ, ਕਿਤੇ ਇੱਕ ਹੀ ਬਿਮਾਰੀ ਆ? ਹਰ ਇੱਕ ਬਿਮਾਰੀ ਕਿਤੇ ਨਾ ਕਿਤੇ ਤੋਂ ਸ਼ੁਰੂ ਹੋਈ ਆ। ਔਰ ਮੈਂ ਤੁਹਾਨੂੰ ਇਹ ਦੱਸਦਾ, ਚਾਈਨਾ ਵਿੱਚ ਦਸੰਬਰ 'ਚ ਜਦੋਂ ਪਹਿਲਾ ਕੇਸ ਆਇਆ, ਜਦੋਂ ਪਤਾ ਹੀ ਨਾ ਹੋਵੇ ਕਿ ਇਹ ਬਿਮਾਰੀ ਕਿਹੜੀ ਆ, ਹਾਊ ਡੂ ਯੂ ਐਕਸਪੈਕਟ ਕਿਸੇ ਕੰਟਰੀ ਨੂੰ ਕਿ ਹਾਂ ਕਰੋਨਾ ਵਾਇਰਸ ਜੀ ਆ ਗਈ ਜੀ, ਇਹਨੂੰ ਆ ਜਾਓ। ਵਿਦਿਨ ਅ ਵੀਕ when they found out ਕਿ ਆਹ ਚੀਜ਼ ਆ ਗਈ ਆ, ਉਹਨਾਂ ਨੇ ਰਿਪੋਰਟ ਕਰ ਦਿੱਤਾ WHO ਨੂੰ। WHO ਨੇ ਜਨਵਰੀ ਦੇ ਵਿੱਚ ਹੀ ਕਹਿ ਦਿੱਤਾ ਕਿ ਕਰੋਨਾ ਵਾਇਰਸ ਵਰਗੀ ਚੀਜ਼ ਆ ਰਹੀ ਆ, ਇਹ ਤੋਂ ਅਵੇਅਰ ਹੋ ਜਾਓ। ਕਿਸੇ ਨੇ ਲੋਕਡਾਊਨ ਕੀਤਾ? ਨਹੀਂ ਕੀਤਾ। ਮਾਰਚ ਤੱਕ ਸਾਡਾ, ਅਪ੍ਰੈਲ ਐਕਚੁਅਲੀ ਮਾਰਚ ਦੀ ਅਜੇ ਤੱਕ ਟਰੰਪ ਸਾਡਾ ਜਿਹੜਾ ਉਹ ਕਹਿੰਦਾ ਕਿ ਇਹ ਕੋਈ ਚੀਜ਼ ਨਹੀਂ ਹੈ, ਕਰੋਨਾ ਵਾਇਰਸ ਨਥਿੰਗ। ਸਾਡੇ ਇੰਡੀਆ ਵਿੱਚ ਲੋਕਡਾਊਨ ਹੋਇਆ ਮਾਰਚ ਵਿੱਚ, WHO ਨੇ ਜਨਵਰੀ 'ਚ ਕਹਿ ਦਿੱਤਾ। ਸੋ ਆਪਾਂ ਤਾਂ ਸੀਰੀਅਸਲੀ ਲਿਆ ਹੀ ਨਹੀਂ, ਪਹਿਲੇ ਦਿਨ ਤੋਂ ਉਹ ਚੀਜ਼ ਸੀਰੀਅਸਲੀ ਨਹੀਂ ਲਈ। ਸੋ ਆਈ ਥਿੰਕ ਇਟਸ ਰੋਂਗ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਚਾਈਨਾ ਵਿੱਚ ਕੇਸ ਘਟਿਆ ਜਾਂ ਉੱਥੇ ਕਿਉਂ ਨਹੀਂ ਇਫੈਕਟ ਹੋਇਆ, ਸੋ ਚਾਈਨਾ ਵਿੱਚ ਬਹੁਤ ਜ਼ਿਆਦਾ ਇਫੈਕਟ ਹੋਇਆ ਸੀ। ਔਰ ਜੇ ਤੁਸੀਂ ਵੂਹਾਨ ਦੇ ਵਿੱਚ ਉਹਨਾਂ ਦਾ ਵੇਖੋ ਕਿ ਕਿੰਨੀ ਸਟਰੋਂਗ ਤਰ੍ਹਾਂ ਉਹਨਾਂ ਨੇ ਲਾਕਡਾਊਨ ਕੀਤਾ। ਆਈ ਮੀਨ ਇਟ ਵਾਸ ਇੰਨਾ ਜ਼ਿਆਦਾ ਕ੍ਰੇਜ਼ੀ ਲਾਕਡਾਊਨ ਲੋਕਾਂ ਨੇ ਫੋਲੋ ਕਰਨਾ ਪਿਆ, ਔਰ ਕੀਤਾ ਵੀ ਲੋਕਾਂ ਨੇ, ਬਿਕਾਜ਼ ਉੱਥੇ ਨਾ ਚਾਈਨਾ 'ਚ ਪਹਿਲਾਂ ਵੀ ਬਿਮਾਰੀ ਉਹ ਜਿਹੜੀ ਸਾਰਸ ਦੀ ਉੱਥੋਂ ਨਿਕਲੀ। ਸੋ ਲੋਕੀ ਟ੍ਰੇਨਡ ਹੀ ਥੋੜੇ ਜਿਹੇ ਕਿ ਹਾਂ ਇਦਾਂ ਹੋ ਸਕਦਾ। ਸੋ ਠੀਕ ਹੈ, ਇਨੀਸ਼ੀਅਲੀ ਉਹਨਾਂ ਨੇ ਗਲਤੀ ਕੀਤੀ, ਬਹੁਤ ਜ਼ਿਆਦਾ ਸਟ੍ਰਿਕਟ ਲਾਕਡਾਊਨ ਕੀਤਾ, ਜ਼ੀਰੋ ਕਰ ਲਿਆ। ਹੁਣ ਜੇ ਤੁਸੀਂ ਵੇਖੋਗੇ ਉੱਥੇ ਕੇਸਿਸ ਆ ਰਹੇ ਆ, ਕੇਸਿਸ ਉੱਥੇ ਆਉਂਦੇ ਆ, ਉਸੇ ਵੇਲੇ ਹੀ ਉਹ ਸਾਰੇ ਏਰੀਆ ਨੂੰ ਲਾਕਡਾਊਨ ਕਰ ਦਿੰਦੇ ਜਿੱਦਾਂ ਨਿਊਜ਼ੀਲੈਂਡ ਵਿੱਚ ਕੀਤਾ। ਦੂਜੀ ਗੱਲ ਇਹ, ਜਿੰਨੀ ਉਹਨਾਂ ਨੂੰ ਬੈਕਲੈਸ਼ ਮਿਲੀ ਅਮਰੀਕਾ ਤੋਂ ਜਾਂ ਬਾਕੀ ਕੰਟਰੀਜ਼ ਤੋਂ, ਇੰਸਟੈਡ ਕਿ ਆਪਾਂ ਇਕੱਠੇ ਹੋ ਜਾਈਏ, ਜਦੋਂ ਵੀ ਕੋਈ ਨਾ ਆਪਣੇ ਤੇ ਲੜਾਈ ਹੁੰਦੀ ਆ, ਆਪਣੇ ਤੇ ਕੋਈ ਹੈਵੀ ਹੁੰਦਾ, ਉਹ ਦੋ ਆਪਾਂ ਚੀਜ਼ਾਂ ਕਰਦੇ, ਜਾਂ ਤੇ ਆਪਾਂ ਇਕੱਠੇ ਹੋ ਜਾਂਦੇ ਆ ਤੇ ਉਹਦਾ ਸਾਹਮਣਾ ਕਰਦੇ ਆ ਜੋ ਸਾਡੀ ਸਿੱਖੀ ਸਾਨੂੰ ਸਿਖਾਉਂਦੀ ਆ, ਜਾਂ ਅਸੀਂ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਆ, ਤੂੰ ਕੀਤਾ, ਤੂੰ ਕੀਤਾ, ਤੇ ਜਿਹੜੀ ਬਿਮਾਰੀ ਆ ਉਹ ਇਹਨੂੰ ਵੀ ਮਾਰ ਦਿੰਦੀ, ਉਹਨੂੰ ਵੀ ਮਾਰ ਦਿੰਦੀ ਆ। ਸੋ ਦੁਨੀਆ ਵਿੱਚ ਇਹ ਹੋ ਰਿਹਾ। ਇੰਸਟੈਡ ਆਫ ਆਪਾਂ ਇਕੱਠੇ ਹੋ ਕੇ ਤੁਰੀਏ, ਸਰਬੱਤ ਦਾ ਭਲੇ ਵੱਲ ਤੁਰੀਏ, ਭਾਵੇਂ ਉਹ ਸਾਡੀ ਹਿੰਦੂ, ਸਿੱਖੀ, ਮੁਸਲਮਾਨ ਉਹ ਲੜਾਈ ਹੋਵੇ ਜਾਂ ਆ ਕਰੋਨਾ ਦੇ ਅਗੇਂਸਟ ਸਾਨੂੰ ਵਿਖਣ ਦਿਆ, ਅਸੀਂ ਇੱਕ ਦੂਜੇ ਨੂੰ ਬਲੇਮ ਕਰਨਾ ਸ਼ੁਰੂ ਕਰਤਾ। ਚਾਈਨਾ ਨੇ ਕੀਤਾ, ਇੰਡੀਆ ਨੇ ਕੀਤਾ, ਇੰਸਟੈਡ ਕਿ ਇਕੱਠੇ ਹੋ ਕੇ ਲੜੀਏ। ਉਹ ਚਾਈਨਾ ਤੋਂ ਹੀ ਮਾਸਕ ਆਉਂਦੇ ਸੀ 3M ਦੇ, ਜਿਹੜੇ ਦੁਨੀਆ ਤੇ PPE ਜਿਹੜੇ ਕਿਟਸ ਆਈਆਂ ਅਮਰੀਕਾ ਜਦੋਂ ਕਰੋਨਾ ਲੜਨ ਲਈ, ਚਾਈਨਾ ਤੋਂ ਹੀ ਆਈਆਂ ਸੀ। ਸੋ ਚਾਈਨਾ ਵਿੱਚ ਕੇਸ ਆ ਰਹੇ ਆ ਬਿਕਾਜ਼ ਆਫ ਦਾ ਗਵਰਨਮੈਂਟ ਉੱਥੇ ਪ੍ਰੈਸ ਕਰ ਰਹੇ ਆ, ਕੇਸਿਸ ਨੂੰ ਸਪਰੈਸ ਕਰ ਰਹੇ, ਮਤਲਬ ਕਿ ਉਹਨਾਂ ਨੂੰ ਉਹ ਕਈ ਵਾਰੀ ਦੱਸ ਨਹੀਂ ਰਹੇ ਕਿ ਸਾਡੇ ਕਿੰਨੇ ਕੇਸ ਆ ਰਹੇ ਆ, ਬਟ ਕੇਸ ਆਉਂਦੇ ਆ। ਉਹ ਬਹੁਤ ਵਧੀਆ ਤਰ੍ਹਾਂ ਉਹਨਾਂ ਦਾ ਹੈਲਥ ਸਿਸਟਮ, ਉੱਥੇ ਬੱਚੇ ਪੜ੍ਹਦੇ ਆ, ਉੱਥੇ ਜਿਹੜੀ ਹੈਲਥ ਸਿਸਟਮ ਆ ਉਹ ਸਰਕਾਰੀ ਆ, ਉੱਥੇ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਗਵਰਨਮੈਂਟ ਸਪਾਂਸਰ ਕਰਦੀ ਆ। ਸੋ ਪੀਪਲ ਉੱਥੇ ਜਿਹੜੇ ਉਹਨਾਂ ਦੇ ਲੋਕ, ਹੁਣ ਸਾਡੇ ਚਾਈਨਾ ਤੋਂ ਲੋਕ ਇੱਥੇ ਪੜ੍ਹਨ ਆਉਂਦੇ ਆ, ਔਰ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਕੈਲੀਬਰ ਬਹੁਤ ਜ਼ਿਆਦਾ ਹਾਇਰ ਹੁੰਦਾ ਇੰਡੀਅਨਸ ਤੋਂ, ਕਿਉਂਕਿ ਉੱਥੇ ਪੜ੍ਹਾਈ ਨੂੰ ਰਿਸਪੈਕਟ ਕਰਦੇ ਆ, ਉੱਥੇ ਟੀਚਰਸ ਦੀ ਰਿਸਪੈਕਟ ਆ, ਉੱਥੇ ਸੋਸਾਇਟੀ ਵਿੱਚ ਇੱਕ ਕਹ ਲਓ ਕਿ ਪੌੜੀ ਆ ਕਿ ਹਾਂ ਉਹ ਹਾਇਰ ਆ, ਲੋਅਰ ਆ, ਲੋਕੀ ਸੁਣਦੇ ਆ। ਜਿੱਥੇ ਤੱਕ ਇੰਡੀਆ ਵਿੱਚ ਹੁਣ ਤੁਸੀਂ ਕੇਸ ਵੇਖ ਲਓ 80 ਹਜ਼ਾਰ। ਉਹ ਪ੍ਰੋਬਲਮ ਇਹ ਆ ਕਿ ਪਹਿਲੀ ਗੱਲ ਤੇ ਅੰਧ ਵਿਸ਼ਵਾਸ, ਡਾਕਟਰ ਦੇ ਵਿਸ਼ਵਾਸ ਨਹੀਂ, ਟੀਚਰਾਂ ਦੇ ਵਿਸ਼ਵਾਸ ਨਹੀਂ, ਕਿ ਹਰ ਇੱਕ ਚੀਜ਼ ਨੂੰ ਜਿਹੜੀ ਚੰਗੀ ਚੀਜ਼ ਆ ਉਹ ਤੋਂ ਅਸੀਂ ਸਾਨੂੰ ਉਹ ਤੋਂ ਦੂਰ ਕਰਤਾ, ਸਾਨੂੰ ਅੰਧ ਵਿਸ਼ਵਾਸੀਆਂ ਵੱਲ ਵਾੜਤਾ। ਪਿੰਡਾਂ 'ਚ ਕਹਿੰਦੇ ਜੀ ਕਰੋਨਾ ਵਾਇਰਸ ਕੋਈ ਹਜੇ ਤੱਕ ਮੈਸੇਜ ਆਈ ਆ ਰਹੇ ਆ। ਸੋ ਇਦਾਂ ਤੇ ਤੁਸੀਂ ਵਾਇਰਸ ਨੂੰ ਡਿਫੀਟ ਨਹੀਂ ਕਰ ਪਾਓਗੇ, ਤੁਹਾਡੇ ਕੇਸ ਵਧਣੇ ਹੀ ਵਧਣੇ ਆ। ਟੀਚਰਸ, ਤੁਹਾਡਾ ਆਪਣੇ ਘਰਾਂ 'ਚ ਤੁਹਾਨੂੰ ਆਪਣੇ ਪੇਰੈਂਟਸ ਨੂੰ, ਆਪਣੇ ਪਿੰਡਾਂ ਵਾਲਿਆਂ ਨੂੰ ਥੋੜਾ ਜਿਹਾ ਦੱਸੋ ਕਿ ਇਹ ਚੀਜ਼ ਸੀਰੀਅਸ ਆ। ਔਰ ਆਈ ਥਿੰਕ ਇਹ ਥੋੜਾ ਜਿਹਾ ਰੋਂਗ ਹੈ ਕਹਿਣਾ ਕਿ ਚਾਈਨਾ ਵਿੱਚ ਕੇਸ ਨਹੀਂ ਹੈ, ਚਾਈਨਾ ਵਿੱਚ ਕੇਸ ਹੈਗੇ ਆ, ਬਟ ਦੇ ਜਸਟ ਡੀਲਿੰਗ ਵਿਦ ਇਟ ਬੈਟਰ। ਥੈਂਕ ਯੂ ਸਰ। ਸੋ ਮਾਈ ਲਾਸਟ ਕੁਐਸਚਨ, ਸਰ ਤੁਸੀਂ ਥਾਇਰਾਇਡ ਦੇ ਪੇਸ਼ੈਂਟ ਸਾਡੇ ਰਿਲੇਟਿਵਸ ਦੇ ਵਿੱਚ ਹੈਗੇ ਨੇ, ਕੁਝ ਟਿਪਸ ਦੇ ਸਕਦੇ ਹੋ? ਸੋ
ਐਨੀ ਡਿਜ਼ੀਜ਼ ਜਿਹੜਾ ਹਾਰਮੋਨਲ ਡਿਜ਼ੀਜ਼ ਆ, ਪਹਿਲਾਂ ਰੁਪਿੰਦਰ ਜਿਹੜੀ ਇਹ ਕਲਾਸ ਆਪਣਾ ਉਹ ਆ ਲੱਗਦਾ ਕੋਈ ਉਹ ਮੋਨੀਟਰ ਆ, ਸਾਰੇ ਕੁਐਸਚਨ ਇਹਦੇ ਥਰੂ ਆ ਰਹੇ ਆ। ਪਰ ਚਲੋ ਵਧੀਆ, ਗੁੱਡ। I really appreciate her spirit, sir. ਹਾਂ ਵਧੀਆ She is always very curious. But I have to give some tips to her to maintain her behavior. Sometimes she gets very aggressive, so I have to calm her down. ਚਲੋ ਗੁੱਡ ਆ। ਆਈ ਥਿੰਕ ਇਹ ਬਹੁਤ ਵਧੀਆ ਗੱਲ ਹੈ, ਜਿਹੜੇ ਕੁਐਸਚਨ ਕਰਨਾ, ਜਿਹੜਾ ਕੁਐਸਚਨ ਕਰਨਾ ਨਾ ਉਹ ਆਪਾਂ ਪ੍ਰੈਸ ਕਰ ਦਿੰਦੇ ਆ ਘਰਾਂ 'ਚ ਵੀ ਕਿ ਲੋ ਚੁੱਪ ਕਰ ਓਏ, ਜਦੋਂ ਆਪਾਂ ਨੂੰ ਆਨਸਰ ਨਹੀਂ ਆਉਂਦਾ ਹੁੰਦਾ। ਜਿਹੜਾ ਇੱਕ ਟੀਚਰ ਆ ਉਹ ਆਪਣੇ ਬੱਚੇ ਦੀ ਕੁਰਾਸਿਟੀ ਵਧਾਉਂਦਾ, ਉਹਨੂੰ ਹੋਰ ਕੁਐਸਚਨ ਕਰਨ ਲਈ ਕਹਿੰਦਾ, ਉਹਨੂੰ ਆਪਣੇ ਅਗੇਂਸਟ ਵੀ ਕੁਐਸਚਨ ਕਰਨ ਲਈ ਕਹਿੰਦੇ। ਕੁਐਸਚਨਸ ਵਿੱਚ ਹੀ ਆਪਾਂ ਨੂੰ ਆਨਸਰ ਲੱਭਦੇ ਆ, ਜਦੋਂ ਆਪਾਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਲੈਂਦੇ ਨਾ ਉਹਦੇ ਵਿੱਚ ਆਨਸਰ ਨਹੀਂ ਲੱਭਦਾ। ਤੇ ਤੁਸੀਂ ਥਾਇਰੋਇਡ ਦੀ ਗੱਲ ਕੀਤੀ ਆ, ਕੋਈ ਵੀ ਹਾਰਮੋਨਲ ਡਿਜ਼ੀਜ਼ ਹੁੰਦਾ, ਥਾਇਰੋਇਡ, ਡਾਇਬੀਟੀਜ਼, ਇਹਨੂੰ ਡਿਫੀਟ ਕਰਨਾ ਬਹੁਤ ਈਜ਼ੀ ਆ। ਦ ਥਿੰਗ ਇਜ਼, ਸਾਡੇ ਕੋਲ ਦਵਾਈਆਂ ਬਹੁਤ ਵਧੀਆ ਆ ਗਈਆਂ। ਐਗਜ਼ੈਕਟ ਥਿੰਗ ਜਿਹੜੀ ਤੁਹਾਡਾ ਸਰੀਰ ਬਣਾਉਂਦਾ ਨਾ ਥਾਇਰੋਇਡ, ਉਹ ਹੁਣ ਦਵਾਈ 'ਚ ਆ ਗਿਆ। ਐਗਜ਼ੈਕਟ ਥਿੰਗ, ਨੋ ਸਾਈਡ ਇਫੈਕਟਸ। ਇੱਦਾਂ ਇਨਸੂਲਿਨ ਆ ਤੁਹਾਡਾ ਸਰੀਰ ਬਣਾਉਂਦਾ, ਉਹੀ ਇਨਸੂਲਿਨ ਅਸੀਂ ਆਪ ਬਣਾਉਣ ਲੱਗ ਪਏ ਆ। ਸੋ ਥਾਇਰੋਇਡ ਡਿਜ਼ੀਜ਼ ਜੇ ਹੈਗਾ ਵਾ, ਉਹਦਾ ਸਭ ਤੋਂ ਵਧੀਆ ਕਿਉਰ ਆ, ਪਹਿਲੀ ਗੱਲ ਤਾਂ ਡਾਇਗਨੋਸ ਹੋਵੇ, ਰਾਈਟ। TSH ਲੈਵਲ, T4 ਲੈਵਲ ਹੁੰਦਾ, ਦੋ ਚੀਜ਼ਾਂ ਜਿਹੜੀਆਂ ਅਸੀਂ ਫੋਲੋ ਕਰਦੇ ਹਾਂ। ਫਿਰ ਜਿਹਦੀ ਉਹ ਚੀਜ਼ ਵਿੱਚ ਅਬਨੋਰਮੈਲਿਟੀ ਹੁੰਦੀ ਹੈ, ਅਸੀਂ ਉਹਨੂੰ ਦਵਾਈ ਦਿੰਦੇ ਹਾਂ। ਉਹ ਦਵਾਈ ਦਾ ਫਿਰ ਅਸੀਂ ਫੋਲੋ ਕਰਦੇ ਹਾਂ, ਮੋਨੀਟਰ ਕਰਦੇ ਹਾਂ, ਜਿਹੜਾ 4 ਮਹੀਨੇ ਬਾਅਦ, 3 ਮਹੀਨੇ ਬਾਅਦ ਉਹਦਾ ਮੋਨੀਟਰ ਉਹਦਾ ਹੁੰਦਾ। ਤੇ ਐਜ਼ ਲੌਂਗ ਐਜ਼ ਉਹਦਾ TSH ਤੇ T4 ਲੈਵਲ ਠੀਕ ਰਵੇ, ਉਹਦੀ ਦਵਾਈ ਮੇਨਟੇਨ ਹੁੰਦੀ ਆ। ਪਰ ਥਾਇਰੋਇਡ ਲਈ ਲਾਈਫ ਲੌਂਗ ਦਵਾਈ ਲੈਣੀ ਪਊਗੀ। ਔਰ ਥਾਇਰੋਇਡ ਜਿਹੜਾ ਨਾ ਤੁਹਾਡੇ ਸਰੀਰ ਦੀ ਮਸ਼ੀਨ ਹੈ, ਇੰਜਨ ਆ। ਜਿੰਨਾ ਤੁਸੀਂ ਰੋਟੀ ਖਾਂਦੇ ਹੋ ਨਾ ਦਿਨ 'ਚ, 50% ਥਾਇਰੋਇਡ ਦੇ ਜਿਹੜੇ ਕੰਟਰੋਲ, ਜਿਹੜੀ ਚੀਜ਼ਾਂ ਉਹ ਕੰਟਰੋਲ ਕਰਦਾ, ਉਹਦੇ ਵਿੱਚ ਜਾਂਦੀਆਂ। ਇਟ ਕੰਟਰੋਲਸ ਫਰਮ ਯੂਰ ਬ੍ਰੇਨ, ਤੁਹਾਡਾ ਹਾਰਟ, ਤੁਹਾਡੇ ਕਿਡਨੀਜ਼, ਤੁਹਾਡੀ ਲਿਵਰ, ਲੰਗਸ, ਹਰ ਇੱਕ ਚੀਜ਼ ਥਾਇਰੋਇਡ ਉਹਦਾ ਇੱਕ ਹਿਸਾਬ ਦਾ ਬ੍ਰੇਨ ਆ ਤੁਹਾਡੇ ਸਰੀਰ ਦੇ ਪਿੱਛੇ। ਸੋ ਉਹਨੂੰ ਨਿਗਲੈਕਟ ਕਰਨਾ ਤੇ ਨਿਰੀ ਮੌਤ ਆ। ਬਾਕੀ ਆਈ ਥਿੰਕ ਅਗੇਨ ਇੰਡੀਆ ਦੇ ਵਿੱਚ ਡਾਕਟਰਸ ਦੀ ਕਮੀ ਬਹੁਤ ਜ਼ਿਆਦਾ ਆ ਰਹੀ ਆ। ਡਾਕਟਰ ਜਿਹੜੇ ਆ, ਜਿੰਨੇ ਵੀ ਲੈਕ ਡਾਕਟਰਸ ਆ, ਬਾਹਰ ਜਾ ਰਹੇ ਆ। ਤੇ ਮੈਂ ਇਹੋ ਕਹੂੰਗਾ ਕਿ ਜੇ ਸਾਡਾ ਸਿਸਟਮ ਵੇਕਅਪ ਨਾ ਹੋਇਆ, ਸਾਡਾ ਪੰਜਾਬ ਵੇਕਅਪ ਨਾ ਹੋਇਆ, ਤੇ ਨਾ ਹੀ ਇੱਥੇ ਟੀਚਰ ਬਚਣੇ ਆ ਤੇ ਨਾ ਹੀ ਇੱਥੇ ਡਾਕਟਰ ਬਚਣੇ ਆ। ਸੋ ਐਨੀਵੇ, ਆਈ ਹੋਪ ਮੇਰਾ ਆਨਸਰ ਤੁਹਾਨੂੰ ਠੀਕ ਲੱਗਾ। ਬਾਕੀ ਜਿੰਨੇ ਵੀ ਸਟੂਡੈਂਟਸ ਆ, ਉਹਨਾਂ ਕੋਲ ਮੇਰਾ ਈਮੇਲ ਐਡਰੈਸ ਆ। ਇਫ ਯੂ ਐਵਰ ਹੈਵ ਕੁਐਸਚਨਸ, ਯੂ ਫ੍ਰੀਲੀ ਟੂ ਈਮੇਲ ਮੀ। If there's any issues, health concerns that I can answer through email, I'm okay doing that as well. Okay, thank you so much, sir. Hello. Sir, we have another questions. There was one question by Muskan. She is asking how to treat starting symptoms of corona and how to aware people about it. So ਜਿਹੜੀ ਹੈ ਨਾ ਟ੍ਰੀਟਮੈਂਟ, ਉਹ ਬਹੁਤ ਇਟਸ ਨਾਟ ਸਿੰਪਲ, ਰਾਈਟ। ਇਟਸ ਨਾਟ ਸਿੰਪਲ। ਇਹਦਾ ਕੋਈ ਹੁਣ, ਕਿਉਂਕਿ ਇੰਡੀਆ 'ਚ ਰਿਸੋਰਸਿਸ ਦੀ ਕਮੀ ਆ। ਜੇ ਮੈਂ ਕਿਸੇ ਕੋਲ ਥੋੜੇ ਬਹੁਤੇ ਪੈਸੇ ਹੈਗੇ, ਮੈਂ ਉਹਨੂੰ ਕਹੂੰਗਾ ਕਿ ਪਲਸ ਆਕਸ ਮਸ਼ੀਨ ਜ਼ਰੂਰ ਪਹਿਲਾਂ ਖਰੀਦੋ, ਜਿਹੜੀ ਨਾ ਤੁਹਾਡੀ ਆਕਸੀਜਨ ਦਾ ਲੈਵਲ ਦੱਸਦੀ ਆ। ਉਹ ਇੱਥੇ ਫਿੰਗਰਸ ਤੇ ਲਾ ਦਈਦੀ ਆ ਤੇ ਤੁਹਾਡਾ ਆਕਸੀਜਨ ਦਾ ਲੈਵਲ ਤੁਹਾਨੂੰ ਦੱਸ ਦਿੰਦੀ ਆ। ਨਾਰਮਲ ਲੈਵਲ ਹੁੰਦਾ ਅਬਵ 92%, ਮਤਲਬ ਤੁਹਾਡੀ ਜਿਹੜੀ ਆਕਸੀਜਨ ਜਿਹੜੀ ਤੁਹਾਡੇ ਸਰੀਰ 'ਚ ਆ, ਅਬਵ 92% ਆ। ਪਹਿਲੀ ਗੱਲ ਹੋਵੇ। ਦੂਜੀ ਗੱਲ, ਸਿੰਪਟਮਸ ਕਰੋਨਾ ਦੇ ਕਿੱਦਾਂ ਸ਼ੁਰੂ ਹੁੰਦੇ ਆ। ਪਹਿਲਾਂ ਤੁਹਾਡਾ ਜਿੱਦਾਂ ਗਲਾ ਖਰਾਬ ਹੁੰਦਾ, ਫਿਰ ਹੌਲੀ ਹੌਲੀ ਲੋਕਾਂ ਨੂੰ ਫੀਵਰ ਬਹੁਤ ਕਾਮਨ ਆ, ਫਿਰ ਖੰਘ ਲੱਗਦੀ ਆ। ਬਾਕੀ ਹੋਰ ਸਿੰਪਟਮ, ਡਾਇਰੀਆ ਇੱਕ ਸਿੰਪਟਮ ਹੈ ਇਹਦਾ। ਪਰ ਇਹਨਾਂ ਸਾਰੇ ਸਿੰਪਟਮਸ ਵਿੱਚੋਂ ਤੁਹਾਨੂੰ ਹਸਪੀਟਲ ਜਾਣ ਦੀ ਲੋੜ ਨਹੀਂ, ਨਾ ਹੀ ਤੁਹਾਨੂੰ ਆਪਣਾ ਟੈਸਟ ਵੀ ਕਰਾਉਣ ਦੀ ਲੋੜ ਨਹੀਂ। ਸਾਡੇ ਅਮਰੀਕਾ 'ਚ ਇਹ ਦੱਸਿਆ ਗਿਆ ਸੀ ਕਿ ਜੇ ਤੁਹਾਨੂੰ ਆ ਸਿੰਪਟਮ ਹੋ ਗਏ ਨਾ, ਆਪਣੇ ਆਪ ਨੂੰ ਸੈਪਰੇਟ ਕਰ ਲਓ। ਜਾਂ ਕੋਈ ਬੰਦਾ ਜਾਂ ਕੋਈ ਇਨਸਾਨ ਜਿਹਨੂੰ ਕਰੋਨਾ ਹੋ ਗਈ, ਤੁਸੀਂ ਉਹਦੇ ਪਿਛਲੇ 14 ਦਿਨਾਂ 'ਚ ਉਹਦੇ ਆਸ-ਪਾਸ ਰਹਿ ਜਾਓ ਤੇ ਆਪਣੇ ਆਪ ਨੂੰ ਸੈਪਰੇਟ ਕਰ ਲਓ, ਆਪਣੇ ਖਾਨਦਾਨ ਤੋਂ, ਆਪਣੇ ਪਰਿਵਾਰ ਤੋਂ ਸੈਪਰੇਟ ਕਰੋ। ਜੇ ਤੁਹਾਨੂੰ ਕੋਈ ਵੀ ਸਿੰਪਟਮ ਹੈ, ਜਿੱਦਾਂ ਕਾਫ, ਤੁਹਾਡਾ ਸਾਹ 'ਚ ਕਮੀ ਆ, ਫੀਵਰ ਆ, ਹਾਈ ਫੀਵਰਸ, ਤੁਸੀਂ ਆਪਣੇ ਆਪ ਨੂੰ ਸੈਪਰੇਟ ਕਰ ਲਓ। ਸਭ ਤੋਂ ਪਹਿਲਾਂ ਪੈਰਾਸੀਟਾਮੋਲ ਜ਼ਰੂਰ ਘਰੇ ਹੋਣੀ ਚਾਹੀਦੀ ਆ। ਪੈਰਾਸੀਟਾਮੋਲ ਜਿਹੜੀ ਆ ਉਹ ਫੀਵਰ ਨੂੰ ਡਾਊਨ ਕਰਦੀ ਆ। ਔਰ ਜਿਹੜੀ ਫੀਵਰ ਆ, ਇੱਕ ਹੱਦ ਤੱਕ ਚੰਗੀ ਹੁੰਦੀ ਆ, ਕਿਉਂਕਿ ਤੁਹਾਡੀ ਇਨਫੈਕਸ਼ਨ ਨਾਲ ਲੜਨੀ ਹੁੰਦੀ ਆ। ਪਰ ਇੱਕ ਹੱਦ ਤੋਂ ਵੱਧ, ਜਿੱਦਾਂ 1 or 2 ਤੋਂ ਵੱਧ, 102 ਦੀ ਫੀਵਰ ਤੋਂ ਵੱਧ, ਉਹ ਜਿਹੜੀ ਉਹ ਤੁਹਾਡੇ ਲਈ ਹਾਨੀਕਾਰਕ ਹੁੰਦੀ ਆ, ਤੁਹਾਡਾ ਮਸਲ ਤੋੜਦੀ ਆ। ਸੋ ਪੈਰਾਸੀਟਾਮੋਲ ਲੈ ਸਕਦੇ ਜੋ 2 ਗੋਲੀਆਂ ਪੈਰਾਸੀਟਾਮੋਲ ਦੀਆਂ ਸਵੇਰੇ, ਲਾਈਕ 6 hours apart. ਸੋ ਪੈਰਾਸੀਟਾਮੋਲ ਇਜ਼ ਅ ਗੁੱਡ ਥਿੰਗ। ਬਾਕੀ ਜਿਹੜੇ ਆਪਣੇ ਦੇਸੀ ਨੁਸਖੇ ਆ, ਭਾਵੇਂ ਉਹ ਹਾਰਨਟਸ ਆ, ਇੱਕ ਡਾਬਰ ਦੀ ਦਵਾਈ ਹੁੰਦੀ ਆ, ਉਹ ਤੁਸੀਂ ਘਰੇ ਰੱਖ ਸਕਦੇ ਹੋ, ਗਰਮ ਪਾਣੀ 'ਚ ਮਿਕਸ ਕਰਕੇ। ਪਾਣੀ ਵੱਧ ਤੋਂ ਵੱਧ ਪੀਓ। ਪਰ ਜੇ ਤੁਹਾਨੂੰ ਖੰਘ ਆਉਣ ਲੱਗ ਪਏ ਜ਼ਿਆਦਾ,
ਕਿ ਜਾਂ ਜੇ ਤੁਹਾਡੇ ਕੋਲ ਪਲਸ ਆਕਸ ਮਸ਼ੀਨ ਹੈਗੀ ਘਰੇ, ਜਾਂ ਤੁਹਾਡਾ ਬਲੱਡ ਪ੍ਰੈਸ਼ਰ ਡ੍ਰੌਪ ਕਰ ਜੇ, ਜਾਂ ਤੁਹਾਡੇ ਕੋਲ ਪਲਸ ਆਕਸ ਮਸ਼ੀਨ ਆ ਉਹਦੀ ਰੀਡਿੰਗ ਜਿਹੜੀ 92 ਤੋਂ ਥੱਲੇ ਚੱਲ ਜੇ, 92 ਤੋਂ ਥੱਲੇ ਚੱਲ ਜੇ ਰੀਡਿੰਗ ਪਲਸ ਆਕਸ ਦੀ, then you have to go to the hospital because ਤੁਹਾਨੂੰ ਆਕਸੀਜਨ ਦੀ ਲੋੜ ਆ। ਆਕਸੀਜਨ ਤੁਸੀਂ ਘਰੇ ਨਹੀਂ ਲੈ ਪਾਉਂਦੇ। ਸੋ the only time you have to go to the hospital ਫੇਰ ਹੀ ਜਾਣ ਦੀ ਲੋੜ ਹੈ ਜੇ ਤੁਹਾਨੂੰ ਆਕਸੀਜਨ ਦੀ ਲੋੜ ਆ। ਨਹੀਂ ਤੇ ਤੁਸੀਂ ਘਰੇ ਆਪਣਾ ਪੈਰਾਸੀਟਾਮੋਲ ਨਾਲ ਤੇ ਅਲੱਗ ਜਿਹੜੀਆਂ ਜਿੱਦਾਂ ਦੇਸੀ ਨੁਸਖੇ ਆ, ਅਗੇਨ ਜਿੰਜਰ, ਇਹ ਉਹ, ਟੀ, ਚਾਹ, ਖਾਣਾ ਪੀਣਾ ਵਧੀਆ ਖਾਓ ਉਦੋਂ, ਕਿਉਂਕਿ ਜਦੋਂ ਆਪਾਂ ਬਿਮਾਰ ਹੁੰਦੇ ਆਪਾਂ ਕਿ ਖਾਣਾ ਪੀਣਾ ਬੰਦ ਕਰ ਦਿੰਦੇ ਆ, ਉਹ ਐਕਚੁਅਲੀ ਆਪਣਾ ਵਰਸ ਕਰ ਦਿੰਦੀ ਕੰਡੀਸ਼ਨ। ਸੋ ਉਦੋਂ ਖਾਓ ਪੀਓ ਸਭ ਜ਼ਿਆਦਾ, ਪਾਣੀ ਵੱਧ ਤੋਂ ਵੱਧ ਪੀਓ। ਸੋ ਆਈ ਹੋਪ ਮੇਰਾ ਆਨਸਰ ਠੀਕ ਲੱਗਾ। ਬਾਕੀ ਸਿੰਪਟਮਸ ਅਗੇਨ ਕਾਫ, ਸ਼ੋਰਟਨੈਸ ਆਫ ਬ੍ਰੈਥ, ਫੀਵਰ, ਬੁਖਾਰ, ਸ਼ੋਰਟਨੈਸ ਆਫ ਬ੍ਰੈਥ, ਕਾਫ, ਡਾਇਰੀਆ, ਇਹ ਮੇਨ ਸਿੰਪਟਮਸ ਹੈ ਜਿਹੜੇ ਅੱਗੇ ਆ ਰਹੇ ਆ। Was there a second part? Thank you, sir. Was there a second part to the question or was that it? ਹੋਰ ਤਾਂ ਨਹੀਂ ਕੁਝ ਪੁੱਛਿਆ ਸੀ ਐਕਸਟਰਾ? Sir, ਹੋਰ ਵੀ questions हैं? Time है फिर तो sir? हाँ नहीं मैम, I actually साढ़े know तीन it's midnight. yeah it's 2:38 so I'm okay. 2 o'clock? 2:38 but it's okay. मैं used to रात ਨੂੰ ਮੇਰਾ ਕੰਮ ਅਕਸਰ ਹੁੰਦਾ तो I'm okay. ਬੱਚਿਓ ਤੁਸੀਂ ਦੇਖ ਸਕਦੇ ਹੋ ਕਿ ਸਰ ਕਿੰਨੇ ਇਨਸਪਾਇਰਿੰਗ ਹੈ ਕਿ ਉਹ ਮਿਡਨਾਈਟ ਰਾਤ ਦੇ 2:38 ਤੇ ਉਹ ਤੁਹਾਨੂੰ ਜਿਹੜਾ ਹੈ ਤੁਹਾਡਾ ਟਾਕ ਕਰ ਰਿਹਾ ਹੈ ਐਂਡ ਹੀ ਇਜ਼ ਵੈਰੀ ਐਕਟਿਵ ਟਿਲ ਨਾਓ। ਨਹੀਂ ਮੇਰਾ ਤੁਹਾਡੇ ਨਾਲ ਮੈਂ ਦੱਸੋ ਤੁਹਾਡੇ ਜਿਹੜਾ ਇੱਥੇ ਸੰਸਥਾ ਵਾ ਉਹਨਾਂ ਮੇਰਾ ਕਿੰਨਾ ਪਿਆਰ ਹੈ ਕਿ ਮੈਂ ਕਿੰਨਾ ਐਕਸਾਈਟਿਡ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ, ਬਿਕਾਜ਼ ਆਈ ਨੋ ਕਿ ਤੁਹਾਡੇ ਇੱਥੇ ਕਿੰਨਾ ਚੰਗਾ ਕੰਮ ਹੋ ਰਿਹਾ। ਨੰਬਰ 2 ਕਿ ਕਿੰਨੀ ਜ਼ਿਆਦਾ ਪਾਵਰ ਹੈ ਤੁਹਾਡੇ ਵਿੱਚ ਜਿਹੜੀ ਤੁਹਾਡੀ ਫਿਊਚਰ ਦੀ ਹੈ। ਦੈਟਸ ਵਾਈ ਆਮ ਸਪੈਂਡਿੰਗ ਮਾਈ ਟਾਈਮ ਵਿਦ ਯੂ ਕਿ ਮੈਂ ਅੰਡਰਸਟੈਂਡ ਕਰਦਾ ਤੁਸੀਂ ਲੀਡਰ ਜੋ ਆਪਣੀ ਸੁਸਾਇਟੀ ਦੇ, ਐਂਡ ਇਟਸ ਅ ਮਸਟ ਕਿ ਤੁਹਾਨੂੰ ਇਨਸਪਾਇਰ ਕੀਤਾ ਜਾਵੇ ਕਿ ਤੁਸੀਂ ਅੱਗੇ ਲੋਕਾਂ ਨੂੰ ਇਨਸਪਾਇਰ ਕਰ ਸਕੋ। ਸਰ ਇੱਕ ਹੋਰ ਅੱਛੀ ਗੱਲ ਹੈ ਕਿ ਕਰੋਨਾ ਬਹੁਤ ਇਹਦੇ ਵਰਸਟ ਸਾਡੇ ਸਾਹਮਣੇ ਰਿਜ਼ਲਟਸ ਆਏ ਹਨ, ਬਟ ਇਹ ਹੈ ਕਿ ਕੁਝ ਪੋਜ਼ਿਟਿਵ ਅਗਰ ਅਸੀਂ ਚਾਹੀਏ ਤੇ ਇਹਦੇ ਚੋਂ ਵੀ ਅਸੀਂ ਸਿਚੁਏਸ਼ਨਸ ਚੋਂ ਲਿੱਤਾ ਹੈ, ਔਰ ਇਹ ਪੋਜ਼ਿਟਿਵ ਇੱਕ ਅੱਜ ਇਹ ਐਗਜ਼ਾਮਪਲ ਹੈ ਕਿ ਅਦਰਵਾਈਜ਼ ਸਾਡੇ ਸਟੂਡੈਂਟਸ ਲਈ ਪੋਸੀਬਲ ਨਹੀਂ ਸੀ ਕਿ USA ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਕਾਲ ਕਰਦੇ। ਸੋ ਇਹ ਜਿਹੜੀ ਓਪਰਚੁਨਿਟੀ ਹੈ ਨੈਚੁਰਲੀ ਇਹ ਸਾਨੂੰ ਕਰੋਨਾ ਪੈਂਡੈਮਿਕ ਨੇ ਪ੍ਰੋਵਾਈਡ ਕੀਤੀ ਹੈ। ਇਹਨਾਂ ਸਿਚੁਏਸ਼ਨਸ ਨੇ ਸਾਨੂੰ ਸਿਖਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਆਨਲਾਈਨ ਮੋਡਸ ਯੂਜ਼ ਕਰਕੇ ਮਤਲਬ ਇੰਨੀ ਦੂਰ ਤੇ ਵੀ ਅਸੀਂ ਤੁਹਾਡੇ ਨਾਲ ਕਿੰਨਾ ਮਤਲਬ ਬੜੇ ਅੱਛੀ ਤਰ੍ਹਾਂ ਕਮਿਊਨੀਕੇਟ ਕਰ ਸਕਦੇ ਹਾਂ। ਸੋ ਕੁਝ ਪੋਜ਼ਿਟਿਵ ਤਾਂ ਅਸੀਂ ਇਹਨਾਂ ਸਿਚੁਏਸ਼ਨਸ ਤੋਂ ਵੀ ਲਿਆ। ਸਰ ਇੱਕ ਹੋਰ ਕੁਐਸਚਨ ਹੈ that is by Sindar Kaur. What is the reason that now youngsters are facing heart diseases? Youngsters ਨੂੰ ਅੱਜ heart disease ਤੋਂ ਹੁੰਦੇ ਆ। I think you know first especially of all in youngsters. She's asking about. So before ਮੈਂ ਪੋਜ਼ਿਟਿਵ ਗੱਲ ਕਰਾਂ ਮੈਂ ਇੱਕ ਨੈਗੇਟਿਵ ਗੱਲ ਕਰਨਾ ਚਾਹੁੰਦਾ। ਨੈਗੇਟਿਵ ਗੱਲ ਇਹ ਆ ਕਿ ਜਿਹੜੇ ਤੁਹਾਡੇ ਡਾਕਟਰ ਹੈ ਨਾ ਕੁਝ ਹੱਦ ਤੱਕ ਮੈਂ ਜੋ ਵੇਖਿਆ ਮੈਂ ਬੜੀ ਉਦਾਸ ਹੋਇਆ ਇਹ ਚੀਜ਼ ਨਾਲ ਕਿ ਜਿਹੜੇ ਡਾਕਟਰਸ ਆ ਉਹ ਡਾਕਟਰਸ ਨਹੀਂ ਰਹੇ। ਓਵਰ ਡਾਇਗਨੋਸ ਕੀਤੇ ਜਾ ਰਿਹਾ ਪੇਸ਼ੈਂਟਸ ਦੀ ਬਹੁਤ ਵਾਰੀ। ਉੱਥੇ ਸਟੈਂਟ ਪਾਈ ਜਾ ਰਹੇ ਆ ਜਿੱਥੇ ਸਟੈਂਟ ਦੀ ਲੋੜ ਨਹੀਂ। ਉਹਦਾ ਪ੍ਰੋਬਲਮ ਇਹ ਆ ਕਿਉਂਕਿ ਉਹ ਕਿਸੇ ਨੂੰ ਪੈਸੇ ਦੇ ਰਹੇ ਅੱਗੇ, ਉਹ ਫਾਰਮਾਸਿਊਟੀਕਲ ਕੰਪਨੀਜ਼ ਨੂੰ ਪੈਸੇ ਦੇ ਰਹੀਆਂ ਜਿਹੜੀਆਂ ਸਰਕਾਰ ਨੂੰ ਪੈਸੇ ਦੇ ਰਹੀਆਂ। ਇੱਕ ਮਾੜਾ ਸਿਸਟਮ ਅੱਗੇ ਆ ਗਿਆ ਕਿਉਂਕਿ ਗਰੀਬ ਨੂੰ ਅਨਪੜ੍ਹ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਹੁੰਦਾ, ਉਹਨੂੰ ਪਾਗਲ ਬਣਾਉਣਾ ਬਹੁਤ ਸੌਖਾ ਹੁੰਦਾ। ਸੋ ਆਈ ਥਿੰਕ ਇੱਕ ਮੈਡੀਕਲ ਸਿਸਟਮ ਦੀ ਲੋੜ ਆ ਪੰਜਾਬ ਦੇ ਵਿੱਚ। ਜਦੋਂ ਅਸੀਂ ਕੈਂਪਸ ਤੇ ਆਉਂਦੇ ਆ ਜਾਂ ਮੈਂ ਕਦੀ ਵੀ ਕਿਸੇ ਨਾਲ ਗੱਲਬਾਤ ਕਰਦਾ ਹਾਂ ਕਿ ਇੱਕ ਸਟਰੋਂਗ ਮੈਡੀਕਲ ਸਿਸਟਮ ਹੋਣਾ ਚਾਹੀਦਾ ਜਿਹੜਾ ਡਾਕਟਰਸ ਨੂੰ ਮੋਨੀਟਰ ਕਰਦਾ। ਸਾਡੇ ਅਸੀਂ ਇੱਥੇ ਅਮਰੀਕਾ ਵਿੱਚ ਫਾਰਮਾਸਿਊਟੀਕਲ ਕੰਪਨੀ ਕੋਲ 1 ਰੁਪਿਆ ਨਹੀਂ ਲੈ ਸਕਦੇ, ਔਰ ਇੱਥੇ ਤੁਹਾਡੇ ਜਿਹੜੇ ਡਾਕਟਰਸ ਦੇ ਆਫਿਸ ਉੱਥੇ ਫਾਰਮਾਸਿਊਟੀਕਲ ਰੈਪਸ ਬੈਠੇ ਹੁੰਦੇ ਆ ਤੇ ਉਹ ਦਵਾਈਆਂ ਉਹਨਾਂ ਦੇ ਆਫਿਸਾਂ 'ਚ ਵਿਕਦੀਆਂ ਜਿਹੜੀਆਂ ਹੋਰ ਕਿਤੇ ਨਹੀਂ ਹੁੰਦੀਆਂ। ਸੋ ਨੰਬਰ 1 ਕਿ ਓਵਰ ਡਾਇਗਨੋਸ ਪ੍ਰੋਬਲਮ ਇਸ ਵੇਲੇ ਜਿਹੜੀ ਡਾਕਟਰੀ ਦੀ ਪ੍ਰੋਬਲਮ ਬੜੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਤੁਹਾਡੇ ਬੜੇ ਡਾਕਟਰ ਜਿਹੜੇ ਏਮਸ ਦੇ ਵਿੱਚੋਂ 99% ਜਿਹੜੇ ਡਾਕਟਰ ਸਾਡਾ ਨੰਬਰ 1 ਮੈਡੀਕਲ ਸਕੂਲ ਹੈ ਨਾ ਇੰਡੀਆ ਦਾ, ਉਹਨਾਂ ਦੇ ਡਾਕਟਰ 99% ਬਾਹਰਲੇ ਦੇਸ਼ਾਂ 'ਚ ਚਲ ਜਾਂਦੇ ਆ। ਔਰ ਮੈਂ ਇਹਨਾਂ ਨੂੰ ਮਾੜਾ ਨਹੀਂ ਆਉਂਦਾ ਕਿਉਂਕਿ ਆਪਾਂ ਨੂੰ ਹੱਕ ਬਣਦਾ ਜੇ ਸਾਡਾ ਦੇਸ਼ ਸਾਨੂੰ ਉਹ ਪ੍ਰੋਵਾਈਡ ਨਹੀਂ ਕਰ ਪਾ ਰਿਹਾ ਚੀਜ਼ਾਂ ਜਿਹੜੀਆਂ ਸਾਨੂੰ ਲੋੜ ਆ ਅਸੀਂ ਬਾਹਰ ਜਾਵਾਂਗੇ ਕਿਉਂਕਿ ਉੱਥੇ ਸਾਨੂੰ ਓਪਰਚੁਨਿਟੀ ਮਿਲਦੀ ਆ। ਪਰ ਇਹ ਸਾਡੀ ਸਰਕਾਰ ਨੂੰ ਸਮਝਣਾ ਪਊਗਾ ਕਿ ਇੱਕ ਬ੍ਰੇਨ ਡਰੇਨ ਹੋ ਰਿਹਾ। ਸਾਡੇ ਜਿਹੜੇ ਲੈਕ ਲੋਕ ਆ ਇੰਜੀਨੀਅਰਸ ਡਾਕਟਰਸ ਆਰ ਲੀਵਿੰਗ ਦਾ ਕੰਟਰੀ। ਨੰਬਰ 2 ਜਿਹੜੀ ਸਾਡੀ ਡਾਈਟ ਆ ਉਹ ਬਦਲ ਗਈ ਆ। ਜਿਹੜੇ ਸਾਡੇ ਵੱਡੇ ਵਡੇਰੇ ਸੀ ਉਹ ਜਿਹੜੀਆਂ ਦਾਲਾਂ ਜਾਂ ਉਹ ਚੀਜ਼ਾਂ ਵਾ ਉਹਨਾਂ 'ਚ ਤੜਕੇ ਨਹੀਂ ਲੱਗਦੇ ਸੀ।
ਅੱਜ ਕੱਲ੍ਹ ਅਸੀਂ ਤੜਕੇ ਲਾਉਂਦੇ ਹਾਂ, ਤੇਲ ਜ਼ਿਆਦਾ ਯੂਜ਼ ਕਰ ਰਹੇ ਹਾਂ, ਉਹ ਇੱਕ ਪ੍ਰੋਬਲਮ ਹੈ। ਦੂਜੀ ਗੱਲ, ਫਾਸਟ ਫੂਡ ਬਹੁਤ ਜ਼ਿਆਦਾ ਵੱਧ ਗਿਆ। ਜਿਹੜਾ ਫਾਸਟ ਫੂਡ ਹੈ ਉਹ ਨਿਰਾ ਜ਼ਹਿਰ ਆ, ਖੰਡ ਨਿਰੀ ਜ਼ਹਿਰ ਆ। ਫਿਰ ਫਾਸਟ ਫੂਡ ਸਭ ਤੋਂ ਵੱਡੀ ਪ੍ਰੋਬਲਮ ਆ ਪੈਸਟੀਸਾਈਡ ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ। ਅਸੀਂ ਕਿਸਾਨ ਜੋ ਆਈ ਮੀਨ ਮੈਂ ਕਿਸਾਨਾਂ ਨੂੰ, ਅਸੀਂ ਵੀ ਕਿਸਾਨ ਆ, ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ, ਕਿਉਂਕਿ ਸਾਨੂੰ ਇੱਕ ਚੀਜ਼ ਹੀ ਸਿਖਾਈ ਗਈ ਐਸੀ ਕਿ ਤੁਸੀਂ ਵੱਧ ਤੋਂ ਵੱਧ ਚੀਜ਼ ਨੂੰ ਉਗਾਓ ਤੇ ਪੈਸੇ, ਹਰ ਇੱਕ ਜਣਾ ਆਪਣੇ ਬਾਰੇ ਸੋਚਣ ਲੱਗ ਪਿਆ। ਸੋ ਮੈਂ ਬਾਬਾ ਜੀ ਹੋਣਾ ਨਾਲ, ਸੇਵਾ ਸਿੰਘ ਜੀ ਹੋਣਾ ਨਾਲ ਇਹੋ ਹੀ ਗੱਲ ਕਰ ਰਿਹਾ ਸੀ ਕਿ ਕਿਸੇ ਤਰੀਕੇ ਇਸ ਚੀਜ਼ ਆਪਾਂ ਪਹੁੰਚਾਈਏ ਕਿ ਆਪਣੀ ਜਿਹੜਾ DNA ਨਾ ਖਰਾਬ ਕਰੀਏ। ਉਹ ਪੈਸਟੀਸਾਈਡ ਸਾਡੇ DNA ਖਰਾਬ ਕਰ ਰਹੇ ਆ, ਉਹ DNA ਵਾਪਸ ਨਹੀਂ ਆਉਣੇ। ਉਹ ਜਿਹੜਾ ਪੋਇਜ਼ਨ ਅੰਦਰ ਜਾ ਕੇ ਤੁਹਾਡਾ DNA ਬਦਲ ਦਿੰਦਾ ਨਾ, ਉਹ DNA ਤੁਹਾਡੇ ਨਿਆਣਿਆਂ 'ਚ ਅੱਗੇ ਜਾਣਾ। ਸੋ ਟਰਾਈ ਕਰੋ, ਐਟਲੀਸਟ ਸਬਜ਼ੀਆਂ ਆਪਣੇ ਘਰੇ ਆਪੇ ਲਾਓ। ਇੱਕ ਪੰਜਾਬ ਦੀ ਧਰਤੀ ਬੜੀ ਫਰਟਾਈਲ ਆ, ਤੁਹਾਡੀਆਂ ਸਬਜ਼ੀਆਂ ਤੁਹਾਡੇ ਘਰੇ ਲੱਗਣੀਆਂ ਚਾਹੀਦੀਆਂ। ਘੱਟ ਤੋਂ ਘੱਟ ਬਾਹਰੋਂ ਚੀਜ਼ਾਂ ਲਾਓ। ਮੇਰਾ ਮਤਲਬ ਜੋ ਚੀਜ਼ਾਂ ਤੁਸੀਂ ਘਰੇ ਆ, ਹੁਣ ਅਮਰੀਕਾ ਵਿੱਚ ਕੀ ਹੁੰਦਾ ਸੀ, ਸਟੇਰੋਇਡਸ ਜਿਹੜੇ ਨਾ ਉਹ ਲਾਏ ਜਾਂਦੇ ਸੀ ਐਨੀਮਲਸ ਨੂੰ ਕਿ ਉਹ ਵੱਧ ਦੁੱਧ ਦੇਣ, ਉਹ ਜਿਹੜਾ ਮੀਟ ਆ ਉਹਨੂੰ ਉਹ ਛੇਤੀ ਵੱਡਾ ਹੋਵੇ। ਹੁਣ ਇਹੋ ਹੀ ਸਟੇਰੋਇਡਸ ਸਾਡੇ ਤੇ ਇੱਥੇ ਰੈਗੂਲੇਸ਼ਨਸ ਹੋ ਗਈਆਂ, ਤੁਹਾਡੇ ਰੈਗੂਲੇਸ਼ਨਸ ਨਹੀਂ ਆ। ਉਹ ਸਟੇਰੋਇਡਸ ਲੱਗ ਰਹੇ ਆ, ਭਾਵੇਂ ਉਹ ਜਾਨਵਰਾਂ ਨੂੰ ਲੱਗ ਰਹੇ, ਉਹਦੇ ਦੁੱਧ ਵਿੱਚ ਜਿਹੜਾ ਸਟੇਰੋਇਡ ਹੁੰਦਾ ਉਹ ਐਥਰੋਸਕਲੋਸਿਸ ਕਾਜ਼ ਕਰਦਾ, ਉਹ ਹਾਰਟ ਡਿਜ਼ੀਜ਼ ਕਾਜ਼ ਕਰਦਾ। ਸੋ ਆਈ ਥਿੰਕ ਜਿਹੜੀ ਇਹ ਚੀਜ਼ ਦੀ ਜੜ ਆ ਉਹ ਆ ਜਦੋਂ ਅਸੀਂ ਆਪਣੇ ਘਰਾਂ ਤੋਂ ਬਾਹਰ ਚੱਲ ਗਏ। ਸਾਡਾ ਖਾਣਾ ਪੀਣਾ ਸਾਡੇ ਘਰਾਂ 'ਚ ਹੋਣਾ ਚਾਹੀਦਾ। ਮਤਲਬ ਤੁਹਾਡੇ ਵੱਧ ਤੋਂ ਵੱਧ ਘਰੇ ਵੈਜੀਟੇਬਲਸ ਲਾਉਣ ਦੀ ਕੋਸ਼ਿਸ਼ ਕਰੋ, ਆਪਣੇ ਪਿੰਡ ਦੀ ਮਾਰਕੀਟ ਤੋਂ, ਲੋਕਲ ਮਾਰਕੀਟ ਤੋਂ ਖਰੀਦਣ ਦੀ ਕੋਸ਼ਿਸ਼ ਕਰੋ। ਕੋਈ ਵੀ ਚੀਜ਼ ਜਿਹੜੀ ਪੈਕੇਟ 'ਚ ਆਉਂਦੀ ਉਹਨੂੰ ਤੋਂ ਅਵੋਇਡ ਕਰਨ ਦੀ ਕੋਸ਼ਿਸ਼ ਕਰੋ। ਬਾਕੀ ਸਟ੍ਰੈਸ ਵੀ ਇੱਕ ਬਹੁਤ ਵੱਡੀ ਚੀਜ਼ ਹੈ ਹਾਰਟ ਡਿਜ਼ੀਜ਼ ਦੇ ਪਿੱਛੇ। ਸੋ ਅਗੇਨ ਮੈਡੀਟੇਟ ਕਰੋ, ਪਾਠ ਕਰੋ, ਜੇ ਤੁਸੀਂ ਜੋ ਵੀ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ, ਸਪੋਰਟਸ ਆ, ਉਹ ਕਰੋ ਜਿਹੜੀ ਚੀਜ਼ ਤੁਹਾਡੀ ਲਾਈਫ 'ਚ ਤੁਹਾਡਾ ਸਟ੍ਰੈਸ ਡਾਊਨ ਕਰਦੀ, ਕਿਉਂਕਿ ਸੋਚ ਕੇ ਕੁਛ ਨਹੀਂ ਹੋਣਾ, ਰਾਈਟ, ਕੰਮ ਕਰਕੇ ਹੋਣਾ। ਸੋ ਇੰਸਟੈਡ ਆਫ ਸਟ੍ਰੈਸਿੰਗ, ਕੰਮ ਕਰੋ। ਆਈ ਥਿੰਕ ਇਹੋ ਹੀ ਚੀਜ਼ਾਂ ਜਿਹੜੀਆਂ ਮੇਨ ਹੈ ਜਿਹੜੀਆਂ ਤੁਹਾਨੂੰ ਹਾਰਟ ਡਿਜ਼ੀਜ਼ ਤੋਂ ਬਚਾ ਸਕਦੀਆਂ। हेलो जी जी सर, नेक्स्ट क्वेश्चन है दैट इज बाय संदीप कौर। हाउ कैन वी कंट्रोल डायबिटीज? सो ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਜ਼ਰੂਰ ਦੱਸੂਗਾ ਕਿ ਨਾ ਮੇਰਾ ਜਿਹੜਾ ਸ਼ੋਅ ਆ ਰੋਡ ਟੂ ਮੈਡੀਸਨ, ਉਹਨੂੰ ਟਰਾਈ ਕਰੋ ਫੋਲੋ ਕਰਦੇ, ਆਪਣੇ ਪੇਰੈਂਟਸ ਤੱਕ ਸਪਰੈਡ ਕਰਨ ਦੀ। I think you can find it on Facebook if you type my name, or you can find it on YouTube as well. ਉਹਦੇ ਵਿੱਚ ਐਕਚੁਅਲੀ ਮੈਂ ਹੁਣੇ 3 ਸ਼ੋਅ ਰਿਕਾਰਡ ਕੀਤੇ ਡਾਇਬੀਟੀਜ਼ ਦੇ। ਇੱਕ ਸ਼ੋਅ ਪਹਿਲਾਂ ਆ ਗਿਆ, 3 ਸ਼ੋਅ ਹਜੇ ਹੁਣ ਆਉਣਗੇ ਸਤੰਬਰ 'ਚ, ਅਕਤੂਬਰ, about 2 weeks from now they're going to start playing. ਉਹ ਸਾਰੀ ਚੀਜ਼ Kindly ਪੰਜਾਬੀ send us the link for that. Kindly send us the link. Yes. Okay, ਮੈਂ ਤੁਹਾਨੂੰ ਨਾ ਲਿੰਕਸ ਭੇਜ ਦੂੰਗਾ ਆਪਣੇ ਔਰ Okay, ਫੀਚਰ I will ਚੀਜ਼ ਮੈਂ send. Yes, I will send in the groups of students. ਰਾਈਟ, ਬਿਕਾਜ਼ I ਔਰ ਮੇਰਾ ਉਹ ਕੰਮ ਕਰਨ ਦਾ ਹੀ ਰੀਜ਼ਨ ਇਹ ਸੀ ਕਿਉਂਕਿ ਮੇਰਾ ਸਕੇਜੂਲ ਬਿਜ਼ੀ ਆ, ਬਟ I wanted to do this because ਕੀ ਹੁੰਦਾ ਕਿ ਲੋਕ ਡਾਕਟਰਾਂ ਕੋਲ ਟਾਈਮ ਨਹੀਂ ਆਉਂਦੇ। ਹਰ ਇੱਕ ਜਣਾ ਜਦੋਂ ਮੈਂ ਪੈਸੇ ਬਣਾ ਕੇ ਉੱਤਰ ਜਾ, ਵੱਧ ਤੋਂ ਵੱਧ 1 ਮਿੰਟ 2 ਮਿੰਟ 3 ਮਿੰਟ ਦੇਂਦੇ ਡਾਕਟਰ ਆਪਣੇ ਪੇਸ਼ੈਂਟ ਨੂੰ। ਕੋਈ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਰਿਹਾ ਕਿ ਦਵਾਈ ਕਿੱਦਾਂ ਲੈਣੀ, ਡਾਇਬੀਟੀਜ਼ ਕੀ ਆ। ਸੋ ਡੈਫੀਨਿਟਲੀ ਵਾਚ ਥੀਸ ਵੀਡੀਓਜ਼ ਦੈਟ ਮੈਂ ਜਿਹੜੀਆਂ ਰਿਕਾਰਡ ਮੇਰੇ ਸ਼ੋਅ ਦੀਆਂ ਵਾ ਉਹਦੇ ਵਿੱਚ ਡਾਇਬੀਟੀਜ਼ ਵੀ ਕਵਰ ਹੋਈ ਆ। ਅਗਲੇ ਨੈਕਸਟ ਵੀਕ ਤੋਂ ਬਾਅਦ 3 ਵੀਕਸ ਡਾਇਬੀਟੀਜ਼ ਦੇ ਉੱਪਰ ਹੀ ਮੈਂ ਬੋਲਣਾ। ਬਟ ਐਜ਼ ਫਾਰ ਐਜ਼ ਹਾਊ ਕੈਨ ਯੂ ਕੰਟਰੋਲ ਡਾਇਬੀਟੀਜ਼, ਨੰਬਰ 1 ਯੂ ਹੈਵ ਟੂ ਨੋ ਕਿ ਟਾਈਪ 1 ਡਾਇਬੀਟੀਜ਼ ਹੈ, ਟਾਈਪ 2 ਡਾਇਬੀਟੀਜ਼ ਹੈ। ਡਾਕਟਰ ਡਾਇਗਨੋਸ ਕਰਦਾ। ਯੰਗ ਏਜ ਟਾਈਪ 1 ਹੁੰਦੀ ਆ, 올ਡਰ ਏਜ ਟਾਈਪ 2 ਹੁੰਦੀ ਆ। ਟਾਈਪ 1 ਲਈ ਇਨਸੂਲਿਨ ਦਾ ਇੰਜੈਕਸ਼ਨ ਲੱਗਦਾ, ਟਾਈਪ 2 ਦਾ ਔਰਲ ਮੈਡੀਕੇਸ਼ਨਸ ਲੈਣੀਆਂ ਪੈਂਦੀਆਂ। ਜਿਹੜਾ ਉਹਦਾ ਟੈਸਟ ਹੈ ਉਹਨੂੰ ਕਹਿੰਦੇ ਆ HbA1c, ਜਿਹੜਾ 3 ਮਹੀਨੇ ਦੀ ਐਵਰੇਜ ਸਾਨੂੰ ਦੱਸ ਦਿੰਦਾ। ਅਸੀਂ ਉਹ ਚੀਜ਼ ਵੇਖ ਕੇ ਤੁਹਾਡੀਆਂ ਦਵਾਈਆਂ ਐਡਜਸਟ ਕਰਦੇ ਹਾਂ। I mean, it's not simple, right? For me to go over a whole disease with you, and I don't want ਮੈਂ ਕੋਈ ਤੁਹਾਨੂੰ ਮਿਸ ਇਨਫੋਰਮੇਸ਼ਨ ਨਹੀਂ ਦੇਣਾ, ਇਸ ਲਈ ਮੈਂ ਤੁਹਾਨੂੰ ਕਹਿੰਦਾ ਕਿ ਉਹ ਜ਼ਰੂਰ ਮੇਰੀ ਵੇਖਿਓ ਜੇ ਤੁਸੀਂ ਡਾਇਬੀਟੀਜ਼ ਦੇ ਉੱਪਰ ਕੁਐਸਚਨ ਕੀਤਾ। ਮੈਂ ਤੁਹਾਨੂੰ ਬ੍ਰੇਕ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੂਜੀ ਗੱਲ ਕਿ ਤੁਹਾਨੂੰ ਡਾਇਬੀਟੀਜ਼ ਹੋਵੇ ਨਾ ਕਦੀ, ਇਹਦੇ ਵਿੱਚ ਥੋੜ੍ਹਾ ਜਿਹਾ ਜੈਨੇਟਿਕ ਫੈਕਟਰ ਹੁੰਦਾ। ਜੇ ਤੁਹਾਡੇ ਮਾਂ ਪਿਓ ਨੂੰ ਹੈਗੀ ਆ ਤਾਂ ਤੁਹਾਨੂੰ ਹੋ ਸਕਦੀ ਆ। So sometimes you can't do anything, but things you can do, number 1, sugar ਨਾ ਖਾਓ, preservative sugar ਨਾ ਖਾਓ, ਸੋਡੇ ਨਾਲ ਜਿੱਦਾਂ ਤੁਹਾਡੇ ਲਿਮਕਾ ਵਾ, ਕੋਕੋ ਕੋਲਾ, ਉਹਨਾਂ ਤੋਂ ਦੂਰ ਰਹੋ। ਘਰ ਦੀ ਰੋਟੀ ਖਾਣ ਦੀ ਕੋਸ਼ਿਸ਼ ਕਰੋ। ਆਲੂ ਜਿਹੜਾ ਉਹ ਬਹੁਤ ਖਤਰਨਾਕ ਆ। ਸੋ ਟਰਾਈ ਟੂ ਸਟੇ ਵਿਦ ਕੋਈ ਵੀ ਜਿਹੜਾ ਸਵੀਟ ਵੈਜੀਟੇਬਲਸ ਹੈ, ਜਿੱਦਾਂ ਆਲੂ ਹੋਇਆ, ਮੱਕੀ ਹੋਈ, ਇਹ ਥੋੜ੍ਹੀ ਜਿਹੀ ਮਿੱਠੀਆਂ ਵੈਜੀਟੇਬਲਸ ਹੁੰਦੀਆਂ, ਇਹਨਾਂ ਨੂੰ ਘੱਟ ਕਰੋ ਆਪਣੀ ਡਾਈਟ 'ਚ।
ਗੋਭੀ, ਹਰੀਆਂ ਵੈਜੀਟੇਬਲਸ ਉਹ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰੋ। ਐਕਸਰਸਾਈਜ਼ ਨੰਬਰ 1 ਹੈ, ਜਿਹੜੀ ਐਕਸਰਸਾਈਜ਼ ਹੈ ਤੁਹਾਡੇ ਸਰੀਰ ਨੂੰ ਤੁਹਾਨੂੰ ਡਾਇਬੀਟੀਜ਼ ਤੋਂ ਦੂਰ ਰੱਖਦੀ ਹੈ। ਜਿਹੜਾ ਫਿੱਟ ਬੰਦਾ ਹੋਊਗਾ ਸਿੱਧਾ ਉਹਨੂੰ ਡਾਇਬੀਟੀਜ਼ ਹੋਣ ਦੇ ਚਾਂਸ ਘੱਟ ਹੁੰਦੇ ਆ। ਸੋ ਐਕਸਰਸਾਈਜ਼ ਇਜ਼ ਅ ਮਸਟ। ਅਗੇਨ stress ਘੱਟ ਲਓ। Stress is also a big factor. Now some of the symptoms that a patient has ਜਦੋਂ diagnosed ਹੁੰਦਾ diabetes, ਉਹ ਪਿਸ਼ਾਬ ਬਹੁਤ ਕਰੂਗਾ, ਉਹਨੂੰ ਵੇਖਣ ਉਹਦੀਆਂ ਅੱਖਾਂ 'ਚੋਂ ਧੁੰਦਲਾ ਵੇਖਣਾ ਸ਼ੁਰੂ ਹੋ ਸਕਦਾ ਵਾ। These are two big symptoms of diabetes. ਭੁੱਖ ਬਹੁਤ ਲੱਗਦੀ ਆ, ਭਾਰ ਘਟਦਾ ਵਾ। ਭਾਰ ਘਟਣਾ, ਭੁੱਖ ਜ਼ਿਆਦਾ ਲੱਗਣੀ, ਪਿਸ਼ਾਬ ਜ਼ਿਆਦਾ ਆਉਣਾ, vision changes, ਇਹ common symptoms ਹੈ diabetes ਦੇ। But again, it's a big disease. I mean, it's not, I don't want to give you, it's hard for me to give you all the information. If you have to ask me what do you want to know, but it's a easily controllable disease. ਜੇ ਟਾਈਮ ਸਿਰ ਫੜਿਆ ਜਾਵੇ ਤੇ ਅਸੀਂ ਇਹਨੂੰ ਈਜ਼ੀਲੀ ਕੰਟਰੋਲ ਕਰ ਸਕਦੇ ਹਾਂ। ਕਈ ਵਾਰੀ ਤੁਹਾਡੇ ਸਰੀਰ ਨੂੰ ਦਵਾਈ ਦੇਣੀ ਪੈਂਦੀ ਆ ਤੇ ਉਹ ਦਵਾਈ ਤੋਂ ਭੱਜੋ ਨਾ। ਦਵਾਈਆਂ ਮੈਨੂੰ ਪਤਾ ਇੰਡੀਆ 'ਚ ਇੱਕ ਹਿਸਾਬ ਦਾ ਉਹ ਬਣ ਗਿਆ ਹੋਊਗਾ ਕਿ ਦਵਾਈਆਂ ਨਹੀਂ ਲੈਣੀਆਂ, ਪਰ ਕਈ ਵਾਰੀ ਐਸਾ ਟਾਈਮ ਆ ਜਾਂਦਾ ਜਦੋਂ ਉਹ ਦਵਾਈ ਦੇ ਸਾਈਡ ਇਫੈਕਟਸ ਤੁਹਾਡੇ ਲਈ ਇੰਨੇ ਮਾੜੇ ਨਹੀਂ ਹੁੰਦੇ, ਪਰ ਜਿਹੜੇ ਡਾਇਬੀਟੀਜ਼ ਦੇ ਸਾਈਡ ਇਫੈਕਟ ਆ, ਸਟ੍ਰੋਕ, ਹਾਰਟ ਡਿਜ਼ੀਜ਼, ਨਰਵ ਡੈਮੇਜ, ਕਿਡਨੀ ਡੈਮੇਜ, ਲਿਵਰ ਡੈਮੇਜ, ਉਹ ਬੰਦੇ ਨੂੰ ਅਪਾਹਿਜ ਕਰ ਦਿੰਦੇ ਆ। ਤੁਹਾਡੀ ਪਹਿਲਾਂ ਤਾਂ ਕੋਈ ਜਿੱਦਾਂ ਸ਼ੂਗਰ ਜ਼ੋਨ ਇੱਕ ਸਲੋ ਕਿਲਰ ਹੈ, ਇਹਦਾ ਡਾਇਬੀਟੀਜ਼ ਵੀ ਸਲੋ ਕਿਲਰ ਆ। ਪਹਿਲੇ 10-15 ਸਾਲ ਤੁਹਾਨੂੰ ਕੁਛ ਨਹੀਂ ਹੋਣਾ, ਪਰ ਜਦੋਂ ਹੋਣਾ ਸ਼ੁਰੂ ਹੋਣਾ ਤੇ ਉਦੋਂ ਤੁਸੀਂ ਉਸ ਤੋਂ ਬਚ ਨਹੀਂ ਸਕਦੇ, ਭਾਵੇਂ ਦੁਨੀਆ ਦੀ ਜਿਹੜੀ ਮਰਜ਼ੀ ਦਵਾਈ ਲੈ ਲਓ। ਸਰ ਇਹਦੇ ਨਾਲ ਹੀ ਰਿਲੇਟਡ ਕੁਐਸਚਨ ਮੇਰਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਵੀਟ ਵੈਜੀਟੇਬਲਸ ਨੂੰ ਤੁਸੀਂ ਅਵੋਇਡ ਕਰੋ, ਸੋ ਇਸੇ ਤਰ੍ਹਾਂ ਫਰੂਟਸ ਦੇ ਵਿੱਚ ਵੀ, ਕਿਉਂਕਿ ਆਲਮੋਸਟ ਫਰੂਟਸ ਤਾਂ ਸਵੀਟ ਹੁੰਦੇ ਆ, ਤੇ ਫਿਰ ਅਸੀਂ ਕਿਹੜੇ ਅਵੋਇਡ ਕਰੀਏ, ਕੁਝ ਇਹਦੇ ਬਾਰੇ? So one thing I would urge everybody to look at is foods with glycemic index. ਇੱਕ glycemic index ਹੁੰਦੀ ਹੈ food ਦੀ, ਕੋਈ ਸ਼ੂਗਰ ਤੁਹਾਡੀ ਕਿੰਨੀ ਬੰਪ ਅਪ ਕਰਦੀ ਹੈ ਕਿੰਨੀ ਛੇਤੀ। ਜਿਹੜੇ ਫੂਡ ਦੀ ਹਾਈ ਗਲਾਈਸੀਮਿਕ ਇੰਡੈਕਸ ਹੁੰਦੀ ਹੈ ਉਹਨਾਂ ਨੂੰ ਅਵੋਇਡ ਕਰੋ। ਇੱਦਾਂ ਜਿਹੜੇ ਆ ਵੈਜੀਟੇਬਲਸ ਹੁੰਦੀਆਂ ਉਹ ਨਾਨ ਸਟਾਰਚੀ ਤੇ ਸਟਾਰਚੀ ਵਿੱਚ ਡਿਵਾਈਡਡ ਹੋਈਆਂ ਹੁੰਦੀਆਂ। ਸੋ ਲੁੱਕ ਅਪ ਨਾਨ ਸਟਾਰਚ, NON starch, non-starch vegetables and starch vegetables. So that will tell you the difference ਕਿ ਕਿਹੜੀਆਂ ਵੈਜੀਟੇਬਲਸ ਖਾਣੀ ਚਾਹੀਦੀਆਂ, ਕਿਹੜੀਆਂ ਨਹੀਂ ਖਾਣੀ ਚਾਹੀਦੀਆਂ। ਬਾਕੀ ਫਰੂਟਸ ਦੀ ਜਿੱਦਾਂ ਗੱਲ ਆ, ਸੇਬ, ਹੁਣ again, all fruits are usually good. But if you have diabetes, then you have to stay away from fruits like mangoes and pineapple. But fruits that are really good are like, high potassium fruit like banana. Banana बहुत बढ़िया, सेब बहुत बढ़िया, अमरूद देसी फ्रूट अपना बहुत बढ़िया। अमरूद तो बढ़िया फ्रूट कोई नहीं, चीकू तो बढ़िया फ्रूट कोई नहीं। They are high fibrous fruits, especially अमरूद, जिन्हें अपन नेगलेक्ट कर देते हैं। So look up, glycemic index, and second thing you want to look up is starchy versus non-starchy vegetables. And that can be a big breakdown for you. Yes, Rupinder wants to ask another question regarding health. Yes. Yes, ma'am. Sir, I have one more question. Sir, diet की गल करिए तो ਇਹਦੇ ਵਿੱਚ ਪਾਣੀ ਨਹੀਂ ਆਉਂਦਾ ਹੈ, ਫਿਰ ਸਰ ਤੁਹਾਡੇ ਅਕੋਰਡਿੰਗ ਕਿਹੜਾ ਪਾਣੀ ਵਧੀਆ ਹੋਵੇਗਾ, ਘੜੇ ਦਾ ਪਾਣੀ ਜਾਂ ਫਿਲਟਰ ਦਾ ਪਾਣੀ? ਰਾਈਟ, ਸੋ ਮੈਂ ਇਹ ਚੀਜ਼ ਨਾ ਲੁੱਕ ਅਪ ਕੀਤੀ ਸੀ ਕਿਉਂਕਿ ਮੈਂ ਜਦੋਂ ਪੰਜਾਬ ਆਇਆ ਸੀ ਉੱਥੇ ਘੜੇ ਦਾ ਪਾਣੀ ਪੀਂਦਾ ਸੀ। ਫਿਰ ਮੈਂ ਟਰਾਈ ਕੀਤਾ, ਮੈਂ ਕਿਹਾ ਕਿ ਕਿਉਂਕਿ ਆਪਾਂ ਨੂੰ ਇੱਕ ਹਵਾ ਬਣਾ ਲਿਆ ਕਿ ਕੋਈ ਵੀ ਚੀਜ਼ ਜਿਹੜੀ ਆਪਣੀ ਪੁਰਾਣੀ ਇਹਨਾਂ ਨੂੰ ਆਪਾਂ ਛੱਡ ਦਈਏ। ਪਰ ਐਕਚੁਅਲੀ ਘੜੇ ਦਾ ਪਾਣੀ ਜਦੋਂ ਮੈਂ ਥੋੜਾ ਸਰਚ ਕੀਤਾ ਤੇ ਮੈਨੂੰ ਇੰਨਾ ਮਾੜਾ ਨਹੀਂ ਲੱਗਾ। ਇਟ ਵਾਸ ਪ੍ਰੀਟੀ ਗੁੱਡ, ਘੜੇ ਦਾ ਪਾਣੀ ਇਜ਼ ਗੁੱਡ। ਬਟ ਦ ਇਸ਼ੂ ਇਜ਼ ਉਹ ਘੜੇ ਦਾ ਪਾਣੀ ਆਉਣ ਕਿੱਥੋਂ ਦਿਆ? ਜੇ ਤੇ ਉਹ ਘੜੇ ਦਾ ਪਾਣੀ ਫਿਲਟਰ ਚੋਂ ਆਉਂਦਾ ਫਿਰ ਤੇ ਠੀਕ ਆ। ਜੇ ਤੁਹਾਡਾ ਜਿਹੜਾ ਘਰੇ ਬੋਰ ਕੀਤਾ ਉਹਦਾ ਲੈਵਲ ਹੁਣ again I'm going back to something, the issue is ਸਾਨੂੰ ਹਰ ਇੱਕ ਚੀਜ਼ ਸਾਡੀ ਦੱਸੀ ਗਈ ਕਿ ਉਹ ਮਾੜੀ ਹੈ। ਸਾਡਾ ਜਿਹੜਾ ਪਾਣੀ ਆ ਉਹ ਵੀ ਇੱਕ ਸਰਕਾਰ ਵੱਲੋਂ ਜਾਂ ਕਹਿ ਲਓ ਕਿ ਇੱਕ ਹਵਾ ਬਣਾਤਾ ਕਿ ਜਿਹੜਾ ਤੁਹਾਡਾ ਪੰਜਾਬ ਦਾ ਪਾਣੀ ਨਾ ਗੰਦਾ ਹੋ ਗਿਆ। ਗੰਦਾ ਤੇ ਕਿਹਨੇ ਕੀਤਾ ਤੇ ਕਿਹਦੀ ਜੌਬ ਹੈ ਉਹਨੂੰ ਸਾਫ਼ ਕਰਨ ਦੀ? ਸਰਕਾਰ ਦੀ। ਪਰ ਮਸ਼ੀਨਾਂ, ਹੁਣ ਕਿਹੜੇ ਘਰ 'ਚ ਮਸ਼ੀਨ ਨਹੀਂ ਹੈਗੀ ਪਾਣੀ ਵਾਲੀ? ਗਰੀਬਾਂ ਦੇ ਘਰ 'ਚ ਹੀ ਆ ਨਾ ਰਹਿ ਗਈ ਜਿਹੜੇ। ਪਰ ਕਿੱਡਾ ਵਧੀਆ ਇੱਕ ਸਿਸਟਮ ਕਰ ਦਿਓ ਵੀ ਲੋਕਾਂ ਨੂੰ ਕਹਿ ਦਿਓ ਤੁਹਾਡਾ ਜਿਹੜਾ ਪਾਣੀ ਗੰਦਾ ਤੇ ਘਰੇ ਘਰੇ ਫਿਲਟਰ ਲੱਗ ਗਿਆ। I mean, it's a big scam, right? So ਸਰਕਾਰ ਦਾ ਬੰਦਾ ਕਿ ਪਾਣੀ ਪ੍ਰੋਵਾਈਡ ਕਰਨਾ ਆਪਣੇ ਸਿਰ, ਆਪਾਂ ਟੈਕਸ ਕਿਹਦਾ ਦਿੰਦੇ ਹਾਂ ਜੇ ਸਾਨੂੰ ਪਾਣੀ ਨਹੀਂ ਚਾਹੀਦਾ ਹੁੰਦਾ। ਬਟ ਜਿਹੜਾ ਪਾਣੀ ਸਾਡਾ ਆ ਗਿਆ ਨਾ ਐਕਚੁਅਲੀ ਪਿੰਡਾਂ 'ਚ ਪੈਸਟੀਸਾਈਡਸ ਕਰਕੇ ਬਹੁਤ ਹੀ ਖਤਰਨਾਕ ਆ ਗਿਆ। ਅਗੇਨ ਉਹ ਪੈਸਟੀਸਾਈਡਸ ਤੁਹਾਡਾ DNA ਬਦਲ ਦਿੰਦੇ ਆ। ਉਹ DNA ਤੁਹਾਨੂੰ ਨਹੀਂ ਇਕੱਲਾ ਬਦਲਦਾ, ਤੁਹਾਨੂੰ ਨਹੀਂ ਇਕੱਲੇ ਕੈਂਸਰ ਕਰਦਾ, ਪਰ ਜੇ ਕਿਤੇ ਯੰਗ ਏਜ ਤੁਹਾਡਾ DNA ਡੈਮੇਜ ਹੋ ਜਾਵੇ ਤੁਸੀਂ ਅੱਗੇ ਆਪਣੇ ਨਿਆਣੇ ਨੂੰ ਵੀ ਉਹੀ DNA ਦੇਣਾ।
ਸੋ ਪਾਣੀ ਸਾਡੇ ਇੱਥੇ ਅਮਰੀਕਾ 'ਚ ਬਹੁਤ ਈਜ਼ੀ ਆ, ਅਸੀਂ ਪਾਣੀ ਆਪਣੇ ਟੂਟੀ ਦਾ ਕੱਢ ਕੇ ਤੇ ਉਹਦਾ ਟੈਸਟਿੰਗ ਕਰਵਾ ਲੈਂਦੇ ਆ ਕਿ ਇਹਦੇ ਵਿੱਚ ਕੋਈ ਲੈਡ ਤੇ ਨਹੀਂ ਜਾਂਦੀ, ਇਹਦੇ ਵਿੱਚ ਆਹ ਚੀਜ਼ਾਂ ਕੁਛ ਚੀਜ਼ ਦੀ ਮਾਤਰਾ ਤੇ ਨਹੀਂ ਜਾਂਦੀ। ਤੇ ਇੰਡੀਆ ਵਿੱਚ ਵੀ ਇਦਾਂ ਸਰਕਾਰ ਨੂੰ ਚਾਹੀਦਾ ਥਾਂ ਥਾਂ ਤੇ ਸੈਂਟਰ ਹੋਣੇ ਚਾਹੀਦੇ ਆ ਜਿੱਥੇ ਵਾਟਰ ਟੈਸਟਿੰਗ ਹੋਵੇ, ਤੁਹਾਡੇ ਪਾਣੀ ਜਿਹੜਾ ਘਰ ਦਾ ਪੀਣ ਯੋਗ ਹੈ ਕਿ ਨਹੀਂ ਪੀਣ ਯੋਗ। ਜੇ ਪੀਣ ਯੋਗ ਹੈ ਤੇ ਘਰ ਦਾ ਪਾਣੀ ਪੀਓ, ਟੂਟੀ ਦਾ ਪਾਣੀ ਪੀਓ, ਬੋਰ ਦਾ ਪਾਣੀ ਪੀਓ। ਜੇ ਉਹ ਨਹੀਂ ਪੀਣ ਯੋਗ, ਕੁਝ ਪੈਸਟੀਸਾਈਡਸ ਆ, then you have to drink the filter water, simple as that। you cannot drink ਉਹ ਪਾਣੀ ਜਿਹਦੇ ਵਿੱਚ ਪੈਸਟੀਸਾਈਡਸ ਆ, ਜਿਹਦੇ ਵਿੱਚ ਲੈਡ ਦੀ ਜ਼ਿਆਦੀ ਹੈ, ਠੀਕ ਹੈ, ਉਹ ਫਿਲਟਰ ਦਾ ਕੱਢ ਕੇ ਤੁਸੀਂ ਘੜੇ 'ਚ ਪਾ ਲਓ, ਉਹਦੇ ਵਿੱਚੋਂ ਕੋਈ ਗੱਲ ਨਹੀਂ। ਪਰ ਅਗੇਨ ਮੈਂ ਹਰ ਇੱਕ ਵਾਰੀ ਕਹਿੰਦਾ ਕਿ ਆਪਣਾ ਪਾਣੀ ਫਿਲਟਰ ਦਾ ਵੀ ਪੀਂਦੇ ਜੋ, ਫਿਲਟਰ ਦਾ ਪਾਣੀ ਵੀ ਟੈਸਟ ਜ਼ਰੂਰ ਕਰਾਓ, ਕਿਉਂਕਿ ਇਹ ਸਾਡਾ ਪਾਣੀ ਸਾਡਾ ਜ਼ਹਿਰ ਬਣ ਗਿਆ ਹੈ। ਕਿਉਂ ਨਾ ਕੋਈ ਬਾਹਰ ਜਾਵੇ ਅਗੇਨ ਉੱਥੇ ਆ ਜਾਂਦੀ ਜਿੱਥੇ ਜਿਹੜੀ ਧਰਤੀ 'ਚ ਪਾਣੀ ਹੀ ਪਾਣੀ ਦੀ ਧਰਤੀ ਹੋਵੇ, 5 ਰਿਵਰ ਸਾਡੀ ਪੰਜਾਬ ਸਾਡੀ ਧਰਤੀ 'ਤੇ ਪਾਣੀ ਹੈ, ਧਰਤੀ ਹੋਵੇ ਤੇ ਪਾਣੀ ਹੀ ਸਾਡਾ ਜ਼ਹਿਰ ਬਣਾ ਦਿੱਤਾ ਜਾਵੇ। ਬੜੀ ਸ਼ਰਮ it's definitely it's sad. But your question again, filter water is not the best water, ground water best water ਹੁੰਦਾ। ਪਰ ਜੇ ਤੁਹਾਡਾ ground water ਤੇ pesticides ਆ ਉਹਨੂੰ ਨਹੀਂ ਪੀ ਸਕਦੇ, then you have to drink filter water। ਫਿਲਟਰ ਘਰੇ ਲੱਗਣ ਦਾ ਇਹ ਨਹੀਂ ਮਤਲਬ ਕਿ ਇਹ ਪਾਣੀ ਸਾਫ਼ ਹੋ ਗਿਆ, ਸਾਲ ਬਾਅਦ 2 ਸਾਲ ਬਾਅਦ ਉਹ ਫਿਲਟਰ ਦਾ ਪਾਣੀ ਜ਼ਰੂਰ ਟੈਸਟ ਕਰਾਉਣਾ ਚਾਹੀਦਾ ਕਿ ਉਹਦੇ ਵਿੱਚ ਪੈਸਟੀਸਾਈਡਸ ਨਹੀਂ ਆ ਰਹੇ। ਥੈਂਕ ਯੂ ਸੋ ਮਚ ਸਰ। सर एक और क्वेश्चन है प्रभ चावल ने पूछे, एक्चुअली आजकल पंजाब विच प्लेटलेट्स काउंट जिहड़ा है वो बहुत कॉमनली देखा जा रहा है, पेशेंट्स विच डिक्रीज कर रहे हैं, मतलब प्रोमिनेंट डिसीज हो गई है ये प्लेटलेट्स काउंट्स जिहड़े डिक्रीज कर रहे हैं। सो व्हाट इज द रीजन बिहाइंड दैट एंड हाउ कैन वी इंप्रूव द काउंट? So there are a couple of things। Number one, platelet ਘੱਟ ਹੋਣ ਦਾ ਨਾ ਜਿਹੜਾ ਨੰਬਰ ਹੈ ਐਵਰੇਜ ਬਹੁਤ ਵਾਈਡ ਆ। So it doesn't matter if you have 400,000 platelets or you have 100,000 platelets, as long as those platelets are working good, then the number doesn't matter, as long as 50,000 ਥੱਲੇ platelet। ਹੁਣ ਮੈਨੂੰ ਪਤਾ ਇੰਡੀਆ 'ਚ ਕਈ ਲੋਕਾਂ ਦੇ 125,000 ਹੁੰਦੇ ਆ, 200, ਉਹਨਾਂ ਨੂੰ ਕਹਿੰਦੇ ਤੁਹਾਡੇ ਪਲੇਟਲੇਟ ਘੱਟ ਹੈ ਕਿਉਂਕਿ ਐਵਰੇਜ ਜਿਹੜੀ ਆ ਉਹ ਜ਼ਿਆਦੀ ਆ। ਬਟ ਜਿਹੜੀ ਐਵਰੇਜ ਗੋਰਿਆਂ ਦੀ ਐਵਰੇਜ doesn't mean the same average is for Indians, right? ਆਪਣੀ ਐਵਰੇਜ ਹੋ ਸਕਦਾ ਹੋਵੇ ਘੱਟ, ਜਿਹੜੇ ਇੰਡੀਅਨਸ ਦੇ ਪਲੇਟਲੈਟਸ ਆ ਆਪਾਂ ਸ਼ਾਇਦ ਰਹਿੰਦੇ ਹੀ ਆਪਾਂ 120 to 200,000 ਤੇ ਹੋਈ ਹੈ। ਸੋ ਆਈ ਡੋਂਟ ਥਿੰਕ ਦੇਰ ਇਜ਼ ਐਨੀਥਿੰਗ ਜਿਹੜੇ ਆਪਣੇ ਪਲੇਟਲੈਟਸ ਘਟਦੇ ਆ ਜਾਂ ਕੋਈ ਐਸੀ ਚੀਜ਼ ਆ, ਵਰੀ ਫੇਰ ਹੀ ਕਰਨਾ ਚਾਹੀਦਾ ਜੇ ਤੁਹਾਡੇ ਪਲੇਟਲੈਟਸ 50,000 ਤੋਂ ਘੱਟ ਹੈ। ਇੰਡੀਆ 'ਚ ਉਹ ਚੱਲੀ ਸੀ ਚੀਜ਼ ਕੀਵੀਆਂ ਖਾਓ ਤੁਹਾਡੇ ਪਲੇਟਲੈਟ ਘੱਟ ਹੈ, ਕੀਵੀਜ਼ ਤੁਹਾਡਾ ਪਲੇਟਲੈਟ ਘਟਾਉਂਦੀਆਂ ਵਾ। All I can say is exercise karo, healthy diet, eat vegetables, eat fruits। I mean, ਇੱਥੇ ਨਾ ਇੰਡੀਆ 'ਚ ਬਹੁਤ ਜ਼ਿਆਦਾ ਓਵਰ ਟੈਸਟਿੰਗ ਹੁੰਦੀ ਆ। ਹਰ ਇੱਕ ਜਣਾ ਮੈਂ ਵੇਖਦਾ ਉਹਦੇ ਕੋਲ 10 ਬਲੱਡ ਟੈਸਟ ਹੁੰਦੇ। ਗਰੀਬ ਜਿਹੜਾ ਉਹ ਇੱਕ ਵੀ ਟੈਸਟ ਨਹੀਂ ਕਰਾ ਸਕਦਾ, ਜਿਹੜਾ ਅਮੀਰ ਆ ਉਹ 6 ਮਹੀਨਿਆਂ ਬਾਅਦ ਆਪਣੇ ਹਰ ਇੱਕ ਚੀਜ਼ ਟੈਸਟ ਕਰਾਈ ਜਾਂਦਾ, ਯੂਰਿਕ ਐਸਿਡ। ਵੀ ਇੱਥੇ ਸਾਡੇ ਗਾਈਡਲਾਈਨਸ ਆ, ਓਕੇ, ਜੇ ਤੁਹਾਡਾ ਪੇਸ਼ੈਂਟ ਹੋਗਾ ਉਹ ਚੀਜ਼ ਟੈਸਟ ਕਰਦੇ ਆ, ਇਹ ਨਹੀਂ ਕਿ ਐਵਰੀਥਿੰਗ। ਸੋ ਆਈ ਥਿੰਕ ਦੇਰ ਇਜ਼ ਓਵਰ ਟੈਸਟਿੰਗ ਐਂਡ ਪੀਪਲ ਆਰ ਗੈਟਿੰਗ ਵਰੀਡ। ਉਹਨਾਂ ਨੂੰ ਕਿਉਂਕਿ ਜਿਹੜਾ ਫਾਰਮਾਸਿਊਟੀਕਲ ਆ ਉਹ ਫੇਰ ਹੀ ਦਵਾਈ ਵੇਚੂਗਾ ਜੇ ਉਹ ਕੋਈ ਡਾਇਗਨੋਸ ਕਰੂਗਾ ਤੇ। ਸੋ ਇੱਦਾਂ ਹੀ ਚੀਜ਼ਾਂ ਡਾਇਗਨੋਸ ਕਰੀ ਜਾਂਦੇ ਆ ਜਿਨ੍ਹਾਂ ਦਾ ਕੋਈ ਇੰਨਾ ਲੈਣ ਦੇਣ ਨਹੀਂ ਹੈਗਾ ਫੀਲਡ ਵਿੱਚ। ਸੋ ਅਗੇਨ 50,000 ਇਜ਼ ਦ ਮੈਜਿਕ ਨੰਬਰ, ਐਜ਼ ਲੌਂਗ ਐਜ਼ ਯੂ ਆਰ ਅਬਵ 50,000 ਯੂ ਓਕੇ। And I don't think platelets ਘਟਦੇ ਆ। I don't think there's anything that's going on where all of a sudden ਪੰਜਾਬ ਦੇ ਵਿੱਚ ਲੋਕਾਂ ਦੇ ਪਲੇਟਲੈਟ ਘਟਦੇ ਆ। there's no ਐਸੀ ਕੋਈ ਗੱਲ ਨਹੀਂ ਹੈ। ਸਰ ਜਿਹੜੇ ਇਹਦੇ ਵਿੱਚ ਗੋਟਸ ਮਿਲਕ ਨੂੰ ਰਿਕਮੈਂਡ ਕੀਤਾ ਜਾਂਦਾ ਹੈ, whether this is really beneficial? Yeah, so again, if your platelets 50,000 ਤੋਂ ਘੱਟ ਆ, ਤੁਸੀਂ ਪੀਓ ਗੋਟ ਮਿਲਕ, ਤੁਸੀਂ ਖਾਓ ਕੀਵੀਜ਼। ਜੇ ਤੁਹਾਡੇ 50,000 ਤੋਂ ਉੱਪਰ ਆ then stop worrying, ਕਿਉਂਕਿ ਤੁਸੀਂ ਇੰਨਾ ਵਰੀ ਕਰਕੇ ਗੋਟ ਮਿਲਕ ਪੀਆ, ਆਹ ਕਰ ਲਾ, ਪਲੇਟਲੇਟ ਮੇਰੇ ਘਟ ਗਿਆ, ਉਹ ਸਾਰਾ ਤੁਸੀਂ ਆਪਣੀ ਸਿਹਤ ਨੂੰ ਹੋਰ ਕੋਈ ਬਿਮਾਰੀ ਦਵਾ ਲਓ। Yeah, so as long as 50,000 ਤੋਂ ਉੱਪਰ ਆ then you are fine। Thank you so much। हाँ जी, और कोई क्वेश्चन है क्या? Sir, there is another question by Kirandeep Kaur. How can we reduce triglycerides? That is in the chat box. Yeah, okay, good question। Yes। So number one problem is ਲੋਕ ਨਾ ਖਾ ਕੇ ਆਪਣਾ ਲਿਪਿਡ ਚੈੱਕ ਕਰਾਉਂਦੇ ਆ, ਉਹਦੇ ਨਾਲ ਟ੍ਰਾਈਗਲਿਸਰਾਈਡ ਜ਼ਿਆਦਾ ਹੁੰਦੇ ਆ। ਕਦੀ ਵੀ ਤੁਸੀਂ ਆਪਣਾ ਕੋਲੈਸਟਰੋਲ ਚੈੱਕ ਕਰਾਉਂਦੇ ਜੋ ਤੁਹਾਨੂੰ ਐਟਲੀਸਟ 10 ਘੰਟੇ 12 ਘੰਟੇ ਤੁਹਾਡਾ ਕੁਛ ਨਹੀਂ ਖਾਧਾ ਹੋਣਾ ਚਾਹੀਦਾ, ਕਿਉਂਕਿ ਟ੍ਰਾਈਗਲਿਸਰਾਈਡ ਵੱਧਦੇ ਉਦੋਂ ਆ
ਜਦੋਂ ਤੁਸੀਂ ਰੋਟੀ ਖਾ ਕੇ ਜਾਂ ਖਾਸ ਕਰਕੇ ਫਰਾਈਡ ਫੂਡ ਖਾ ਕੇ ਟੈਸਟ ਕਰਾ ਲੈਂਦੇ ਹੋ। ਨੰਬਰ 2 ਚੀਜ਼ ਜਿਹੜੀ ਸ਼ਰਾਬ ਆ ਪੰਜਾਬ 'ਚ ਬਹੁਤ ਜ਼ਿਆਦਾ ਵੱਧ ਗਈ ਆ, ਔਰ ਸ਼ਰਾਬ ਜਿਹੜੀ ਆ ਉਹ ਟ੍ਰਾਈਸਾਈਕਲਿਸਰਾਈਡ ਵਧਾਉਂਦੀ ਆ। ਉਹ ਸ਼ਰਾਬ ਬੰਦ ਕਰੋ, ਫਰਾਈਡ ਫੂਡ, ਚਿਕਨ, ਮੀਟ, ਇਹ ਚੀਜ਼ਾਂ ਟ੍ਰਾਈਸਾਈਕਲਿਸਰਾਈਡ ਵਧਾਉਂਦੀਆਂ, ਖਾਸ ਕਰਕੇ ਸ਼ਰਾਬ। ਸੋ ਇਹ ਚੀਜ਼ਾਂ ਨੂੰ ਬੰਦ ਕਰੋ। ਜਿਹੜੀ ਅਦਰ ਮੇਨ ਥਿੰਗ ਆ, ਮੋਟਾਪਾ ਟ੍ਰਾਈਸਾਈਕਲਿਸਰਾਈਡ ਵਧਾਉਂਦੀ ਆ। ਐਕਸਰਸਾਈਜ਼ ਕਰੋ। ਸੋ ਅਗੇਨ ਸ਼ਰਾਬ ਘੱਟ, ਮੀਟ ਘੱਟ, ਰੋਟੀ ਖਾ ਕੇ ਉਦੋਂ ਕੋਲੈਸਟਰੋਲ ਨਾਲ ਚੈੱਕ ਕਰਾਉਣ ਜਾਓ। ਫਿਰ 500 ਹੈ ਮੈਜਿਕ ਨੰਬਰ ਜਿਹੜਾ ਅਸੀਂ ਵੇਖਦੇ ਹਾਂ, ਔਰ ਲੋਕਾਂ ਦੀ 100 ਰਿਪੋਰਟ ਹੋ ਜਾਂਦੀ ਆ, 150 ਨੂੰ ਹਾਈ ਕਹਿ ਦਿੰਦੇ ਆ। ਪਰ ਕੋਈ ਵੀ ਦਵਾਈ ਅਸੀਂ ਉਦੋਂ ਤੱਕ ਸ਼ੁਰੂ ਨਹੀਂ ਕਰਦੇ ਜਦ ਤੱਕ ਟ੍ਰਾਈਸਾਈਕਲਿਸਰਾਈਡ 500 ਨਾ ਹੋਵੇ। 500 ਤੋਂ ਥੱਲੇ ਆ ਤਾਂ ਤੁਸੀਂ ਐਕਸਰਸਾਈਜ਼ ਕਰਕੇ ਉਹਨੂੰ ਘਟਾ ਸਕਦੇ ਹੋ। ਫਿਰ ਦੂਜੀ ਗੱਲ, ਟ੍ਰਾਈਸਾਈਕਲਿਸਰਾਈਡ ਦੀ ਕੋਈ ਵੀ ਅਜੇ ਤੱਕ ਐਸੀ ਸਟੱਡੀ ਨਹੀਂ ਆਈ ਜਿਹਦੇ ਕਿਹਾ ਕਿ ਜੇ ਤੁਹਾਡੇ ਟ੍ਰਾਈਸਾਈਕਲਿਸਰਾਈਡ ਹਾਈ ਆ ਤੇ ਤੁਹਾਨੂੰ ਕੋਈ ਪ੍ਰੋਬਲਮ ਆਊਗੀ। ਪਹਿਲਾਂ ਇੱਕ ਬਲੀਫ ਸੀ ਕਿ ਹਾਈ ਟ੍ਰਾਈਸਾਈਕਲਿਸਰਾਈਡਸ ਕਾਜ਼ ਹਾਰਟ ਡਿਜ਼ੀਜ਼ ਐਂਡ ਇਹ ਉਹ, ਬਟ ਹੁਣ ਉਹ ਚੀਜ਼ਾਂ ਅਸੀਂ ਇੱਕ ਹੱਦ ਤੱਕ, ਆਈ ਮੀਨ ਜੇ ਕਿਸੇ 300 ਤੋਂ ਨੰਬਰ ਵੱਧ ਹੋਏ, ਓਕੇ ਉਹ ਵੀ ਕੰਸਰਨ, ਬਟ ਦ ਰੀਅਲ ਕੰਸਰਨ ਲਾਈਟਸ ਅਪ ਜੇ ਕਿਸੇ ਦੀ ਟ੍ਰਾਈਸਾਈਕਲਿਸਰਾਈਡ 500 ਤੋਂ ਉੱਪਰ ਹੈ, ਔਰ ਇੰਡੀਆ ਤੇ 100 150 ਤੋਂ ਉੱਪਰ ਦੱਸਦੇ, ਉਹਨੂੰ ਕਹਿੰਦੇ ਕਿ ਜੇ ਤੇਰਾ ਬਹੁਤ ਕੰਮ ਵੱਧ ਗਿਆ। ਸੋ ਸਿੰਪਲ weight loss, ਭਾਰ ਘਟਾਓ, ਸ਼ਰਾਬ ਬੰਦ ਕਰੋ, ਫਰਾਈਡ ਫੂਡ ਉਹਨੂੰ ਬੰਦ ਕਰੋ। ਇਹ 3 ਚੀਜ਼ਾਂ ਬੰਦ ਕਰੋ, ਤੁਹਾਡਾ ਟ੍ਰਾਈਸਾਈਕਲਿਸਰਾਈਡ ਕੰਟਰੋਲ ਚ ਆ ਜਾਣਗੇ। ਔਰ ਦਵਾਈ ਆ ਜੇ ਤੁਸੀਂ ਲੈਣੀ ਆ, ਕਿਸੇ ਨੂੰ ਹਾਈ ਆ, then I will go with atorvastatin, ATORVASTATIN, any statin, low dose 10 mg 20 mg statin, ਉਹ ਤੁਹਾਡੇ ਓਵਰਆਲ ਕੋਲੈਸਟਰੋਲ ਘਟਾਉਂਦੀ ਹੈ ਸਰੀਰ ਚ। I think it's over now. All questions have been satisfied by sir. ਮੈਨੂੰ ਲੱਗਦਾ ਸਰ ਇੱਕ ਹੋਰ ਸੈਸ਼ਨ ਚਾਹੀਦਾ ਸਟੂਡੈਂਟਸ ਨੂੰ, they have so many questions. ਕੋਈ ਨਹੀਂ, ਮੈਂ ਅਗਲੀ ਵਾਰੀ ਆਊਂਗਾ, ਤੁਹਾਨੂੰ ਆ ਕੇ ਮਿਲੂੰਗਾ ਸਾਰਿਆਂ ਨੂੰ। Sure, sir. Last question by me. Sir, ਅੱਜ ਤੁਸੀਂ ਜਿਹੜੇ ਵੀ ਮੁਕਾਮ ਤੇ ਹੋ, ਜਿਹੜੀ ਵੀ ਤੁਸੀਂ ਆਪਣੀ ਇੱਕ ਡੈਸਟੀਨੇਸ਼ਨ ਤੇ ਪਹੁੰਚੇ ਹੋ, ਜਿਹੜਾ ਵੀ ਤੁਸੀਂ ਇੱਕ ਏਮ ਅਚੀਵ ਕੀਤਾ ਹੈ, ਏਮ ਨਾਟ ਇਨ ਦ ਸੈਂਸ ਆਫ ਪ੍ਰੋਫੈਸ਼ਨਲ ਸਕਸੈਸ, ਕਿਉਂਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਪ੍ਰੋਫੈਸ਼ਨਲ ਸਕਸੈਸ ਦੇ ਨਾਲ ਨਾਲ ਤੁਸੀਂ ਆਪਣੇ ਸੋਸ਼ਲ ਕਾਜ਼ਸ ਲਈ, ਵੈਲਫੇਅਰਸ ਲਈ ਬਹੁਤ ਐਫਰਟਸ ਕਰਕੇ ਆਪਣੀ ਇੱਕ ਡਿਸਟਿੰਗੁਇਸ਼ਡ ਜਿਹੜੀ ਹੈ ਇੱਕ ਆਪਣੀ ਪੋਜੀਸ਼ਨ ਕ੍ਰੀਏਟ ਕੀਤੀ ਹੈ, ਹੈ ਨਾ। ਸੋ ਉਹਦੇ 'ਚ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਗੋਡ ਦੀ ਕੰਟਰੀਬਿਊਸ਼ਨ ਨੈਚੁਰਲੀ ਹੈ, ਤੁਹਾਡੇ ਪੇਰੈਂਟਸ ਦੀ ਹੈ ਨਾ, ਬਟ ਮੈਂ ਉਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੀਆਂ ਆਪਣੀਆਂ ਉਹ ਕਿਹੜੀਆਂ ਵੈਲਿਊਜ਼ ਹੈ, ਤੁਹਾਡੀਆਂ ਆਪਣੀਆਂ ਕਿਹੜੀਆਂ ਕੁਆਲਿਟੀਜ਼ ਹੈ ਜਿੰਨਾ ਕਰਕੇ ਤੁਸੀਂ ਆ ਜਾਂਦੇ ਹੋ। ਕਿਉਂਕਿ ਸਾਡੇ ਸਟੂਡੈਂਟਸ ਹਮੇਸ਼ਾ ਕੋਈ ਨਾ ਕੋਈ ਐਕਸਕਿਊਜ਼ ਦੇਣਾ ਕਿ ਹਾਂ ਉਹਦੇ ਕਰਕੇ ਮੈਂ ਨਹੀਂ ਬਣ ਪਾਈ, ਉਹਦੇ ਕਰਕੇ। ਮੈਂ ਉਹ ਚੀਜ਼ ਕਹਿੰਦੀ ਹਾਂ ਕਿ ਤੁਸੀਂ ਆਪਣੇ ਅੰਦਰ ਉਹ ਕੁਆਲਿਟੀਜ਼, ਸੋ ਪਲੀਜ਼ ਸ਼ੇਅਰ ਕਰੋ ਤੁਹਾਡੀਆਂ ਉਹ ਕਿਹੜੀਆਂ ਕੁਆਲਿਟੀਜ਼ ਜਾਂ ਕਿਹੜੀਆਂ ਵੈਲਿਊਜ਼ ਹੈ ਜਿੰਨਾ ਕਰਕੇ ਤੁਸੀਂ ਅੱਜ ਇਸ ਮੁਕਾਮ ਤੇ। ਥੈਂਕ ਯੂ। ਆਈ ਥਿੰਕ ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਛਿਆ। ਔਰ ਮੈਂ 11 ਸਾਲ ਦੀ ਉਮਰ 'ਚ ਅਮਰੀਕਾ ਆ ਗਿਆ ਸੀ, ਤੇ ਦੂਜੇ ਦਿਨ ਮੈਂ ਗਿਆ ਇੱਥੇ ਪੈਟਰੋਲ ਪੰਪ ਤੇ ਕੰਮ ਕਰਨ ਲੱਗ ਪਿਆ ਆਪਣੇ ਫਾਦਰ ਸਾਹਿਬ ਨਾਲ, ਕਿਉਂਕਿ ਅਸੀਂ ਪੈਸਾ ਤਾਂ ਕੋਈ ਲੈ ਕੇ ਆਏ ਨਹੀਂ ਸੀ ਇੰਡੀਆ ਤੋਂ, ਆਪਣਾ ਖੇਤੀਬਾੜੀ ਦਾ ਕੋਈ ਆਪਣੇ ਖੇਤ ਤੇ ਵੇਚਦਾ ਨਹੀਂ, ਤੁਹਾਨੂੰ ਪਤਾ ਹੀ ਆਪਣਾ ਜੋ ਹੁੰਦਾ ਪੰਜਾਬੀਆਂ ਦੀ ਇੱਕ ਸੋਚ ਆ। ਦੂਜੇ ਦਿਨ ਮੈਂ ਇੱਥੇ ਪੈਟਰੋਲ ਪੰਪ ਤੇ ਨਾਲ ਪਾਪਾ ਦੇ ਕੰਮ ਕਰਨ ਲੱਗ ਪਿਆ, ਤੇ 18 ਘੰਟੇ ਕੰਮ ਕੀਤਾ, ਜੌਬ ਕੀਤੀ, ਵੀਕਐਂਡਸ ਤੇ ਕਰਨੀ, ਸਮਰ ਬ੍ਰੇਕ 'ਚ ਵੀ ਕੰਮ ਕਰਨਾ, ਸਕੂਲ ਤੋਂ ਬਾਅਦ ਕੰਮ ਕਰਨਾ। ਇੱਕ ਟਫਨੈਸ ਜੀ ਸਰੀਰ 'ਚ, ਮਤਲਬ ਕਿ ਸਿਹਤ ਵਿੱਚ ਕਰੋ, ਇੱਕ ਟਫਨੈਸ ਜੀ ਆ ਗਈ ਕਿ ਕੁਛ ਲਾਈਫ 'ਚ ਮਤਲਬ ਇੱਕ ਵਾਰੀ ਤੇ ਮੈਂ ਬਹੁਤ ਇੰਡੀਆ 'ਚ ਪੜ੍ਹਾਈ 'ਚ ਬਹੁਤ ਅੱਗੇ ਹਾਂ, ਮੀਨ ਆਈ ਵਿਲ ਆਲਵੇਜ਼ ਬੀ ਫਰਸਟ ਸੈਕਿੰਡ ਇਨ ਦ ਕਲਾਸ। ਅਮਰੀਕਾ 'ਚ ਆਇਆ ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਖਰਾਬ ਸੀ, ਪੜ੍ਹਾਈ ਤੋਂ ਬਹੁਤ ਦੂਰ ਚਲ ਗਿਆ। ਪਰ ਇੱਕ ਗੱਲ ਸੀ ਫਾਦਰ ਸਾਹਿਬ ਦੀ, ਸਾਡੇ ਗ੍ਰੈਂਡਫਾਦਰ ਨੇ ਕਿਹਾ ਸੀ, ਉਹਨਾਂ ਨੇ ਉਹਨਾਂ ਨੂੰ ਇਹੋ ਕਿਹਾ ਕਿ ਪੁੱਤ ਕਦੀ ਵੀ ਜ਼ਮੀਨ ਵੇਚਣੀ ਪਵੇ ਤੇ ਜ਼ਮੀਨ ਵੇਚਦੀ ਪੜ੍ਹਾਈ ਦੇ ਕਰਕੇ, ਜੇ ਨਿਆਣੇ ਪਰ ਤੇਰੇ ਪੜ੍ਹੇ ਹੋਣੇ ਚਾਹੀਦੇ ਆ। ਹੁਣ ਮੇਰੇ ਗ੍ਰੈਂਡਫਾਦਰ ਨੇ ਸਾਡੇ ਪਿੰਡ ਵਿੱਚ ਜਿਹੜੀ ਡਿਸਪੈਂਸਰੀ ਆ ਉਹਨਾਂ ਦੀ ਬਣਾਈ ਆ, ਸਾਡਾ ਜਿਹੜੇ ਸਕੂਲ ਆ ਲੜਕੀਆਂ ਦਾ ਸਕੂਲ, ਜਿਹੜਾ ਫਸਟ ਲੜਕੀਆਂ ਦਾ ਸਕੂਲ ਬਣਿਆ ਸੀ ਇਲਾਕੇ 'ਚ ਪਖੋਕੇ ਵਿੱਚ, ਉਹ ਮੇਰੇ ਗ੍ਰੈਂਡਫਾਦਰ ਨੇ ਬਣਾਇਆ। ਸੋ ਗੱਲ ਤੁਹਾਡੀ ਨਾ ਇੱਕ ਤੁਹਾਡੇ DNA ਦੀ ਆ ਜਾਂਦੀ ਆ। ਜੇ ਮੈਂ ਮਾੜੇ ਕੰਮ ਕਰੂੰਗਾ ਤੇ ਮੇਰੇ ਨਿਆਣੇ ਨੇ ਉਹਨਾਂ ਨੇ ਕਹਿਣਾ ਉਹ ਕੀ ਆ ਉਹਨਾਂ ਦੀ ਕਿ ਜਿਹਨੂੰ ਉਹ ਪ੍ਰੀਜ਼ਰਵ ਕਰ ਰਹੇ ਆ। ਪਰ ਜਦੋਂ ਮੈਨੂੰ ਸਟੋਰੀਜ਼ ਦੱਸੇ ਜਾਂਦੀਆਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ, ਮੈਂ ਹਿਸਟਰੀ ਬਹੁਤ ਪੜ੍ਹੀ ਆ, ਮੇਰੇ ਪਿੱਛੇ ਜਿੰਨੀਆਂ ਬੁੱਕਸ ਆ ਹਿਸਟਰੀ ਦੀਆਂ,
ਹਿਸਟਰੀ ਮੈਂ ਟਰਾਈ ਕਰਦਾ ਆਪਣੇ ਛੋਟੇ ਟਾਈਮ 'ਚ, ਘੱਟ ਟਾਈਮ 'ਚ, ਕਿ ਹਿਸਟਰੀ, ਕਿਉਂਕਿ ਹਿਸਟਰੀ ਰਿਪੀਟ ਕਰਦੀ ਹੈ। ਜੇ ਤੁਸੀਂ ਹਿਸਟਰੀ ਪੜ੍ਹੋਗੇ, ਤੁਸੀਂ ਆਪਣੇ ਗੁਰੂਆਂ ਬਾਰੇ ਪੜ੍ਹੋਗੇ, ਤੁਸੀਂ ਬੰਦਾ ਸਿੰਘ ਬਹਾਦਰ ਦੀ ਪੜ੍ਹਦੇ ਜੋ, ਤੁਸੀਂ ਹਰੀ ਸਿੰਘ ਨਲੂਏ ਬਾਰੇ ਪੜ੍ਹਦੇ, ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਦੇ ਜੋ, ਨੈਪੋਲੀਅਨ ਬਾਰੇ ਪੜ੍ਹਦੇ ਜੋ, ਤੁਸੀਂ ਹਿਟਲਰ ਬਾਰੇ ਵੀ ਪੜ੍ਹਦੇ ਜੋ, ਤੁਹਾਨੂੰ ਚੰਗੇ ਜਾਂ ਗੰਦੇ ਦੋਵਾਂ ਦਾ ਪਤਾ ਲੱਗਿਆ। ਮਾਰਕਸਿਸਟ ਪੜ੍ਹਦੇ ਜੋ, ਲੈਨਨ ਬਾਰੇ ਪੜ੍ਹਦੇ ਜੋ, ਚੀ ਗੁਵੇਰਾ ਬਾਰੇ ਪੜ੍ਹਦੇ ਜੋ। ਚੀ ਗੁਵੇਰਾ ਮੇਰਾ ਰੋਲ ਮਾਡਲ ਸੀ, ਇੱਕ ਡਾਕਟਰ ਸੀ ਜਿਹਨੇ ਰੈਵੋਲੂਸ਼ਨ ਲੈ ਕੇ ਆਂਦਾ ਕਿਊਬਾ ਦੇ ਵਿੱਚ। ਜੇ ਤੁਸੀਂ ਉਹਨਾਂ ਦਾ ਬਾਰੇ ਪੜ੍ਹਦੇ ਜੋ ਨਾ, ਤੁਹਾਨੂੰ ਇੱਕ ਜੀਣ ਦਾ ਤਰੀਕਾ ਆਉਂਦਾ, ਤੁਹਾਨੂੰ ਲੜਨ ਦਾ ਤਰੀਕਾ ਆਉਂਦਾ। ਦੂਜੀ ਗੱਲ ਇੱਕ ਬਹੁਤ ਜ਼ਰੂਰੀ ਆ, ਮੈਂ ਇੰਡੀਆ ਕਿਉਂ ਆਉਣਾ, ਜਦੋਂ ਮੈਂ ਇੰਡੀਆ ਆਪਣੇ ਪਿੰਡ 'ਚ ਕਿਉਂ ਆਉਣਾ, ਕਿਉਂਕਿ ਨਾ ਮੈਨੂੰ ਕਈ ਵਾਰੀ ਲੱਗਦਾ ਯਾਰ ਮੇਰੀ ਲਾਈਫ ਬੜੀ ਟਫ ਹੈ ਇੱਥੇ ਨਾ, ਕਿ ਮੈਂ ਡਾਕਟਰੀ ਕਰਦਾ। ਜਦੋਂ ਮੈਂ ਤੁਹਾਨੂੰ ਦੱਸਿਆ, ਜਦੋਂ ਮੈਂ ਮੈਡੀਕਲ ਸਕੂਲ 'ਚ 12-1 ਵਜ ਜਾਣੇ, ਮੈਨੂੰ ਲੱਗਣਾ ਯਾਰ ਮੈਂ ਕਿੰਨਾ ਵਿਚਾਰਾ ਨਾ, ਮੈਨੂੰ ਪੜ੍ਹਨਾ ਪੈ ਜਾਂਦਾ ਨਾ 1 ਵਜੇ, ਕਿੰਨਾ ਲੋਕ ਇੰਜੋਏ ਕਰਦੇ ਆ। ਫਿਰ ਮੈਂ ਜਾਣ ਕੇ ਆਪਣੇ ਆਪ ਨੂੰ ਦਿਖਾਉਣ ਲਈ ਬਾਹਰ ਜਾਣਾ, ਜਾਂ ਮੈਂ ਆਪਣੇ ਪਿੰਡ ਜਾਣਾ, ਫਿਰ ਮੈਂ ਵੇਖਣਾ ਉੱਥੇ ਜਿਹੜਾ ਨਿਆਣਾ ਦਿਹਾੜੀਆਂ ਕਰਨ ਦਿਆ, ਫਿਰ ਮੈਂ ਸੋਚਣਾ ਯਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਤੇ, ਕਿ ਤੂੰ ਆਪਣੇ ਆਪ ਨੂੰ ਆਹ ਦੱਸਣ ਦਿਆ ਅਮਰੀਕਾ 'ਚ ਆ, ਤੈਨੂੰ ਸਭ ਕੁਝ ਰੱਬ ਨੇ ਦਿੱਤਾ, ਠੀਕ ਆ। ਟਾਈਮਸ ਵੈਂਟ ਔਨ, ਅਸੀਂ ਪੈਸਾ, ਉਹੀ ਗੈਸ ਸਟੇਸ਼ਨ ਆ, ਉਹੀ ਪੈਟਰੋਲ ਪੰਪ ਜਿੱਥੇ ਅਸੀਂ ਕੰਮ ਕਰਦੇ ਹੋ ਅਸੀਂ ਖਰੀਦ ਲਿਆ। ਫਾਈਨੈਂਸ਼ੀਅਲ ਸਿਚੁਏਸ਼ਨ ਥੋੜ੍ਹੀ ਜਿਹੀ ਬੈਟਰ ਹੋਈ, ਫਿਰ ਮੇਰਾ ਦਿਮਾਗ ਉੱਧਰ ਆਪਣਾ ਪੜ੍ਹਾਈ ਵਿੱਚ, ਕਿਉਂਕਿ ਫਾਦਰ ਸਾਹਿਬ ਦਾ ਉਹ ਗੱਲ ਸੀ ਕਿ ਪੁੱਤ ਅਸੀਂ ਅਮਰੀਕਾ 'ਚ ਆਪਣੇ ਆਪ ਨੂੰ ਗਵਾਉਣ ਨਹੀਂ ਆਏ, ਪੜ੍ਹਾਈ ਤੋਂ ਅੱਗੇ ਰੱਖਣੀ ਆ, ਸਭ ਕੁਝ ਮੈਂ ਇੱਧਰ ਵਾਰ ਦੇ। ਸੋ ਆਈ ਥਿੰਕ ਇੱਕ ਪੇਰੈਂਟਸ ਦੀ ਸਪੋਰਟ, ਇੱਕ ਤੁਹਾਡੇ ਖਾਨਦਾਨ ਦੀ ਸਪੋਰਟ ਕਹਿ ਲਓ, ਕਿ ਇੱਕ ਨਾਮ, ਕਿ ਤੁਹਾਨੂੰ ਪਤਾ ਕਿ ਮੇਰਾ ਗ੍ਰੈਂਡਫਾਦਰ ਕੌਣ ਸੀ, ਮੇਰਾ ਦਾਦਾ ਕੌਣ ਸੀ, ਨਾਨਾ ਕੌਣ ਸੀ, ਮੈਂ ਉਹਦਾ ਨਾਂ ਨਹੀਂ ਥੱਲੇ ਆਉਣ ਦੇਣਾ, ਉੱਤੇ ਲੈ ਕੇ ਜਾਣਾ, ਰਾਈਟ। ਅਸੀਂ ਅਮਰੀਕਾ ਆਪਣੇ ਆਪ ਨੂੰ ਗਵਾਉਣ ਨਹੀਂ ਆਏ। ਸੋ ਆਈ ਥਿੰਕ ਤੁਹਾਨੂੰ ਆਪਣੇ ਪਿਛੋਕੜ ਨੂੰ ਪਹਿਲਾਂ ਪਛਾਣਨਾ ਪਊਗਾ, ਤੁਹਾਡਾ ਪਿਓ ਕੀ ਆ, ਤੁਹਾਡਾ ਗ੍ਰੈਂਡਫਾਦਰ ਕੀ ਆ, ਤੁਹਾਡੇ ਫਾਦਰ ਸਾਹਿਬ, ਤੁਹਾਡੇ ਮਦਰ ਦੇ ਵਿੱਚ ਕੋਈ ਜ਼ਰੂਰ ਖੂਬੀ ਹੋਊਗੀ ਜਿਹੜਾ ਉਹ ਤੁਹਾਨੂੰ ਪੜ੍ਹਾਉਂਦੇ ਆ, ਕਿ ਪੰਜਾਬ 'ਚ ਅਕਸਰ ਕਈ ਵਾਰੀ ਕੁੜੀਆਂ ਨੂੰ ਨਹੀਂ ਪੜ੍ਹਾਇਆ ਜਾਂਦਾ, ਰਾਈਟ। ਸੋ ਇਹ ਚੀਜ਼ ਵੱਲ ਆਪਣੇ ਫੈਮਿਲੀ ਵੈਲਿਊਜ਼ ਉਹਨੂੰ ਅੱਗੇ ਰੱਖਣਾ, ਉਹਨਾਂ ਨੂੰ ਗਵਾਉਣ ਨਹੀਂ ਦੇਣਾ। ਕਈ ਵਾਰੀ ਟਾਈਮ ਐਸਾ ਆ ਜਾਂਦਾ, ਜ਼ਰੂਰ ਮੈਂ ਨਹੀਂ ਕਹੂੰਗਾ ਮੈਂ ਸਦਾ ਪਰਫੈਕਟ ਹੀ ਰਹਿਣਾ ਰਿਹਾ, ਜ਼ਰੂਰ ਐਸੇ ਟਾਈਮ ਆ ਜਾਂਦੇ ਜਦੋਂ ਤੁਸੀਂ ਭੜਕ ਜਾਂਦੇ, ਜਦੋਂ ਤੁਹਾਨੂੰ ਕਈ ਵਾਰੀ ਜਿਹੜੀਆਂ ਲਾਈਫ ਦੀਆਂ ਜਿਹੜੀਆਂ ਇੱਕ ਕਹਿ ਲਓ ਕਿ ਸੁਸਾਇਟੀ ਦੀਆਂ ਈਜ਼ੀ ਚੀਜ਼ਾਂ ਵੱਲ ਤੁਹਾਡਾ ਦਿਮਾਗ ਚੱਲ ਜਾਂਦਾ। ਬਟ ਉਹ ਸਮਾਂ ਇੱਥੇ ਤੇ ਮੈਂ ਵਾਹਿਗੁਰੂ ਦੀ ਕਿਰਪਾ ਹੀ ਕਹੂੰਗਾ, ਮੈਂ ਕਿਉਂਕਿ ਇਨਸਾਨ ਇੱਕ ਹੱਦ ਤੱਕ ਮੈਂ ਹੋਊਂਗਾ, ਪਰ ਨਾ ਯਾਰ ਲਾਈਫ ਜਿੱਥੇ ਤੱਕ ਮੈਂ ਪਹੁੰਚਿਆ ਉੱਥੋਂ ਮੈਂ ਕਦੇ ਵੀ ਭੜਕ ਸਕਦਾ ਸੀ। ਮੈਂ ਆਈ ਮੀਨ ਟੂ ਬੀ ਵੇਅਰ ਆਈ ਐਮ, ਆਈ ਮੀਨ ਟੂ not thank ਕੋਈ higher being ਜਾਂ ਕੋਈ something else, I mean it would be wrong. I mean ਮੈਂ ਹਜੇ ਵੀ ਸੋਚਦਾ ਯਾਰ ਮੇਰੇ ਵਿੱਚ ਕੀ ਆ ਜਿਹੜਾ ਕਿਸੇ ਵਿੱਚ ਨਹੀਂ ਹੈ, ਮੈਨੂੰ ਕਿਉਂ ਆ ਚੀਜ਼ਾਂ ਮਿਲੀਆਂ। ਸੋ ਆਈ ਥਿੰਕ ਯਾਰ ਮੇਰਾ ਹਾਰਡ ਵਰਕ ਹੈ, ਮੈਂ ਸਿੰਸੀਅਰ ਹੈ, ਮੈਂ ਸਦਾ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ। ਮੈਨੂੰ ਭਾਵੇਂ ਉਹ ਇੰਡੀਆ 'ਚ ਆ ਭਾਵੇਂ ਕਿਤੇ ਆ, ਮੇਰਾ ਸਦਾ ਹੁੰਦਾ ਕਿ ਮੈਂ ਜੇ ਕਿਸੇ ਦੀ ਹੈਲਪ ਕਰ ਸਕਦਾ, ਭਾਵੇਂ ਉਹ ਰਿਸਰਚ ਦੇ ਵਿੱਚ ਆ, ਭਾਵੇਂ ਉਹ ਮੈਡੀਕਲ ਸਟੱਡੀਜ਼ ਆ, ਭਾਵੇਂ ਛੋਟੇ ਤੋਂ ਛੋਟੀ ਕੋਈ ਉੱਥੇ ਕਰੋ। ਆਈ ਥਿੰਕ ਰੱਬ ਕਿਰਪਾ ਉਹਨਾਂ ਤੇ ਕਰਦਾ ਜਿਹੜੇ ਅੱਗੇ ਉਹਨੂੰ ਵੰਡਦੇ ਆ। ਔਰ ਮੈਂ ਟੀਚਰਾਂ ਨੂੰ ਇਹ ਕਹੂੰਗਾ, ਜੇ ਤੁਸੀਂ ਅੱਗੇ ਵੰਡੋਗੇ ਤੁਹਾਡੇ ਤੇ ਰੱਬ ਕਿਰਪਾ ਕਰੂਗਾ। ਔਰ ਮੈਂ ਰੀਅਲੀ ਉਹ ਚੀਜ਼ ਵਿੱਚ ਬਿਲੀਵ ਕਰਦਾ। ਮੇਰੇ ਕੋਲ 100 ਐਗਜ਼ਾਮਪਲਾਂ ਐਸੀਆਂ ਵਾ ਜਿੱਥੇ ਮੈਂ ਕਿਸੇ ਨੂੰ ਭਾਵੇਂ ਕੁਛ ਪੈਸਾ ਹੀ ਦਿੱਤਾ ਹੋਵੇ ਤੇ ਉਹ ਮੇਰੀ ਜੇਬ 'ਚ ਵਾਪਸ ਪੈਸਾ ਉਹਨੂੰ ਹੀ ਵਾਪਸ ਆ ਗਿਆ। ਸੋ ਐਂਡ ਆਈ ਥਿੰਕ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਨਾ, ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ, ਜਦੋਂ ਆਪਾਂ ਕਿਸੇ ਦੇ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਆਪਣੇ ਆਪ ਨੂੰ ਆਪਾਂ ਇੱਕ ਨਾ ਆਪਣੇ ਆਪ ਤੇ ਇੱਕ ਸਟ੍ਰੈਸ ਪਾ ਲੈਂਦੇ ਹਾਂ ਕਿ ਯਾਰ ਉਹ ਮੈਂ ਉਹਨਾਂ ਦਾ ਰੋਲ ਮਾਡਲ ਹਾਂ, ਜੇ ਉਹਨਾਂ ਨੇ ਮੈਨੂੰ ਇੱਦਾਂ ਵੇਖ ਲਿਆ ਤੇ ਉਹ ਕੀ ਕਹਿਣਗੇ। ਸੋ ਆਈ ਥਿੰਕ ਦੈਟ ਵਾਜ਼ ਅਨਦਰ ਇਸ਼ੂ। ਮੇਰੇ ਪਿੰਡ ਵਾਲਿਆਂ ਨੇ ਮੈਨੂੰ ਪਹਿਲਾਂ ਹੀ ਡਾਕਟਰ ਕਹਿਣਾ ਸ਼ੁਰੂ ਕਰਤਾ। ਮੈਂ ਜੇ ਡਾਕਟਰੀ ਮੈਡੀਕਲ ਸਕੂਲ 'ਚ ਗਿਆ ਤੇ ਮੈਨੂੰ ਸਾਰੇ ਕਹਿਣ ਡਾਕਟਰ ਸਾਹਿਬ। ਯਾਰ ਮੈਂ ਜੇ ਨਾ ਮੇਰੇ ਕੋਲ ਪਾਸ ਹੋਇਆ ਤੇ ਮੈਨੂੰ ਇਹਨਾਂ ਨੇ ਜੀਣ ਨਹੀਂ ਦੇਣਾ। ਸੋ ਆਈ ਥਿੰਕ ਦੈਟ ਵਾਜ਼ ਦ ਥਿੰਗ ਕਿ ਤੁਹਾਡਾ ਜਦੋਂ ਪਿੰਡ ਤੁਹਾਨੂੰ ਚੁੱਕ ਦਿੰਦਾ, ਤੁਹਾਡੇ ਜਦੋਂ ਤੁਹਾਨੂੰ ਗਰਾਊਂਡ ਵਾਲੇ ਵੀ ਬਹੁਤ ਹੁੰਦੇ ਲਾਈਫ 'ਚ, ਪਰ ਜੇ ਤੁਸੀਂ ਉਹਨਾਂ ਵੱਲ ਕਨਸੈਂਟਰੇਟ ਕਰੋ ਨਾ। ਹੁਣ ਮੈਂ ਜੇ ਕੈਂਪ ਵੀ ਲਾਉਣਾ, ਕਈ ਲੋਕ ਆਉਂਦੇ ਯਾਰ ਡਾਕਟਰ ਤੂੰ ਕਿੱਧਰ ਤੁਰਿਆ ਫਿਰਦਾ, ਤੂੰ ਪੋਲੀਟਿਕਸ 'ਚ ਨਹੀਂ ਆਉਣਾ। ਮੈਂ ਉੱਥੇ ਸਿਟੀ 'ਚ ਰਹਿਣਾ, ਮੈਂ ਪੋਲੀਟਿਕਸ 'ਚ ਨਹੀਂ ਆਉਣਾ ਇੱਥੇ ਤੁਹਾਡੇ, ਮੈਂ ਇੱਥੇ ਆਪਣੀ ਸੇਵਾ ਕਰਨ ਆਇਆ। ਸੋ ਆਈ ਥਿੰਕ ਤੁਸੀਂ ਉਹਨਾਂ ਨੂੰ ਪਛਾਣੋ ਜਿਹੜੇ ਲੋਕ ਤੁਹਾਨੂੰ ਚੁੱਕਦੇ ਆ, ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਉਹਨਾਂ ਤੋਂ ਤੁਸੀਂ ਇੰਸਪਾਇਰ ਹੋ। ਐਂਡ ਆਈ ਥਿੰਕ ਦੈਟਸ ਵਾਟ ਆਈ ਡਿਡ। ਜਦੋਂ ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਡਾਕਟਰ ਸਾਹਿਬ, ਮੈਨੂੰ ਉਦੋਂ ਪਤਾ ਲੱਗਿਆ ਮੈਂ ਹੁਣ ਫੇਲ ਨਹੀਂ ਹੋ ਸਕਦਾ। ਹੁਣ ਵੀ ਜਦੋਂ ਮੈਂ ਵਾਪਸ ਜਾਂਦਾ, ਮੈਂ ਜਾਣਾ ਹੀ ਇਸ ਲਈ ਮੈਂ ਉਹਨਾਂ ਦੇ ਦਰਦ ਸਮਝਾਂ। ਉਹ ਤੇ ਮੈਨੂੰ ਆਪਣੀ ਲਾਈਫ 'ਚ ਪਤਾ ਲੱਗਦਾ ਮੈਨੂੰ ਰੱਬ ਨੇ ਕਿੰਨਾ ਦਿੱਤਾ। I think an English quote, if you guys know this, glass half empty ਜਾਂ glass half full, ਉਹ ਤੁਹਾਡੇ ਉੱਤੇ ਆ। ਤੁਸੀਂ ਲਾਈਫ 'ਚ ਗਲਾਸ ਹਾਫ ਐਮਪਟੀ ਵੇਖਣਾ ਕਿ ਮੇਰੇ ਕੰਪਲੇਨ ਹੀ ਕਰੀ ਜਾਣਾ, ਉਹ ਮੇਰਾ ਆਹ ਨਹੀਂ ਹੈਗਾ, ਮੇਰੇ ਕੋਲ ਨਹੀਂ ਹੈਗਾ, ਉਹਦੇ ਕੋਲ ਆਹ ਆ, ਉਹਦੇ ਕੋਲ ਆਈਫੋਨ ਆ, ਆਪਣੇ ਬਾਪੂ ਨੂੰ ਵੀ ਤੰਗ ਕਰੀ ਜਾਣਾ, ਮੈਨੂੰ ਆਹ ਲੈ ਦੇ, ਮੈਨੂੰ ਉਹ ਲੈ ਦੇ। ਪਰ ਜਿੰਨੇ ਕੰਮ ਕਰਨਾ ਉਹਨੇ ਬਹਿ ਕੇ ਕਰ ਹੀ ਲੈਣਾ। ਸੋ ਅਗੇਨ ਲੁੱਕ ਐਟ ਯੂਰ ਲਾਈਫ ਐਜ਼ ਗਲਾਸ ਹਾਫ ਫੁੱਲ, ਕਿ ਤੁਹਾਡੇ ਕੋਲ ਇੰਨਾ ਕੁਝ ਰੱਬ ਨੇ ਦਿੱਤਾ, ਕਈਆਂ ਕੋਲ ਤੇ ਇੰਨਾ ਵੀ ਨਹੀਂ ਹੈਗਾ। ਇੱਕ
ਤੁਹਾਡੇ ਨਾਲ ਮੈਂ ਫਿਗਰ ਸ਼ੇਅਰ ਕਰ ਸਕਦਾ, ਅੱਜ 322 ਮਿਲੀਅਨ ਲੋਕ ਇਸ ਦੁਨੀਆ ਵਿੱਚ ਜਿਹੜੇ ਭੁੱਖੇ ਸੁੱਤੇ ਆ, ਇਹ UN ਦੀ ਰਿਪੋਰਟ ਦੀ। ਸੋ ਇਫ ਯੂ ਤੁਹਾਡੇ ਕੋਲ ਰੋਟੀ ਆ, ਤੁਹਾਡੇ ਸਿਰ ਦੇ ਉੱਤੇ ਛੱਤ ਆ, ਤੁਹਾਡੇ ਕੋਲ ਪਾਉਣ ਲਈ ਜੁੱਤੀ ਆ ਨਾ, ਇਹ ਤਿੰਨ ਚੀਜ਼ਾਂ ਰੋਟੀ, ਜੁੱਤੀ ਤੇ ਛੱਤ, ਤੇ ਤੁਸੀਂ ਇਸ ਦੁਨੀਆ ਵਿੱਚ 75% ਲੋਕਾਂ ਤੋਂ ਅਮੀਰ ਜੋ। ਤੇ ਤੁਸੀਂ ਜੇ ਉਹਨਾਂ ਵੱਲ ਵੇਖਣਾ ਜਿਨ੍ਹਾਂ ਕੋਲ ਲੈਂਡ ਰੋਵਰਾਂ ਵਾ, ਜਿਨ੍ਹਾਂ ਕੋਲ ਮਰਸੀਡੀਆਂ, ਤੇ ਆਪਣੇ ਆਪ ਤੇ ਰੋਣਾ ਤੇ ਪਿਓ ਨੂੰ ਵੀ ਰਵਾਉਣਾ ਤੇ ਪਿਓ ਨੂੰ ਵੀ ਕਹਿਣਾ ਤੁਸੀਂ ਜ਼ਮੀਨ ਵੇਚਦੇ ਜਿਹੜਾ ਕਿੱਲਾ ਰਹਿ ਗਿਆ, ਤੇ ਉਹ ਤੁਹਾਡੀ ਮਿਸਟੇਕ ਆ। ਤੁਸੀਂ ਪਛਾਣ ਨਹੀਂ ਪਾਏ ਕਿ ਤੁਹਾਨੂੰ ਰੱਬ ਨੇ ਕਿੰਨਾ। ਸੋ ਆਈ ਥਿੰਕ ਦੋਜ਼ ਆਰ ਦ ਥਿੰਗਸ ਆਈ ਐਮ ਆਲਵੇਜ਼ ਥੈਂਕਫੁਲ। ਮੈਂ ਸਟਰਾਈਵ ਕਰਦਾ ਮੈਂ ਬੈਟਰ ਹੋਵਾਂ, ਬਾਕੀ ਮੈਂ ਕਦੇ ਵੀ ਕੋਈ ਓਪਰਚੁਨਿਟੀ ਮਿਸ ਨਹੀਂ ਕਰਦਾ ਜਿੱਥੇ ਮੈਂ ਕਿਸੇ ਦੀ ਹੈਲਪ ਕਰ ਸਕਾਂ, ਔਰ ਮੈਂ ਕੋਈ ਵੀ ਓਪਰਚੁਨਿਟੀ ਨਹੀਂ ਮਿਸ ਕਰਦਾ। ਆਈ ਥਿੰਕ ਲਾਈਫ 'ਚ ਜਿੰਨੀਆਂ ਵੀ ਓਪਰਚੁਨਿਟੀਆਂ ਮੇਰੇ ਅੱਗੇ ਆਉਂਦੀਆਂ, ਭਾਵੇਂ ਆ ਜਿਹੜਾ TV ਸ਼ੋਅ ਹੀ ਕਰਦਾ, ਬਸ ਬਾਅਦ ਵਿੱਚੋਂ ਜੇ ਮੇਰੇ ਕੋਲ ਨਾ ਹੋਵੇ ਮੈਂ ਕਹਿ ਦੂੰਗਾ ਕਿ ਮੇਰੇ ਕੋਲ ਨਹੀਂ ਇਹ ਹੋਣਾ, ਪਰ ਜਦੋਂ ਜਿਹੜੀ ਵੀ ਓਪਰਚੁਨਿਟੀ ਮੇਰੇ ਅੱਗੇ ਆਈ ਹੈ ਮੈਂ ਉਹਨੂੰ ਲਿਆ। and that's why I'm doing this. I mean, you asked me to do something, ਮੈਂ ਕਿਹਾ ਕਿ ਮੈਂ ਕਰਨਾ। and I think that's what you want to do in life. ਕਦੀ ਵੀ ਓਪਰਚੁਨਿਟੀ ਆਵੇ ਉਹਨੂੰ ਛੱਡੋ ਨਾ, ਬਸ ਫੜ ਲਓ, ਬਾਅਦ ਚੋਂ ਵੇਖੀ ਜਾਊਗੀ, ਬਾਅਦ ਚੋਂ ਛੱਡ ਦਿਓ, ਪਰ ਕਦੀ ਵੀ ਨਾ ਕਰੋ ਕਦੀ ਕਿਸੇ ਓਪਰਚੁਨਿਟੀ ਨੂੰ। Well said, sir. So we should grab every opportunity that comes in our way. Really thankful to you. So it was a wonderful session with Dr. Swayman Singh. So 7th webinar. Finally, that was very successful due to your support, sir. So मैं really बहुत thankful हाँ सर दी कि सर ने इस टाइम इन्ना टाइम साडे डिवोट किया है, अपना बहुत प्रेशियस टाइम। बट ये जिहड़े बड़े नाल मोमेंट्स शेयर कीती हैं मेरे स्टूडेंट्स ने, कदी ना कदी इन्ना चों किसी को भी इंस्पायर करनगे, क्योंकि ये वर्ड्स अगर 100% नहीं मैं कह सकती रिजल्ट, बट फिर भी कुछ तो चिंगारी किसी विच आएगी, कोई तो दीवा बलेगा। और that is the main motive of Teachers Day, that as a teacher you have to illuminate others' lives, ठीक है। सो यही साडे स्टूडेंट्स ने लैक्स स्टूडेंट्स दी लाइफ को बनाना है, या बिगाड़ना है या बनाना है। सो इसलिए मैं कहनी हाँ कि बेटा अपने लैवल ते 100% दिओ, क्योंकि तुसी फ्यूचर मेकर्स हो। असी बजाय कि दूसरियां नूं कंडैम करिए, असी जो अच्छियां पर्सनैलिटीज़ है असी उन्हां नूं अपने रोल मॉडल्स बनाइए। सर हैं या तुसी बाकी रिसोर्स पर्सनस नूं देखिया, सो उन्हां ने अपनी एक पोजीशन बनाई है, अपनी मेहनत नाल बनाई है, अपनी सिंसैरिटी नाल बनाई है। सो तुहाडे कोल लाइव एग्जांपल्स हैं। सर ने सर नाल कोऑपरेट करके डिफरेंट इशूज से, नॉट ऑन सिंगल इशू, बट he has tried to resolve our questions at different levels. So I hope we will meet on next platform some other day, some other time with sir also in future too. So thanks a lot, sir. Thanks to my entire team and thanks to my very dear students. Vaheguru Ji Ka Khalsa, Vaheguru Ji Ki Fateh.
सही है बीच में करता है फिर भी होगा बड़े अखीर से नहीं पता लगता आई तुम्हारे सही है मैं देखियो ये नहीं वो बड़े 4 मिनट की है 4 मिनट की